ਮਾਸਟਰ ਤਾਰਾ ਸਿੰਘ ਨੇ ਸਿੱਖ ਕੌਮ ਵਾਸਤੇ ਬਹੁਤ ਕੁਝ ਕੀਤਾ। ਅਕਾਲੀ ਲੀਡਰਸ਼ਿਪ ਨੇ ਬਹੁਤ ਕੁਝ ਕੀਤਾ। ਐਸਜੀਪੀਸੀ ਨੇ ਕਿਸੇ ਪਾਸਿਓਂ ਕੋਈ ਘਾਟ ਨਹੀਂ ਛੱਡੀ, ਹਰ ਮੋਰਚੇ ਤੇ ਫਰੰਟ ਫਿੱਟ ਤੇ ਰਹੀ। ਸਿੱਖ ਕੌਮ ਦੀਆਂ ਹਰ ਜ਼ਰੂਰਤਾਂ ਐਸਜੀਪੀਸੀ ਨੇ ਵੱਧ ਚੜ੍ਹ ਕੇ ਪੂਰੀਆਂ ਕੀਤੀਆਂ। ਪਰ ਕੀ ਕਰੀਏ, ਅੱਜ ਵੀ ਸਿੱਖ ਕੌਮ ਦੇ ਗੱਦਾਰਾਂ ਨੂੰ ਸਰਦਾਰ ਤੇ ਅਸਲ ਸਰਦਾਰਾਂ ਨੂੰ ਗੱਦਾਰ ਸਾਬਿਤ ਕਰਨ ਤੇ ਤੁਲੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਜੀ ਹਾਂ ਗੁਰੂ ਪਿਆਰਿਓ, ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਉਹ ਕਮੇਟੀ ਜਿਸ ਨੇ ਪੂਰੀ ਗੁਰਦੁਆਰਿਆਂ ਦਾ ਪ੍ਰਬੰਧ ਸਾਂਭਣਾ ਸੀ, ਜਿਸ ਨੇ ਸਿੱਖ ਕੌਮ ਦਾ ਧਿਆਨ ਰੱਖਣਾ ਸੀ, ਜੋ ਖੂਨ ਡੁੱਲਣ ਤੇ ਬਣੀ ਸੀ। ਪਰ ਅੱਜ ਇਸ ਜਥੇਬੰਦੀ ਦਾ ਹਸ਼ਰ ਜਦੋਂ ਕੋਈ ਵੀ ਦੇਖਦਾ ਹੈ ਤਾਂ ਹਰ ਕੋਈ ਮੱਥੇ ਤੇ ਹੱਥ ਮਾਰਦਾ ਹੈ। ਆਖਿਰ ਅਸੀਂ ਇੰਨਾ ਮਜਬੂਰ ਕਿਉਂ ਹੋਏ? ਅਜਿਹੀਆਂ ਗਿਰਾਵਟਾਂ ਕਿੱਦਾਂ ਆਈਆਂ? ਕਿਹਨਾਂ ਨੇ ਪ੍ਰਬੰਧ ਚੰਗੀ ਤਰ੍ਹਾਂ ਨਹੀਂ ਸਾਂਭੇ? ਉਹਦੇ ਉੱਤੇ ਅੱਜ ਗੱਲ ਕਰਾਂਗੇ। ਤੇ ਨਾਲੇ ਇਹਨਾਂ ਨੇ ਇੱਕ ਸਿੱਖ ਚਿੰਤਕ ਦੇ ਨਾਲ ਇੱਕ ਇੰਟਰਵਿਊ ਕੀਤੀ ਤੇ ਬੜੇ ਵਧੀਆ ਤਰੀਕੇ ਨਾਲ ਐਕਸਪਲੇਨ ਕੀਤਾ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਕੀ ਕੁਝ ਅੱਜ ਤੱਕ ਕੀਤਾ, ਕੀ ਕੁਝ ਅਕਾਲੀ ਦਲ ਨੇ ਕੀਤਾ, ਕੀ ਕੁਝ ਸਿੱਖ ਕੌਮ ਨੂੰ ਦਿੱਤਾ, ਕੀ ਕੁਝ ਪੰਜਾਬ ਨੂੰ ਦਿੱਤਾ। ਬਹੁਤ ਵੱਡੀਆਂ ਉਹਨਾਂ ਵੀਰਾਂ ਨੇ ਗੱਲ ਕੀਤੀ ਹੈ, ਬੁੱਟਰ ਸਾਹਿਬ ਨੇ। ਉਹਦੇ ਉੱਤੇ ਵੀ ਜ਼ਰੂਰ ਗੱਲਬਾਤ ਕਰਾਂਗੇ। ਤੇ ਮਾਸਟਰ ਤਾਰਾ ਸਿੰਘ ਦੀ ਸਿੱਖ ਕੌਮ ਨੂੰ ਕੀ ਦੇਣ ਹੈ, ਉਹ ਵੀ ਅੱਜ ਤੁਹਾਨੂੰ ਕੁਝ ਅਜਿਹੇ ਸੱਚ ਦੱਸਾਂਗੇ ਜੋ ਸ਼ਾਇਦ ਤੁਸੀਂ ਨਾ ਸੁਣੇ ਹੋਣਗੇ, ਨਾ ਤੁਹਾਨੂੰ ਅੰਦਾਜ਼ਾ ਵੀ ਹੋਊਗਾ ਕਿ ਮਾਸਟਰ ਤਾਰਾ ਸਿੰਘ ਐਕਚੁਅਲੀ ਸੀ ਕੌਣ, ਅਸਲ ਉਹਦਾ ਨਾਮ ਕੀ ਸੀ ਤੇ ਅਸਲ ਉਸਦਾ ਕਿਰਦਾਰ ਕੀ ਸੀ। ਪਰ ਸ਼ੁਰੂਆਤ ਕਰਦੇ ਹਾਂ। 295 ਇਹ ਦੂਸਰਾ ਨੋਟਿਸ ਅੱਜ ਆ ਗਿਆ ਹੈ ਜੀ। ਪਰ ਕਮਾਲ ਦੀ ਗੱਲ ਹੈ, ਲਖਵਿੰਦਰ ਸਿੰਘ ਐਸਆਈ ਜਿਹੜਾ ਪਿਛਲੀ ਵਾਰ ਨੋਟਿਸ ਦੇ ਗਿਆ ਸੀਗਾ, ਉਹ ਨਹੀਂ ਆਇਆ। ਮੈਂ ਪੁੱਛਿਆ ਵੀ ਕਿਉਂ ਨਹੀਂ ਆਇਆ, ਕੋਈ ਜਵਾਬ ਨਹੀਂ ਸੀ। ਉਹਨੇ ਆਉਣਾ ਹੀ ਨਹੀਂ ਸੀ, ਕਿਉਂਕਿ ਉੱਤੇ ਜਦੋਂ ਪੁੱਛਿਆ ਗਿਆ ਵੀਡੀਓ ਪਿਛਲੀ ਵਾਰ ਬਣਾ ਕੇ ਲੈ ਗਿਆ ਤੇ ਵੀਡੀਓ ਬਣਾਉਣ ਦਾ ਕੋਈ ਮਤਲਬ ਨਹੀਂ ਸੀ ਬਣਦਾ, ਉਹਦਾ ਵੀਡੀਓ ਬਣਾ ਕੇ ਲੈ ਕੇ ਗਿਆ। ਖੈਰ ਉਹਦੇ ਉੱਤੇ ਬਾਅਦ 'ਚ ਆਵਾਂਗੇ। ਪਹਿਲਾਂ ਗੱਲ ਕਰਦੇ ਹਾਂ ਜੀ, ਜੋ ਬਹੁਤ ਜ਼ੋਰ ਦੇ ਨਾਲ ਜਿਹਨਾਂ ਨੇ ਇੰਟਰਵਿਊ ਦਿੱਤੀ, ਬੜੇ ਜੋਸ਼ ਦੇ ਨਾਲ ਕੱਲ੍ਹ ਵੀ ਬੋਲਿਆ, ਸੈਣੀ ਨੂੰ ਚੈਲੰਜ ਕਰਦਾ, ਸੈਣੀ ਨੂੰ ਚੈਲੰਜ ਕਰਦਾ। ਬਹੁਤ ਸੱਚੀ ਸੁੱਚੀ ਰੂਹ। ਸਤਿੰਦਰ ਸਿੰਘ ਮੈਨੇਜਰ ਇਹਨਾਂ ਦੇ, ਲੰਗਰ ਇੰਚਾਰਜ ਨੇ ਅੱਜ ਕੱਲ੍ਹ ਸ਼ਾਇਦ, ਠੀਕ ਹੈ ਜੀ। ਪਹਿਲਾਂ ਆਈ ਥਿੰਕ ਪਟਿਆਲੇ ਵੀ ਸੀ, ਉਸ ਤੋਂ ਬਾਅਦ ਚੰਡੀਗੜ੍ਹ ਰਹੇ ਨੇ 34 'ਚ, ਅਤੇ ਹੁਣ ਦਰਬਾਰ ਸਾਹਿਬ ਹਾਲ ਹੀ 'ਚ ਮਹੀਨਾ ਕੀ ਹੋਇਆ ਸ਼ਾਇਦ ਸ਼ਿਫਟ ਹੋਏ ਨੇ। ਖੈਰ ਸਤਿੰਦਰ ਜੀ, ਤੁਸੀਂ ਬਹੁਤ ਆਪਣੇ ਆਪ ਨੂੰ ਸੱਚੇ ਸੁੱਚੇ ਕਹਿੰਦੇ ਹੋ ਅਤੇ ਮੈਂ ਕੁਝ ਸਵਾਲ ਹੀ ਪੁੱਛ ਰਿਹਾ ਹਾਂ, ਇਹਨਾਂ ਦੇ ਜਵਾਬ ਜ਼ਰੂਰ ਦੇਣਾ। ਅਤੇ ਮੈਂ ਵੀ ਬੇਨਤੀ ਕਰਦਾ ਵੀ ਐਸਜੀਪੀਸੀ ਦਾ ਜਿਹੜਾ ਪਲੇਟਫਾਰਮ ਹੈ ਉਹਨੂੰ ਛੱਡ ਕੇ, ਕਿਉਂਕਿ ਉਹ ਦੇਸ਼ਾਂ ਵਿਦੇਸ਼ਾਂ ਦੀ ਸਾਰੀ ਸੰਗਤ ਦੇਖ ਰਹੀ ਹੈ। ਪ੍ਰੀਤ ਸਿੰਘ ਸੈਣੀ ਦਾ ਪਲੇਟਫਾਰਮ ਸਿੰਗਲ ਆਪਣਾ ਆ, ਇਕੱਲੇ ਦਾ, ਉਹ ਪੂਰੀ ਸੰਗਤ ਦਾ ਸਾਂਝਾ ਪਲੇਟਫਾਰਮ ਨਹੀਂ ਹੈਗਾ। ਇਸ ਕਰਕੇ ਬੈਟਰ ਹੋਊਗਾ ਮੈਨੂੰ ਸਿੱਧਾ ਫੋਨ ਕਰਕੇ ਜਵਾਬ ਦੇ ਦਿਓ, ਜਾਂ ਇਸ ਚੀਜ਼ ਦੀ ਐਕਸਪਲੇਨੇਸ਼ਨ ਤੁਸੀਂ ਕਿਸੇ ਆਪਣੇ ਚੈਨਲ ਤੋਂ ਪਾ ਦਿਓ। ਬਾਕੀ ਤੁਹਾਡੀ ਮਰਜ਼ੀ ਹੈ, ਤੁਸੀਂ ਐਸਜੀਪੀਸੀ 'ਤੇ ਪਾਣੀ ਉਸ 'ਤੇ ਹੀ ਪਾ ਦਿਓ, ਠੀਕ ਹੈ ਜੀ। ਤੁਹਾਨੂੰ ਸਰਵਿਸ ਦੌਰਾਨ ਸਸਪੈਂਡ ਕੀਤਾ ਗਿਆ ਸੀ, ਠੀਕ ਹੈ। ਕੀ ਕੋਈ ਗੁਨਾਹ ਕੀਤਾ ਸੀ ਤੁਸੀਂ ਜਿਹੜਾ ਤੁਹਾਨੂੰ ਸਸਪੈਂਡ ਕੀਤਾ ਗਿਆ ਸੀ, ਠੀਕ ਹੈ, ਜਾਂ ਇਹਨਾਂ ਨੇ ਤੁਹਾਨੂੰ ਨਾਜਾਇਜ਼ ਹੀ ਸਸਪੈਂਡ ਕੀਤਾ ਸੀ? ਬਸ ਇਹੀ ਪੁੱਛ ਰਹੇ, ਮੇਰੇ ਸਵਾਲ ਹੀ ਨੇ ਅੱਜ ਕੁਛ, ਠੀਕ ਹੈ ਜੀ। ਉਹਨਾਂ ਦੇ ਜਵਾਬ। ਪਹਿਲਾ ਸਵਾਲ ਇਹ ਹੈ ਵੀ ਤੁਸੀਂ ਸਸਪੈਂਡ ਕਿਉਂ ਹੋਏ ਸੀ? ਨਾਜਾਇਜ਼ ਹੋਏ ਸੀ ਜਾਂ ਕਿਸੇ ਜਾਇਜ਼ ਰੀਜ਼ਨ ਵਾਸਤੇ ਸਸਪੈਂਡ ਹੋਏ ਸੀ? ਕਿਉਂਕਿ ਮੈਂ ਐਕਸਪਲੇਨ ਜਦੋਂ ਕਰਦਾ ਹਾਂ ਤਾਂ ਫਿਰ ਤੁਹਾਨੂੰ ਲੱਗਦਾ ਵੀ ਸੈਣੀ ਮਤਲਬ ਪੋਤੜੇ ਫੋਲ ਰਿਹਾ ਹੈ, ਬਿਨਾਂ ਮਤਲਬ ਤੋਂ ਡੀਫੇਮ ਕਰ ਰਿਹਾ ਹੈ। ਅੱਜ ਮੈਂ ਕਹਿ ਰਿਹਾ ਤੁਸੀਂ ਬਹੁਤ ਸੱਚੇ ਸੁੱਚੇ ਹੋ, ਠੀਕ ਹੈ। ਚਲੋ ਮੇਰੀਆਂ ਸਾਰੀਆਂ ਗੱਲਾਂ ਤੇ ਮਿੱਟੀ ਪਾਓ। ਉਹ ਤੁਹਾਡਾ ਆਪਣਾ ਇੰਸਪੈਕਟਰ ਤੁਹਾਡੇ ਤੇ ਵੀ ਲਾਲਛਣ ਲਾ ਗਿਆ ਆ, ਠੀਕ ਹੈ, ਉੱਤੇ ਹੀ ਮਿੱਟੀ ਪਾਓ। ਆਹ ਜਿਹੜੇ ਸਵਾਲ ਪੁੱਛ ਰਹੇ ਨੇ, ਗੁਰੂ ਨੂੰ ਹਾਜ਼ਰ ਨਾਜ਼ਰ ਬਣ ਕੇ ਇਹਦਾ ਸਹੀ ਜਵਾਬ ਜ਼ਰੂਰ ਦਿਓ। ਤੁਸੀਂ ਕਈ ਸਾਲ ਇੰਸਪੈਕਟਰ ਰਹੇ ਹੋ, ਠੀਕ ਹੈ ਜੀ, ਡਿਊਟੀ ਕੀਤੀ ਇੰਸਪੈਕਟਰ ਦੀ, ਆਬਜ਼ਰਵ ਫਲਾਈਂਗ ਦੇ ਵਿੱਚ ਹੋਵੋਗੇ ਜਾਂ ਤੁਸੀਂ ਜਿੱਦਾਂ ਇੰਸਪੈਕਟਰ ਬਾਕੀ ਕਰਦੇ ਨੇ ਉੱਦਾਂ ਹੀ, ਠੀਕ ਹੈ। ਉਸ ਸਮੇਂ ਇੱਕ ਜਵਾਹਰ ਸਿੰਘ ਮੈਨੇਜਰ ਹੁੰਦਾ ਸੀ ਤਖਤ ਸ੍ਰੀ ਕੇਸਗੜ੍ਹ ਸਾਹਿਬ ਵੀ, ਉਹ ਕਾਫੀ ਲੰਬਾ ਸਮਾਂ ਰਿਹਾ ਹੈ। ਜੇ ਤੁਸੀਂ ਆਪਣੇ ਆਪ ਨੂੰ ਬਹੁਤ ਹੀ ਜ਼ਿਆਦਾ ਇਮਾਨਦਾਰ ਤੇ ਸੱਚੇ ਸੁੱਚੇ ਸਮਝਦੇ ਹੋ, ਉਸ ਗੁਰੂ ਹਜ਼ੂਰੀ ਵਿੱਚ ਉਸ ਗੁਰੂ ਨੂੰ ਹਾਜ਼ਰ ਨਾਜ਼ਰ ਮੰਨ ਕੇ ਨਾ ਸਹੁੰ ਖਾ ਕੇ ਇਹ ਗੱਲ ਕਿਹੋ ਵੀ ਜਿਹੜਾ ਜਵਾਹਰ ਸਿੰਘ ਸੀਗਾ ਉਹ ਬੜਾ ਸਾਫ਼ ਸੁਥਰਾ ਸੱਚਾ ਸੁੱਚਾ ਬੰਦਾ ਸੀ, ਉਸਨੇ ਕਦੇ ਗੁਰੂ ਘਰ ਦੇ ਵਿੱਚੋਂ 1 ਰੁਪਈਆ ਨਹੀਂ ਚੋਰੀ ਕੀਤਾ, ਠੀਕ ਹੈ ਜੀ। ਯਾਦ ਰੱਖਿਓ, ਇਹ ਤੁਸੀਂ ਦੱਸਣਾ ਆ ਵੀ ਜਵਾਹਰ ਸਿੰਘ ਨੇ ਕਦੇ ਮਤਲਬ ਬਿਲਕੁਲ ਸਾਫ਼ ਸੁਥਰਾ ਚੰਗਾ ਬੰਦਾ ਸੀ, ਜਿਹਨੇ ਕਦੇ 1 ਪੈਸੇ ਦੀ ਹੇਰਾ ਫੇਰੀ ਨਹੀਂ ਕੀਤੀ। ਖੈਰ ਸੰਗਤ ਜੀ, ਉਹਦਾ ਮੈਂ ਤੁਹਾਨੂੰ ਥੋੜ੍ਹਾ ਜਿਹਾ ਕਿਰਦਾਰ ਦੱਸਦਾ। ਜਵਾਹਰ ਸਿੰਘ ਇੱਕ ਅਜਿਹਾ ਬੰਦਾ ਸੀ ਮੈਨੇਜਰ, ਜਿਸ ਤੋਂ ਸਾਰੀ ਐਸਜੀਪੀਸੀ ਥਰ ਕੰਬਦੀ ਸੀ। ਲੱਖਾਂ ਕਰੋੜਾਂ ਦੇ ਘਪਲੇ ਕਰਨ ਵਾਲਾ ਇਹ ਬੰਦਾ ਜਦੋਂ ਸੀ, ਉਸ ਵੇਲੇ ਸਾਡੇ ਸਤਿੰਦਰ ਸਿੰਘ ਜੀ ਇੰਸਪੈਕਟਰ ਹੁੰਦੇ ਸੀ, ਪਰ ਇਹਨਾਂ ਨੇ ਹਮੇਸ਼ਾ ਆਪਣੀਆਂ ਅੱਖਾਂ ਬੰਦ ਰੱਖੀਆਂ। ਹੁਣ ਇਹ ਜ਼ਰੂਰ ਮੈਨੂੰ ਦੱਸਣ ਕਿ ਅੱਖਾਂ ਬੰਦ ਕਿਉਂ ਰੱਖੀਆਂ? ਮੈਂ ਮਤਲਬ ਸਵਾਲ ਹੀ ਨੇ ਮੇਰੇ, ਜਵਾਬ ਤੁਸੀਂ ਦੇਣੇ ਆ। ਜਾਂ ਦੱਸ ਦਿਓ ਵੀ ਉਹ ਬੰਦਾ ਕੁਛ ਕਰਦਾ ਹੀ ਨਹੀਂ ਸੀ, ਤੁਹਾਡੀ ਬਹੁਤ ਡਿਊਟੀ ਲੱਗੀ ਵੀ ਉਹ ਬੰਦਾ ਬਿਲਕੁਲ ਸਾਫ਼ ਸੁਥਰਾ ਸੀ। ਤੇ ਤੁਹਾਡੇ ਸਾਹਮਣੇ ਸਤਿੰਦਰ ਜੀ, ਮੈਂ ਅਗਰ ਤੁਹਾਨੂੰ ਬੁਰਾ ਲੱਗਦਾ ਤਾਂ ਮੈਂ ਸਿਰਫ ਇੱਕ ਐਗਜ਼ਾਮਪਲ ਦਊਂਗਾ, ਜਵਾਹਰ ਦੀ ਐਗਜ਼ਾਮਪਲ ਤੁਹਾਡੇ ਸਾਹਮਣੇ। ਸੰਗਤ ਜੀ, ਗੁਰੂ ਘਰ ਦੀ ਗੋਲਕ ਦੇ ਵਿੱਚੋਂ ਲੱਖਾਂ ਕਰੋੜਾਂ ਰੁਪਈਆ ਖਾਣ ਵਾਲਾ, ਉਹਦਾ ਅੰਤ ਇੰਨਾ ਕੀ ਮਾੜਾ ਹੋਇਆ ਸੀ ਨਾ, ਇਹਨਾਂ ਨੂੰ ਪਤਾ ਹੋਊਗਾ।
ਉਹਨੂੰ ਪਹਿਲਾਂ ਸ਼ੂਗਰ ਹੋਈ, ਫਿਰ ਇੱਕ ਜ਼ਖਮ ਹੋਇਆ, ਉਹ ਜ਼ਖਮ ਇੰਨਾ ਵਧੀਆ ਕੈਂਸਰ ਬਣ ਗਿਆ ਤੇ ਉਸ ਤੋਂ ਬਾਅਦ ਕੈਂਸਰ ਦੇ ਨਾਲ ਉਹਦੀ ਮੌਤ ਹੋਈ। ਗੁਰੂ ਘਰ ਦਾ ਪੈਸਾ ਇਹ ਕਿੱਥੋਂ ਕੱਢ ਲੈਣਗੇ? ਜੇ ਮੈਂ ਗਲਤ ਹੋਵਾਂ ਤਾਂ ਵੀ ਮੈਨੂੰ ਦੱਸ ਦੇਣਾ ਕਿ ਹਾਂ ਸੈਣੀ ਗਲਤ ਹੈ, ਗਲਤ ਬੋਲ ਰਿਹਾ ਹੈ, ਠੀਕ ਹੈ। ਉਸ ਤੋਂ ਇਲਾਵਾ ਅੱਗੇ ਆ ਜਾਓ, ਤੁਸੀਂ ਇੰਸਪੈਕਟਰ ਕਿੰਨਾ ਚਿਰ ਰਹੇ ਹੋ ਤੇ ਤੁਸੀਂ ਅੱਜ ਤੱਕ ਉਹ ਇੰਸਪੈਕਟਰ ਹੋਣ ਦੇ ਦੌਰਾਨ ਕਿੰਨੇ ਕੀ ਘਪਲੇ ਫੜੇ ਨੇ, ਉਹ ਪਲੀਜ਼ ਜਨਤਕ ਕਰਿਓ, ਜੱਗ ਜ਼ਾਹਿਰ ਕਰਿਓ, ਠੀਕ ਹੈ ਜੀ। ਇੰਸਪੈਕਟਰੀ ਦੇ ਦੌਰਾਨ ਜਿੰਨੇ ਵੀ ਸਾਲ ਤੁਸੀਂ ਰਹੇ ਹੋ, 2 ਸਾਲ 4 ਸਾਲ 5 ਸਾਲ 10 ਸਾਲ, ਕਿੰਨੇ ਘਪਲੇ ਐਸਜੀਪੀਸੀ ਦੇ ਫੜੇ ਆ, ਉਹ ਜ਼ਰੂਰ ਦਿਖਾਇਓ, ਠੀਕ ਹੈ। ਤੇ ਫਿਰ ਇਹ ਵੀ ਦੱਸਿਓ ਜੇ ਕੋਈ ਘਪਲਾ ਨਹੀਂ ਫੜਿਆ, ਇਹ 2-4 ਹੀ ਗਿਣਤੀ ਦੇ ਫੜੇ ਆ, ਵੀ ਐਸਜੀਪੀਸੀ ਉਸ ਵੇਲੇ ਬਿਲਕੁਲ ਦੁੱਧ ਧੋਤੀ ਸੀ। ਅੱਜ ਜਿੰਨੇ ਘਪਲੇ ਤੁਹਾਡੇ ਸਾਹਮਣੇ ਆ ਰਹੇ ਹੈ, ਤੁਸੀਂ ਉਹਨਾਂ ਉੱਤੇ ਬਿਲਕੁਲ ਨਹੀਂ ਬੋਲਿਆ। ਤੁਹਾਡੇ ਉੱਤੇ ਛਿੱਟਾਕਸ਼ੀ ਅਗਰ ਹੋਈ ਆ ਜਾਂ ਤੁਹਾਡੇ ਉੱਤੇ ਕਿਸੇ ਨੇ ਇਲਜ਼ਾਮ ਕੀਤਾ ਆ ਤਾਂ ਤੁਸੀਂ ਉਹਦੀਆਂ ਸਫਾਈਆਂ ਦੇਣ ਵਾਸਤੇ ਆ ਗਏ ਹੋ। ਤਾਂ ਹੁਣ ਮੈਨੂੰ ਇਹਦੀ ਵੀ ਸਫਾਈ ਦਿਓ ਵੀ ਜਦੋਂ ਤੁਸੀਂ ਇੰਸਪੈਕਟਰ ਸੀਗੇ ਉਦੋਂ ਤੁਸੀਂ ਕਿੰਨੇ ਕੀ ਘਪਲੇ ਫੜੇ ਜਾਂ ਕਿੰਨੇ ਕੀ ਕਰਪਟ ਬੰਦੇ ਫੜੇ, ਜਾਂ ਉਦੋਂ ਸਾਰੀ ਐਸਜੀਪੀਸੀ ਦੁੱਧ ਧੋਤੀ ਸੀ, ਉਦੋਂ ਘਪਲੇ ਹੁੰਦੇ ਹੀ ਨਹੀਂ ਸੀ। ਇਹ ਚੀਜ਼ਾਂ ਪਲੀਜ਼ ਜੱਗ ਜ਼ਾਹਿਰ ਕਰਿਓ। ਤੁਸੀਂ ਆਪਣੇ ਉੱਤੇ ਸਫਾਈ ਦੇਣ ਆ ਗਏ ਹੋ, ਮੈਨੂੰ ਇਹ ਦੱਸੋ ਅੱਜ ਤੱਕ 328 ਸਰੂਪਾਂ ਤੇ ਕਿਉਂ ਨਹੀਂ ਬੋਲੇ, ਠੀਕ ਹੈ। ਲੰਗਰ ਦੀ ਜੂੜ ਦੇ ਉੱਤੇ ਕਿਉਂ ਨਹੀਂ ਬੋਲੇ, ਲੱਕੜਾਂ ਦੇ ਉੱਤੇ ਕਿਉਂ ਨਹੀਂ ਬੋਲੇ, ਡੂਨਿਆਂ ਤੇ ਕਿਉਂ ਨਹੀਂ ਬੋਲੇ, ਝੋਨਾ, ਆਟਾ, ਘਿਓ, ਦਾਲਾਂ, ਚੰਦੋਏ, ਰੁਮਾਲੇ, ਜ਼ਮੀਨਾਂ ਦੇ ਠੇਕੇ, ਉਹਨਾਂ ਦੇ ਪਟੇ ਜਿਹੜੇ ਦੂਜਿਆਂ ਮਤਲਬ ਆਪਣੇ ਬੰਦਿਆਂ ਦੇ ਚਾੜੇ ਹੋਏ ਆ, ਉਹਨਾਂ ਦੇ ਉੱਤੇ ਕਿਉਂ ਨਹੀਂ ਬੋਲੇ। ਇੱਕ ਟੱਬਰ ਦੇ ਕਿੰਨੇ ਕਿੰਨੇ ਜੀ ਕੰਮ ਕਰਦੇ ਆ, ਉਹਨਾਂ ਤੇ ਕਿਉਂ ਨਹੀਂ ਬੋਲੇ। ਮੇਰੇ ਮੇਨ ਸਵਾਲ ਤਾਂ ਇਹ ਨੇ। ਇਹਨਾਂ ਸਵਾਲਾਂ ਦੇ ਉੱਤੇ ਐਸਜੀਪੀਸੀ ਦਾ ਕੋਈ ਵੀ ਬੰਦਾ ਅੱਜ ਤੱਕ ਸਾਹਮਣੇ ਆ ਕੇ ਜਵਾਬ ਕਿਉਂ ਨਹੀਂ ਦੇ ਸਕਿਆ। ਐਸਜੀਪੀਸੀ ਪ੍ਰਧਾਨ ਨੂੰ ਤੁਸੀਂ ਕਹਿੰਦੇ ਹੋ ਧਾਮੀ ਸਾਹਿਬ ਨੂੰ ਤਾਂ ਬਾਰ-ਬਾਰ ਸੈਣੀ ਟਾਰਗੇਟ ਕਰਦਾ, ਬਾਰ-ਬਾਰ ਸੈਣੀ ਟਾਰਗੇਟ ਕਰਦਾ। ਓਕੇ ਕਰੂੰਗਾ ਉਹਨਾਂ ਨੂੰ, ਕਿਉਂਕਿ ਉਹ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਨੇ, ਉਹਨਾਂ ਤੋਂ ਹੀ ਸਵਾਲ ਪੁੱਛੇ ਜਾਣਗੇ। ਹੋਰ ਕਿੱਥੋਂ ਪੁੱਛਾਂ, ਤੁਸੀਂ ਦੱਸ ਦਿਓ। ਉਹਦੇ ਉੱਤੇ ਕੋਈ ਹੋਰ ਹੈ ਵੈਸੇ ਪਤਾ ਆ ਤਾਂ ਜਾਂ ਤਾਂ ਸਿੱਧਾ ਇਹ ਕਹਿ ਦਿਓ ਨਾ ਵੀ ਅਸੀਂ ਕੁਝ ਨਹੀਂ ਕਰ ਸਕਦੇ, ਬਾਦਲ ਸਾਹਿਬ ਨੂੰ ਪੁੱਛ ਲਓ, ਅਸੀਂ ਉਹਨਾਂ ਤੋਂ ਪੁੱਛ ਲੈਂਦੇ ਹਾਂ ਫਿਰ ਸਵਾਲ। ਤੁਸੀਂ ਇੱਕ ਵਾਰ ਦੱਸੋ ਸੀ ਨਾ ਬਾਗਡੋਰ ਤੁਹਾਡੇ ਹੱਥ 'ਚ ਨਹੀਂ ਹੈ। ਇਹਨਾਂ ਸਵਾਲਾਂ ਦੇ ਜਵਾਬ ਕੌਣ ਦਊਗਾ? ਆਪਣੇ ਆਪਣੇ ਪੋਤੜੇ ਸਾਫ਼ ਕਰਨ ਵਾਸਤੇ ਤੁਸੀਂ ਸਾਹਮਣੇ ਆ ਜਾਂਦੇ ਹੋ ਵੀ ਮੈਨੂੰ ਸੈਣੀ ਮੈਨੂੰ ਬਿੱਲ ਦਿਖਾਵੇ, ਸੈਣੀ ਮੈਨੂੰ ਇਹ ਦਿਖਾਵੇ। ਵਿਅਕਤੀ ਵਿਸ਼ੇਸ਼ ਦੀ ਗੱਲ ਨਹੀਂ, ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਬੰਧਾਂ ਦੀ ਗੱਲ ਚੱਲ ਰਹੀ ਹੈ, ਉਹਦੇ ਵਿੱਚ ਆਈਆਂ ਗਰਾਵਟਾਂ ਦੀ ਗੱਲ ਚੱਲ ਰਹੀ ਹੈ, ਉਹਦੇ ਉੱਤੇ ਜਵਾਬਦਾਰੀ ਕੌਣ ਦਊਗਾ? ਆਪਣੇ ਆਪਣੇ ਤੁਸੀਂ ਮਤਲਬ ਰੋਣੇ ਲੈ ਕੇ ਬਹਿ ਜਾਓ, ਮੈਨੂੰ ਇਹ ਕਰਤਾ, ਉਹਨੂੰ ਇਹ ਕਰਤਾ, ਸੈਣੀ ਨੇ ਧਾਰਮਿਕ ਭਾਵਨਾਵਾਂ ਆਹਤ ਕਰਤੀਆਂ, 295 ਇਹ ਲਾਓ, ਜਵਾਬ ਦਿਓ। 295 ਇਹ ਤਾਂ ਤੁਸੀਂ ਜਿਹੜਾ ਸਪੋਕਸਮੈਨ ਦਾ ਆਨਰ ਹੈ 2010 ਚ ਉਹਦੇ ਉੱਤੇ ਵੀ ਲਾਈ ਸੀ, ਸਿੰਦਰ ਸਿੰਘ ਆਈ ਥਿੰਕ ਨਾਮ ਉਹਦਾ। 295 2010 ਤੇ ਉੱਤੇ ਵੀ ਲਾਈ ਸੀ, ਉਹਦਾ ਕੀ ਕੀਤਾ? ਕੱਢ ਲਿਓ ਫਾਈਲਾਂ ਉਹ ਵੀ। 295 ਮੈਨੂੰ ਕੋਈ ਫਰਕ ਨਹੀਂ ਪੈਂਦਾ, 295 ਲਾਓ, ਗੋਲੀ ਮਰਵਾਓ, ਪਰ ਆ ਜਿਹੜੇ ਸਵਾਲ ਨੇ ਇਹਨਾਂ ਦੇ ਜਵਾਬ ਤੁਹਾਨੂੰ ਦੇਣੇ ਪੈਣੇ ਨੇ। ਕਰੋੜਾਂ ਰੁਪਈਆ ਕਿੱਥੇ ਗਿਆ? ਤੇ ਪਿਛਲੇ ਸਾਲ ਦੇ ਜਿਹੜੇ ਤੁਸੀਂ ਆਡਿਟ ਕੀਤਾ ਉਹਦੇ ਵਿੱਚ ਜਿੰਨੀਆਂ ਐਫਡੀਆਂ ਨੇ, ਐਫਡੀਆਂ ਦਾ ਵੇਰਵਾ ਕਿਉਂ ਨਹੀਂ ਪਾਇਆ? ਉਹਦਾ ਇੰਟਰਸਟ ਕਿੱਥੇ ਜਾ ਰਿਹਾ ਆ? ਦੱਸੋਗੇ ਸੰਗਤ ਜੀ? ਪਿਛਲੇ ਸਾਲ ਦੇ ਆਡਿਟ ਦੇ ਵਿੱਚ ਐਫਡੀਆਂ ਦਾ ਵੇਰਵਾ ਹੀ ਹੈ ਨਹੀਂਗਾ, ਠੀਕ ਹੈ ਜੀ। ਤਕਰੀਬਨ ਅਗਰ ਮੈਂ ਗਲਤ ਨਹੀਂ ਹੈਗਾ ਤੇ 600-700-800 ਕਰੋੜ ਦੇ ਨੇੜੇ ਦੀਆਂ ਐਫਡੀਆਂ ਨੇ, ਜਿਨ੍ਹਾਂ ਦਾ ਬੀਤੇ ਕੁਝ ਸਾਲਾਂ ਦੇ ਵਿੱਚ ਵਿਆਜ ਦਰ ਲਗਾਤਾਰ ਥੱਲੇ 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 ਆ ਰਹੀ ਹੈ। ਕਿਉਂ ਆ ਰਹੀ ਹੈ? ਉਹਦਾ ਵੇਰਵਾ ਕੌਣ ਦਊਗਾ? ਕਿੱਥੋਂ ਜਾ ਕੇ ਪੁੱਛੀਏ ਅਸੀਂ? ਤੁਹਾਡੀ ਆਪਣੀ ਪਰਸਨਲ ਪ੍ਰਾਪਰਟੀ ਹੈ, ਜੱਦੀ ਜ਼ਮੀਨ ਹੈ, ਤੁਸੀਂ ਆਪਣੀਆਂ ਕਮਾਈਆਂ ਐਫਡੀ 'ਚ ਪਾਈਆਂ ਆ, ਫੇਰ ਤੁਸੀਂ ਰੋਨੇ ਹੋ ਵੀ ਅਸੀਂ ਬਹੁਤ ਕੁਝ ਕਰ ਰਹੇ ਹਾਂ ਜੀ ਕੌਮ ਵਾਸਤੇ। ਸਕੂਲਾਂ ਕਾਲਜਾਂ ਦੀਆਂ 2-2 ਮਹੀਨੇ ਦੀਆਂ ਤਨਖਾਹਾਂ ਰੁਕੀਆਂ ਨੇ, ਤੁਹਾਨੂੰ ਖੁੱਲੇ ਗੱਫੇ ਮਿਲ ਰਹੇ ਨੇ, ਤਨਖਾਹਾਂ ਲੈ ਰਹੀਆਂ ਆਉਂਦੀਆਂ ਨੇ, ਲੰਗਰ ਚੋਂ ਲਹਿਦਾ ਖਾ ਲਓ, ਰਾਸ਼ਨ ਚੋਂ ਲਹਿਦਾ ਖਾ ਲਓ, ਆਟੇ ਚੋਂ ਲਹਿਦਾ ਖਾ ਲਓ, ਠੀਕ ਹੈ। ਜ਼ਮੀਨਾਂ ਚੋਂ ਝੋਨਾ ਨਿਕਲਦਾ ਉਹ ਚੋਂ ਲਹਿਦਾ ਖਾ ਲਓ, ਕਣਕ ਚੋਂ ਲਹਿਦਾ ਖਾ ਲਓ। ਫਿਰ ਜਵਾਬਦਾਰੀ ਇਹਨਾਂ ਤੇ ਦੇਣ ਉੱਤੇ ਤੁਹਾਨੂੰ ਮੌਤ ਪੈ ਜਾਂਦੀ ਹੈ। ਰਣਜੀਤ ਸਿੰਘ ਉੱਤੇ ਕੋਈ ਕਿਉਂ ਨਹੀਂ ਬੋਲਿਆ? ਗੁਰਾਂ ਤੇ ਕੋਈ ਕਿਉਂ ਨਹੀਂ ਬੋਲਿਆ? ਬੋਲੋ। ਨੱਥੇ ਤੇ ਕੋਈ ਕਿਉਂ ਨਹੀਂ ਬੋਲਿਆ? ਹਰਜੀਤ ਕੌਰ ਤੇ ਕੋਈ ਕਿਉਂ ਨਹੀਂ ਬੋਲਿਆ? ਕਰਪਟ ਬੰਦੇ ਨੂੰ ਤਾਂ ਲੁਕੋ ਕੇ ਬੁੱਕਲ ਦੇ ਵਿੱਚ ਰੱਖੋ ਤੁਸੀਂ, ਵੀ ਉਹਨਾਂ ਤੇ ਨਹੀਂ ਬੋਲਣਾ। ਪ੍ਰਤਾਪ ਸਿੰਘ ਤੇ ਕਿਉਂ ਨਹੀਂ ਬੋਲਿਆ? ਨਹੀਂ ਖਾਂਦਾ ਫੀਮ, ਬੋਲੋ। ਬਕਵਾਸ ਕਰਦੇ ਨੇ ਬਿਨਾਂ ਮਤਲਬ ਤੋਂ। ਮਤਲਬ ਤੁਸੀਂ ਗੋਂਗਲਾਂ ਤੋਂ ਇੱਥੇ ਵੀ ਤੁਸੀਂ ਮੇਰੇ ਸਵਾਲਾਂ ਦੇ ਨਾਲ ਵੀ ਗੋਂਗਲਾਂ ਤੋਂ ਮਿੱਟੀ ਝਾੜ ਰਹੇ ਹੋ, ਸੰਗਤ ਦੀਆਂ ਅੱਖਾਂ 'ਚ ਘੱਟਾ ਪਾਉਣ ਦੀ ਕੋਸ਼ਿਸ਼ ਕਰ ਰਹੇ ਹੋ। ਘੱਟਾ ਮੈਂ ਪੈਣ ਨਹੀਂ ਦਿੰਦਾ। ਦੱਬਣ ਦੀ ਕੋਸ਼ਿਸ਼ ਕਰੋਗੇ, ਦੱਬਦਾ ਵੀ ਨਹੀਂ। ਜ਼ੁਬਾਨ ਬੰਦ ਕਰਵਾ ਸਕਦੇ ਹੋ, ਜ਼ੋਰ ਲਾ ਲਓ, ਕਰਵਾ ਲਓ। ਖੈਰ ਸੰਗਤ ਜੀ ਛੱਡੋ, ਇਹਨਾਂ ਦਾ ਤਾਂ ਇਹ ਚੀਜ਼ ਚੱਲਦੀ ਰਹਿਣੀ ਆ। ਇਹਨਾਂ ਨੇ ਇੱਕ ਸਿੱਖ ਚਿੰਤਕ ਤਲਵਿੰਦਰ ਸਿੰਘ ਬੁੱਟਰ, ਠੀਕ ਹੈ ਜੀ, ਉਹਨਾਂ ਦੇ ਨਾਲ ਇੰਟਰਵਿਊ ਕੀਤੀ ਥੋੜੀ ਜੀ। ਉਹਦੀ ਵੀ ਮੈਂ ਮਤਲਬ ਪਹਿਲਾ ਹੀ ਸਵਾਲ ਤੇ ਪਹਿਲਾ ਹੀ ਜਵਾਬ ਉਹਦਾ, ਬਹੁਤ ਲੰਬੀ 1 ਘੰਟੇ ਦੀ ਇੰਟਰਵਿਊ ਆ। ਮੈਨੂੰ ਪਹਿਲੇ ਸਵਾਲ ਤੇ ਪਹਿਲੇ ਜਵਾਬ ਦੇ ਵਿੱਚ ਹੀ ਮੈਂ ਕਾਂਟਾ ਮਾਰਤਾ ਵੀ ਜਿੱਦਾਂ ਮਤਲਬ ਉਹ ਜਿਹੜੇ 1100 ਪੰਨਿਆਂ ਦੀ ਇੱਛਰ ਸਿੰਘ ਦੀ ਰਿਪੋਰਟ ਸੀ ਨਾ, ਉਹ ਮੈਂ ਸਿਰੇ ਤੋਂ ਸਿਰੇ ਤੱਕ ਖਾਰਜ ਕਰਤੀ ਸੀ। ਉਦਾਂ ਹੀ ਇਹ ਇੰਟਰਵਿਊ ਵੀ ਮੈਂ ਸਿਰੇ ਤੋਂ ਸਿਰੇ ਤੱਕ ਖਾਰਜ ਕਰਤੀ, ਕਿਉਂਕਿ ਉਸ ਦੇ ਵਿੱਚ ਪਹਿਲਾ ਸਵਾਲ ਤੇ ਪਹਿਲਾ ਹੀ ਜਵਾਬ
ਇਦਾਂ ਦਾ ਸੀ ਜਿਹਦੇ ਵਿੱਚ ਕੋਈ ਸੱਚਾਈ ਹੀ ਨਹੀਂ ਸੀ। ਮੈਂ ਪਹਿਲਾ ਸਵਾਲ ਤੇ ਪਹਿਲਾ ਜਵਾਬ ਕਰ ਦਿੰਦਾ, ਤੁਹਾਡੇ ਵਿੱਚੋਂ ਕਿਸੇ ਦੀ ਇੱਛਾ ਹੋ ਜਾ ਕੇ ਉਹ ਦੇਖ ਲਿਓ, ਐਕਸਪਲੇਨੇਸ਼ਨ ਬਾਕੀ ਮੈਂ ਦੇ ਦਿੰਦਾ ਆ। ਤੇ ਮੈਨੂੰ ਉਹੀ ਲੱਗਦਾ ਵੀ ਸਿੱਖ ਬੁੱਧੀਜੀਵੀ ਜਿਹੜੇ ਇਹ ਬਿਠਾਉਂਦੇ ਨੇ ਵੀ ਉਹ ਇਹਨਾਂ ਦੇ ਕਾਲਜਾਂ ਜਾਂ ਇਹਨਾਂ ਦੇ ਸਕੂਲਾਂ ਤੋਂ ਪੜ੍ਹੇ ਹੋਏ ਨੇ, ਤੇ ਕਿਉਂਕਿ ਸਿੱਖ ਇਤਿਹਾਸ ਬਾਰੇ ਉਹਨਾਂ ਨੂੰ ਕੋਈ ਇੰਨਾ ਜ਼ਿਆਦਾ ਗੂੜ ਗਿਆਨ ਹੈ ਨਹੀਂਗਾ। ਉਹ ਉਹਨਾਂ ਲੋਕਾਂ ਨੂੰ ਸਾਡੇ ਆਈਡਲ ਜਾਂ ਉਹਨਾਂ ਲੋਕਾਂ ਨੂੰ ਕੌਮੀ ਯੋਧੇ ਦੱਸ ਰਹੇ ਨੇ, ਕੌਮ ਵਾਸਤੇ ਇਹਨਾਂ ਨੇ ਇਹ ਕੀਤਾ ਜਿਹਨਾਂ ਨੇ ਸਭ ਤੋਂ ਵੱਧ ਬੇੜਾ ਬਿਠਾਇਆ ਕੌਮ ਦਾ। ਠੀਕ ਹੈ ਜੀ, ਖੈਰ ਆਨੇ ਆ। ਪਹਿਲਾ ਸਵਾਲ ਇਹਨਾਂ ਦੇ ਐਂਕਰ ਦਾ ਸੀਗਾ ਕਿ ਬੁੱਟਰ ਸਾਹਿਬ ਇੰਜ ਲੱਗਦਾ ਹੈ ਕਿ ਸ਼੍ਰੋਮਣੀ ਕਮੇਟੀ ਭਾਵੇਂ ਹੁਣ ਸੋਨੇ ਦੀ ਵੀ ਹੋ ਜਾਵੇ ਪਰ ਉਸ ਦਾ ਵਸਾਹ ਨਹੀਂ ਕਰਦੇ ਲੋਕੀ। ਕਿਉਂ ਵਸਾਹ ਕਰਨਗੇ? ਮੈਂ ਹੀ ਜਵਾਬ ਦੇ ਦਿੰਦਾ, ਤੁਹਾਡੀਆਂ ਕਰਤੂਤਾਂ ਜੱਗ ਜ਼ਾਹਿਰ ਹੈ ਕੀ ਤੁਹਾਡਾ ਵਸਾਹ ਕਰਨਗੇ। ਸੋਨੇ ਦੇ ਲੈਂਪ ਤੱਕ ਦਾ ਤੁਸੀਂ ਖਾ ਗਏ, ਦਰਸ਼ਨੀ ਦੀ ਜੋੜੀ ਦੇ ਦਰਵਾਜ਼ੇ, ਸੋਮਨਾਥ ਦੇ ਦਰਵਾਜ਼ੇ, ਉਸ ਤੋਂ ਬਾਅਦ ਹੋਰ ਪਤਾ ਨਹੀਂ ਕਿੰਨੀਆਂ ਚੀਜ਼ਾਂ ਜਿਹੜੀਆਂ ਤੁਹਾਨੂੰ ਗਿਣਾ ਦਿੱਤੀਆਂ ਔਨ ਟਿਪਸ, 7 ਕਿਲੋ ਸੋਨਾ, ਉਹ ਸਭ ਖਾ ਗਏ। ਤਾਂ ਹੁਣ ਚਾਹੇ ਤੁਸੀਂ ਸ਼੍ਰੋਮਣੀ ਕਮੇਟੀ ਰਿਸਪੈਕਟਫੁਲ ਪਲੇਸ ਹੈਗੀ ਆ, ਠੀਕ ਹੈ, ਉਹ ਇੱਕ ਅਦਾਰਾ ਰਿਸਪੈਕਟਫੁਲ ਹੈਗਾ ਆ, ਉਹ ਰਹੂਗਾ, ਪਰ ਤੁਸੀਂ ਜਿਹੜਾ ਸਪੈਸ਼ਲ ਗਰੁੱਪ ਆਫ ਪ੍ਰੋਫੈਸ਼ਨਲ ਕ੍ਰਿਮੀਨਲਸ ਦਾ ਇੱਕ ਅਦਾਰਾ ਬਣਾ ਲਿਆ ਨਾ, ਉਸ ਕਮੇਟੀ ਤੇ ਮਿੱਟੀ ਪਾ ਕੇ ਉਹਦੀ ਇੱਜ਼ਤ ਕੋਈ ਨਹੀਂ ਕਰਦਾ। ਜਿਹੜੀ ਸ਼ਹੀਦਾਂ ਦਾ ਖੂਨ ਡੁੱਲਣ ਤੇ ਬਾਪੂ ਖੜਕ ਸਿੰਘ ਵਾਲੀ ਹੈਗੀ ਹੈ, ਉਹਦੀ ਇੱਜ਼ਤ ਅਸੀਂ ਅੱਜ ਵੀ ਕਰਦੇ ਹਾਂ ਤੇ ਦਿਲੋਂ ਕਰਦੇ ਹਾਂ। ਉਹੀ ਚਾਹੁੰਦੇ ਹਾਂ ਵੀ ਆਹ ਗੰਦ ਹੁਣ ਝਾੜੂ ਮਾਰ ਕੇ ਸਾਫ਼ ਕਰਕੇ ਤੇ ਇੱਕ ਵਾਰ ਫੇਰ ਤੋਂ ਨਿਖਾਰ ਕੇ ਉਹ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਸਾਹਮਣੇ ਸੰਗਤ ਦੇ ਲਿਆਂਦੀ ਜਾਵੇ, ਜੋ ਆਪਣੇ ਪ੍ਰਬੰਧ ਚੰਗੀ ਤਰ੍ਹਾਂ ਸਾਂਭ ਸਕੇ, ਕਿਸੇ ਦੀ ਜੁੱਤੀ 'ਚ ਪਾਣੀ ਨਾ ਪੀਂਦੀ ਹੋਵੇ। ਠੀਕ ਹੈ ਜੀ, ਖੈਰ ਅੱਗੇ ਇਹਨਾਂ ਦੇ ਜਿਹੜੇ ਮਹਾਸ਼ੇ ਬੁੱਧੀਜੀਵੀ ਆਏ ਸੀ, ਉਹਨਾਂ ਦਾ ਜਵਾਬ ਜਿਹੜਾ ਸੀਗਾ ਉਹ ਸੁਣ ਲਓ ਜੀ। ਕਹਿੰਦੇ ਸ਼੍ਰੋਮਣੀ ਕਮੇਟੀ ਆਪਣੇ ਧਰਮ ਦੇ ਖੇਤਰ ਦੇ ਵਿੱਚ ਬਹੁਤ ਪ੍ਰਚਾਰ ਕਰ ਰਹੀ ਹੈ, ਪੜ੍ਹਾਈ ਵਿੱਚ ਵੀ ਕਰੋੜਾਂ ਦਾ ਸਕਾਲਰਸ਼ਿਪ ਦੇ ਰਹੀ ਹੈ ਸ਼੍ਰੋਮਣੀ ਕਮੇਟੀ। ਠੀਕ ਹੈ ਜੀ, ਉਸ ਤੋਂ ਇਲਾਵਾ ਸੈਂਕੜੇ ਸਕੂਲ ਕਾਲਜਾਂ ਵਿੱਚ ਤੇ ਬਾਹਰ ਵੀ ਖੁੱਲ੍ਹੇ ਹੋਏ ਸੈਂਕੜਾ ਸਕੂਲ ਕਾਲਜ ਨੇ, ਮਤਲਬ ਜਿਨ੍ਹਾਂ ਦੇ ਵਿੱਚ ਇਹ ਸਿੱਖਿਆ ਦੇ ਰਹੇ ਨੇ, ਸਿੱਖਿਆ ਵਿਦਿਅਕ ਅਦਾਰੇ ਜਿਹੜੇ ਨੇ। ਹੁਣ ਤਾਂ ਸ਼੍ਰੋਮਣੀ ਕਮੇਟੀ ਨੇ ਸਿਵਲ ਸਰਵਿਸਿਜ਼ ਦੀ ਕੋਚਿੰਗ ਵੀ ਸ਼ੁਰੂ ਕਰ ਦਿੱਤੀ ਹੈ, ਪਰ ਫਿਰ ਵੀ ਸ਼੍ਰੋਮਣੀ ਕਮੇਟੀ ਉੱਤੇ ਸਵਾਲ ਚੁੱਕੇ ਜਾ ਰਹੇ ਨੇ। ਕਿਉਂ ਚੁੱਕੇ ਜਾ ਰਹੇ ਨੇ? ਮੈਨੂੰ ਇਹ ਦੱਸ ਦਿਓ ਕਿ ਸਿਵਲ ਸਰਵਿਸਿਜ਼ ਦੇ ਵਿੱਚ ਤੁਸੀਂ ਕਿਹੜੀਆਂ ਸੇਵਾਵਾਂ ਸ਼ੁਰੂ ਕੀਤੀਆਂ ਨੇ ਤੇ ਕਿੰਨੇ ਬੱਚਿਆਂ ਨੂੰ ਤੁਸੀਂ ਬੁਲਾਇਆ ਹੈ, ਬਿਨਾਂ ਰਿਸ਼ਵਤ ਤੋਂ ਕਿੰਨੇ ਬੱਚੇ ਤੁਸੀਂ ਦਿੱਤੇ, ਸਕਾਲਰਸ਼ਿਪ ਕਿਹਨਾਂ ਨੂੰ ਦਿੱਤੀ ਹੈ। ਤੇ ਅਜਿਹੇ ਮਤਲਬ ਵਿਦਿਅਕ ਅਦਾਰਿਆਂ ਦੇ ਵਿੱਚ ਬੱਚਿਆਂ ਨੂੰ ਵਿੱਦਿਆ ਲੈਣ ਦਾ ਕੀ ਫਾਇਦਾ ਜਾਂ ਸਕਾਲਰਸ਼ਿਪਸ ਦਾ ਕੀ ਫਾਇਦਾ, ਜਿਹੜਾ ਵਿਦਿਅਕ ਅਦਾਰਾ ਇੱਕ ਮਤਲਬ ਧਾਰਮਿਕ ਸੰਸਥਾ ਸਾਡੀ, ਠੀਕ ਹੈ, ਉਹਦੇ ਅਧੀਨ ਚੱਲ ਰਿਹਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ, ਪੰਥਕ ਜਮਾਤ, ਸਾਡੇ ਪੰਥ ਨੂੰ ਰਿਪਰੈਜ਼ੈਂਟ ਕਰਦੀ ਹੋਈ ਸੰਸਥਾ, ਉਹਦੇ ਅਧੀਨ ਚੱਲ ਰਹੇ 31 38 ਤੁਹਾਡੇ ਕਾਲਜ ਜਾਂ ਬਾਕੀ ਜਿੰਨੇ ਸਕੂਲ ਹੈਗੇ ਨੇ, ਉਹਨਾਂ ਦਾ ਕੀ ਫਾਇਦਾ? ਉਹਨਾਂ ਦੇ ਵਿੱਚ ਮਤਲਬ ਬੱਚਿਆਂ ਨੂੰ ਪੜ੍ਹਾਉਣ ਦਾ ਕੀ ਫਾਇਦਾ ਜੇ ਤੁਸੀਂ ਗੁਰਮਤ ਦੀ ਸਿੱਖਿਆ ਹੀ ਬੱਚਿਆਂ ਨੂੰ ਨਾ ਦੇ ਸਕੋ? ਮੈਂ ਤੁਹਾਨੂੰ ਕਿਹਾ ਸੀ ਆਪਣੇ ਕਾਲਜਾਂ ਦੇ ਵਿੱਚ ਮੈਨੂੰ ਦੱਸ ਦਿਓ, ਰਿਲੀਜਨ BA ਰੈਗੂਲਰ, ਰਿਲੀਜਨ MA ਰੈਗੂਲਰ ਕਿੱਥੇ ਹੈ? MA ਰਿਲੀਜਨ ਦੱਸ ਦਿਓ ਮੈਨੂੰ ਆਪਣੇ ਸਾਰੇ ਕਾਲਜਸ ਦੇ ਵਿੱਚ, GNU ਦੀ ਜਾ ਕੇ ਕਰਵਾਓ ਬਸ ਐਡਮਿਸ਼ਨ, ਉੱਥੇ ਵੀ ਆਈ ਥਿੰਕ ਰੈਗੂਲਰ ਨਹੀਂ ਹੈਗੀ। ਕਿਉਂ? ਕਿਉਂਕਿ ਸਕੂਲਾਂ ਦੇ ਵਿੱਚੋਂ ਹੀ ਤੁਸੀਂ ਬੱਚਿਆਂ ਦੀ ਕਮਰ ਤੋੜਨੀ ਸ਼ੁਰੂ ਕੀਤੀ ਹੈ। ਪੜ੍ਹੋ ਜੀ ਅੰਗਰੇਜ਼ੀ, ਪੜ੍ਹੋ ਜੀ ਹਿੰਦੀ, ਪੰਜਾਬੀ ਨੂੰ ਤੁਸੀਂ ਬਸ ਸਿਰਫ ਇੱਕ ਮਤਲਬ ਮਾਮੂਲੀ ਸਬਜੈਕਟ ਬਣਾ ਕੇ ਛੱਡਤਾ, ਜਿੱਦਾਂ ਬਾਕੀ ਪ੍ਰਾਈਵੇਟ ਸਕੂਲਸ ਨੇ ਬਣਾਇਆ ਹੈ। ਕੰਪੀਟੀਸ਼ਨ ਸਾਡਾ ਪਹਿਲਾ ਫਰਜ਼ ਕੀ ਸੀ ਕਿ ਅਸੀਂ ਬੱਚਿਆਂ ਨੂੰ ਪੰਜਾਬੀ ਦੇ ਵਿੱਚ ਨਿਪੁੰਨ ਕਰੀਏ, ਬੱਚਿਆਂ ਨੂੰ ਗੁਰਮੁਖੀ ਦੇ ਵਿੱਚ ਨਿਪੁੰਨ ਕਰੀਏ, ਗੁਰਮਤ ਦਾ ਗਿਆਨ ਦਈਏ। ਜੇ ਅਸੀਂ ਬੱਚਿਆਂ ਨੂੰ ਸਕੂਲਿੰਗ ਤੋਂ ਹੀ ਇੱਕ ਕਲਾਸ ਗੁਰਮਤ ਦੀ ਦੇਣੀ ਸ਼ੁਰੂ ਕੀਤੀ ਹੁੰਦੀ, ਗੱਤਕੇ ਦੀਆਂ ਕਲਾਸਾਂ ਦੇਣੀਆਂ ਸ਼ੁਰੂ ਕੀਤੀਆਂ ਹੁੰਦੀਆਂ ਛੋਟੇ ਬੱਚਿਆਂ ਨੂੰ, ਤਾਂ ਉਹ 10th ਤੱਕ ਆਂਦੇ ਆਪਣੇ ਆਪ ਉਹਨਾਂ ਦਾ ਰੁਝਾਨ ਉਧਰ ਨੂੰ ਹੋ ਜਾਣਾ। ਜਿਹੜੇ ਬੱਚੇ ਗੁਰਮੁਖੀ ਦੇ ਵਿੱਚ ਅਵਲ ਆਂਦੇ, ਜਿਹੜੇ ਬੱਚੇ ਗੁਰਮਤ ਦੀ ਸਿੱਖਿਆ ਦੇ ਵਿੱਚ ਅਵਲ ਆਂਦੇ, ਜਿਨ੍ਹਾਂ ਦੀ ਪ੍ਰੋਨੰਸੀਏਸ਼ਨ ਗੁਰਬਾਣੀ ਦੀ ਬਹੁਤ ਸਾਫ਼ ਸੁਥਰੀ ਹੁੰਦੀ, ਜੇ ਤੁਸੀਂ ਉਹਨਾਂ ਨੂੰ ਸਕਾਲਰਸ਼ਿਪ ਲਗਾਉਂਦੇ, ਉਹਨਾਂ ਨੂੰ ਸਕਾਲਰਸ਼ਿਪ ਲਾ ਕੇ ਅੱਗੇ ਪੜ੍ਹਾਈ ਵਾਸਤੇ ਫ੍ਰੀ ਐਜੂਕੇਸ਼ਨ ਦਿੰਦੇ, ਆਈ ਥਿੰਕ ਹੁਣ ਤੱਕ ਯੂਨੀਵਰਸਿਟੀਜ਼ ਦੇ ਵਿੱਚ, ਤੁਹਾਡੇ ਕਾਲਜਸ ਦੇ ਵਿੱਚ ਉਸ ਕਲਾਸ ਦੇ ਵਿੱਚ ਪੈਰ ਰੱਖਣ ਨੂੰ ਥਾਂ ਨਹੀਂ ਸੀ ਹੋਣੀ, ਜਿਹੜੀ ਕਲਾਸ ਦੇ ਵਿੱਚ MA ਰਿਲੀਜਨ ਦੇ ਸਟੂਡੈਂਟਸ ਬੈਠੇ ਹੁੰਦੇ। ਤੇ ਉਹਦੇ ਵਿੱਚ ਅਗਰ ਤੁਸੀਂ ਖੁੱਲਾ ਆਫਰ ਕੀਤਾ ਹੁੰਦਾ ਕਿ ਗ੍ਰੇਡਿੰਗ ਦੇ ਹਿਸਾਬ ਦੇ ਨਾਲ ਜਿਹੜੇ ਬੱਚੇ ਰਿਲੀਜਨ ਦੇ ਵਿੱਚੋਂ ਪਾਸ ਆਊਟ ਹੋ ਕੇ ਜਾਣਗੇ, ਉਹਨਾਂ ਨੂੰ ਅਸੀਂ SGPC ਦੇ ਵਿੱਚ ਸਿੱਧੀ ਨੌਕਰੀ ਦੇਵਾਂਗੇ। ਕੁਛ ਕੀਤਾ ਅਜਿਹਾ? ਜੇ ਬੱਚਿਆਂ ਨੇ ਰਿਲੀਜਨ ਦੀ MA ਕਰਕੇ ਵੀ ਜਾਂ PhDਆਂ ਕਰਕੇ ਵੀ ਪੰਜਾਬੀ ਯੂਨੀਵਰਸਿਟੀ ਪਟਿਆਲੇ ਤੋਂ, ਤੇ ਉਸ ਤੋਂ ਬਾਅਦ SGPC ਵਾਲਿਆਂ ਦੇ ਪਿੱਛੇ ਹੱਥ ਜੋੜ ਕੇ ਘੁੰਮਣਾ ਆ ਵੀ ਭਾਈ ਮੈਨੂੰ ਨੌਕਰੀ ਚਾਹੀਦੀ ਆ, ਮੈਂ PhD ਕੀਤੀ ਆ, ਮੈਂ ਗੁਰਮਤ ਦਾ ਗਿਆਨ ਲਿੱਤਾ ਆ, ਮੈਂ ਗੁਰਮਤ ਦੀ ਸੰਥਿਆ ਲਿੱਤੀ ਆ, ਮੇਰੀ ਪ੍ਰੋਨੰਸੀਏਸ਼ਨ ਬਹੁਤ ਚੰਗੀ ਆ, ਮੈਂ ਸ਼ੁੱਧ ਬਾਣੀ ਪੜ੍ਹਦਾ ਆ, ਉਸ ਤੋਂ ਬਾਅਦ ਤੁਹਾਡੇ ਵਰਗੇ ਸਾਹਮਣੇ ਮੂੰਹ ਫਾੜੇ ਕਹਿਣ ਵੀ 3 ਲੱਖ ਲੈਣੇ ਆ ਜੀ, 6 ਲੈਣੇ ਆ ਜੀ, 8 ਲੈਣੇ ਆ ਜੀ, 10 ਲੈਣੇ ਆ ਜੀ। ਪਰ ਨਹੀਂ, ਅਸੀਂ ਇਹ ਸਭ ਕੁਝ ਕਿੱਦਾਂ ਕਰ ਦਈਏ? ਇਹ ਕਰਾਂਗੇ ਤਾਂ ਸਿੱਖ ਕੌਮ ਚੜ੍ਹਦੀ ਕਲਾ 'ਚ ਜਾਊਗੀ, ਇਹ ਕਰਾਂਗੇ ਤਾਂ ਪੜ੍ਹੇ ਲਿਖੇ ਬੱਚੇ ਆ ਕੇ SGPC ਤੇ ਕਾਬਿਜ਼ ਹੋਣਗੇ,
ਇਹ ਕਰਾਂਗੇ ਤਾਂ ਸਾਰੇ ਪਾਸਿਓਂ ਸਾਨੂੰ ਘੇਰਾ ਪੈਣਾ ਸ਼ੁਰੂ ਹੋ ਜਾਣਾ। ਜਦ ਪੜ੍ਹਾ ਲਿਖਿਆ ਮਤਲਬ ਯੂਥ ਆ ਕੇ ਐਸਜੀਪੀਸੀ 'ਚ ਸ਼ਾਮਿਲ ਹੋ ਗਿਆ, ਜੇ ਉਹ ਆਪਣੀ ਮਤਲਬ ਕੈਪੇਬਿਲਿਟੀ ਦੇ ਹਿਸਾਬ ਦੇ ਨਾਲ ਐਸਜੀਪੀਸੀ 'ਚ ਜੁਆਇਨ ਕਰਨ ਲੱਗ ਪਏ, ਉਹਨਾਂ ਨੇ ਕਿਸੇ ਦੀ ਜੁੱਤੀ 'ਚ ਜਦੋਂ ਪਾਣੀ ਨਾ ਪੀਤਾ, ਤਾਂ ਫਿਰ ਤਾਂ ਸਾਡੇ ਸਾਰੇ ਘਪਲੇ ਨੰਗੇ ਹੋ ਜਾਣੇ ਆ, ਜਿਹੜੇ ਕਈ ਦਹਾਕਿਆਂ ਤੋਂ ਅਸੀਂ ਲਗਾਤਾਰ ਕਰ ਰਹੇ ਹਾਂ। ਠੀਕ ਹੈ ਜੀ, ਤੁਹਾਡੇ ਜਵਾਬ ਦਾ ਜਵਾਬ ਮੇਰਾ ਇਹ ਆ। ਸੋ ਜੇ ਵਿਦਿਅਕ ਅਦਾਰੇ ਚਲਾਏ ਤਾਂ ਪਹਿਲਾ ਫਰਜ਼ ਤੁਹਾਡਾ ਇਹ ਬਣਦਾ, ਨਹੀਂ ਤਾਂ ਕ੍ਰਿਸਚੀਅਨਸ ਦੇ ਸਕੂਲ ਦੇ ਵਿੱਚ ਜਾ ਕੇ ਦੇਖ ਲਓ ਕਿ ਕ੍ਰਿਸਚੀਅਨਿਟੀ ਦੇ ਜਿਹੜੇ ਸਕੂਲ ਹੈਗੇ ਨੇ ਉਹਦੇ ਵਿੱਚ ਉਹ ਬਾਈਬਲ ਨੂੰ ਕਿੰਨੀ ਕੀ ਮਹੱਤਤਾ ਦਿੰਦੇ ਨੇ। ਚਾਹੇ ਕੋਈ ਬੱਚਾ ਹਿੰਦੂ ਹੈ, ਚਾਹੇ ਮੁਸਲਮਾਨ ਹੈ, ਚਾਹੇ ਬੋਧੀ ਹੈ, ਚਾਹੇ ਜੈਨੀ ਹੈ, ਚਾਹੇ ਸਿੱਖ ਹੈ, ਉੱਥੇ ਬਾਈਬਲ ਕੰਪਲਸਰੀ ਆ। ਉਹਨਾਂ ਨੂੰ ਈਸਾਈ ਧਰਮ ਦੀ ਕਲਾਸ ਲਾਣੀ ਕੰਪਲਸਰੀ ਆ। ਐਵੇਂ ਹੀ ਮੁਸਲਮਾਨਾਂ ਦੇ ਕਿਸੇ ਵੀ ਸਕੂਲ 'ਚ ਚਲ ਜਾਓ, ਉਹਦੇ ਵਿੱਚ ਕੁਰਾਨੇ ਪਾਕ ਦਾ ਅਧਿਐਨ ਜ਼ਰੂਰੀ ਹੈ, ਉਰਦੂ ਦਾ ਅਧਿਐਨ ਜ਼ਰੂਰੀ ਹੈ। ਤੇ ਤੁਸੀਂ ਸਾਡਾ ਬੇੜਾ ਗਰਕ ਕਰਨਾ ਸ਼ੁਰੂ ਕੀਤਾ ਹੋਇਆ। ਤੁਹਾਨੂੰ ਬੱਚਿਆਂ ਤੋਂ ਮੈਂ ਆਪ ਹੀ ਤੁਹਾਡੇ ਕਾਲਜਾਂ 'ਚ ਫੋਨ ਲਾ ਕੇ ਪੁੱਛਿਆ ਸੀਗਾ ਕਿ ਐਮਏ ਦੇ ਵਿੱਚ ਮੈਂ ਐਡਮਿਸ਼ਨ ਲੈਣੀ ਹੈ ਜੀ ਰਿਲੀਜਨ 'ਚ, ਕਿੰਨਿਆਂ ਨੇ ਹਾਂ ਕਰਤੀ? ਸਾਰਿਆਂ ਨੇ ਮਨਾ ਕੀਤਾ ਨਾ? ਨਹੀਂ ਜੀ, ਗੁਰੂ ਨਾਨਕ ਦੇਵ ਯੂਨੀਵਰਸਿਟੀ ਚਲ ਜਾਓ, ਉੱਥੋਂ ਹੀ ਮਿਲੂਗੀ। ਤਾਂ ਫਿਰ ਤੁਹਾਨੂੰ ਆਪ ਨਹੀਂ ਲੱਗਦਾ ਵੀ ਤੁਹਾਨੂੰ ਆਪ ਆਪਣੇ ਮੂੰਹ ਤੇ ਚਪੇੜਾ ਮਾਰ ਲੈਣੀਆਂ ਚਾਹੀਦੀਆਂ ਨੇ ਵੀ ਅਸੀਂ ਆਹ ਹੀ ਕੀਤਾ, ਬੇੜਾ ਗਰਕ ਕਰਤਾ ਕੌਮ ਦਾ? ਜੇ ਤੁਸੀਂ ਬੱਚਿਆਂ ਨੂੰ 10th ਤੋਂ ਬਾਅਦ ਹੀ ਕਹਿ ਦਿਓ ਵੀ ਹਾਂ ਰਿਲੀਜਨ ਦੀ ਬੀਏ ਅਗਰ ਤੁਸੀਂ ਰਿਲੀਜਨ ਦੀ ਕਰਦੇ ਹੋ, ਰਿਲੀਜਨ ਲੈਂਦੇ ਹੋ, ਬੀਏ ਦੇ ਵਿੱਚ ਰਿਲੀਜਨ ਦਾ ਸਬਜੈਕਟ ਲੈਂਦੇ ਹੋ, ਤੇ ਉਸ ਤੋਂ ਬਾਅਦ ਐਮਏ ਤੁਹਾਨੂੰ ਫ੍ਰੀ ਆ। ਦੇਖੋ ਬੱਚੇ ਕਿੱਦਾਂ ਨਹੀਂ ਲੈਂਦੇ ਰਿਲੀਜਨ ਬੀਏ ਦੇ ਵਿੱਚ, +1 +2 ਚ ਰਿਲੀਜਨ ਕਿਉਂ ਨਹੀਂ ਲੈਂਦੇ ਬੱਚੇ? ਕਰਕੇ ਤਾਂ ਦੇਖੋ ਇੱਕ ਵਾਰ। ਪਰ ਨਹੀਂ, ਅਸੀਂ ਕਿਉਂ ਕਰੀਏ? ਸਾਡੇ ਸਿਰ ਦੇ ਉੱਤੇ ਪੜ੍ਹੇ ਲਿਖੇ ਆ ਕੇ ਯੂਥ ਬੈਠ ਜਾਊਗਾ। ਖੈਰ ਅੱਗੇ ਬੁੱਟਰ ਸਾਹਿਬ ਕਹਿੰਦੇ ਐਸਜੀਪੀਸੀ ਦਾ ਪੰਜਾਬ ਦੇ ਰਾਜਸੀ ਘੋਲ ਦੇ ਵਿੱਚ ਵੀ ਮਹੱਤਵਪੂਰਨ ਯੋਗਦਾਨ ਰਿਹਾ ਹੈ। ਮਾਸਟਰ ਤਾਰਾ ਸਿੰਘ ਦੇਸ਼ ਦੀ ਆਜ਼ਾਦੀ ਤੋਂ ਬਾਅਦ 1949 ਦੇ ਵਿੱਚ ਗ੍ਰਿਫਤਾਰ ਹੋਣ ਵਾਲੇ ਪਹਿਲੇ ਰਾਜਨੀਤਿਕ ਕੈਦੀ ਸਨ, ਜੋ ਪੰਜਾਬ ਦੇ ਹੱਕਾਂ ਲਈ ਅਕਾਲੀ ਦਲ ਦੇ ਨਾਲ ਰਲ ਕੇ ਸੰਘਰਸ਼ ਕਰ ਰਹੇ ਸਨ। ਬੁੱਟਰ ਸਾਹਿਬ ਮੈਨੂੰ ਇਹ ਦੱਸੋ, ਠੀਕ ਹੈ, ਬਲਦੇਵ ਸਿੰਘ ਹੋ ਗਿਆ, ਯਾਦਵਿੰਦਰ ਸਿੰਘ ਹੋ ਗਿਆ ਤੇ ਤਾਰਾ ਸਿੰਘ ਹੋ ਗਿਆ, ਸਭ ਤੋਂ ਵੱਧ ਤੁਹਾਨੂੰ ਨਹੀਂ ਪਤਾ ਕਿ ਬੇੜਾ ਕੌਮ ਦਾ ਇਹਨਾਂ ਨੇ ਗਰਕ ਕੀਤਾ ਆ? ਜਦੋਂ ਸਿੱਖ ਰਾਜ ਮਿਲ ਰਿਹਾ ਸੀ ਉਦੋਂ ਕਿਹਨਾਂ ਨੇ ਮਨਾ ਕੀਤਾ ਸੀ? ਦੱਸੋਗੇ? ਗਾਂਧੀ ਦੀਆਂ, ਨਹਿਰੂ ਦੀਆਂ ਗੱਲਾਂ 'ਚ ਕੌਣ ਆਇਆ ਸੀ? ਜਿਨ੍ਹਾਂ ਦੇ ਬੀਜੇ ਕੰਡੇ ਅਸੀਂ ਅੱਜ ਤੱਕ ਵੱਢ ਰਹੇ ਹਾਂ, ਉਹ ਇਹੀ ਸੀ। ਦੱਸੋ ਅਗਰ ਮੈਂ ਗਲਤ ਹਾਂ। ਉਸ ਤੋਂ ਇਲਾਵਾ ਮਾਸਟਰ ਤਾਰਾ ਸਿੰਘ ਕੌਣ ਸੀ ਤੁਹਾਨੂੰ ਪਤਾ ਆ? ਠੀਕ ਹੈ, ਨਹੀਂ ਪਤਾ? ਮਾਊਂਟ ਬੈਟਨ ਆਪਣੀ ਕਿਤਾਬ ਦੇ ਵਿੱਚ ਲਿਖਦਾ ਆ, ਠੀਕ ਹੈ, ਕਿਤਾਬ ਦਾ ਨਾਮ ਹੈਗਾ ਆ ਮਾਊਂਟ ਬੈਟਨ ਐਂਡ ਦਾ ਪਾਰਟੀਸ਼ਨ ਆਫ ਪੰਜਾਬ, ਠੀਕ ਹੈ, ਜਿਸ ਦੇ ਵਿੱਚ ਉਹ ਲਿਖਦੇ ਆ ਮਾਸਟਰ ਤਾਰਾ ਸਿੰਘ ਜਿਨ੍ਹਾਂ ਨੂੰ ਮਰਵਾਉਣ ਦੀਆਂ ਤਿਆਰੀਆਂ 'ਚ ਸੀ। ਪਾਰਟੀਸ਼ਨ ਤੋਂ ਪਹਿਲਾਂ ਹੀ ਜਿਨ੍ਹਾਂ ਨੂੰ ਮਰਵਾਉਣ ਦੀਆਂ ਤਿਆਰੀਆਂ 'ਚ ਸੀ ਮਾਸਟਰ ਤਾਰਾ ਸਿੰਘ। ਮਾਊਂਟ ਬੈਟਨ ਦੀ ਕਿਤਾਬ ਪੜ੍ਹ ਲਿਓ, ਠੀਕ ਹੈ, ਦਾ ਪਾਰਟੀਸ਼ਨ ਆਫ ਪੰਜਾਬ, ਉਹਦੇ ਵਿੱਚ ਕਲੀਅਰਲੀ ਲਿਖਿਆ ਆ। ਉਸ ਤੋਂ ਇਲਾਵਾ ਠੀਕ ਹੈ, ਜਸਵੰਤ ਸਿੰਘ ਕਵਲ ਦੀ ਰੁੜ ਚੱਲਿਆ ਪੰਜਾਬ ਕਿਤਾਬ ਉਹ ਵੀ ਪੜ੍ਹ ਲਿਓ, ਜਿਸ ਦੇ ਵਿੱਚ ਉਹਨਾਂ ਨੇ ਸਾਫ਼ ਲਿਖਿਆ ਕਿ ਮਾਸਟਰ ਤਾਰਾ ਸਿੰਘ, ਜਿਸ ਦਾ ਮਤਲਬ ਮਾਸਟਰ ਤਾਰਾ ਸਿੰਘ ਦਾ ਅਸਲ ਨਾਮ ਨਾਨਕ ਚੰਦ ਮਲਹੋਤਰਾ ਸੀ ਜੀ, ਬਹੁਤ ਅਮੀਰ ਘਰਾਣੇ ਤੋਂ ਸੀ, ਠੀਕ ਹੈ, ਪਾਕਿਸਤਾਨ ਦੇ ਵਿੱਚ ਉਹਨਾਂ ਦਾ ਬਹੁਤ ਮਤਲਬ ਆਲੀਸ਼ਾਨ ਘਰ, ਖੇਤ, ਫਾਰਮ ਹਾਊਸ, ਸਭ ਕੁਝ ਸੀਗਾ ਉਹਨਾਂ ਦੇ ਕੋਲ, ਕਿਸੇ ਚੀਜ਼ ਦੀ ਕਮੀ ਨਹੀਂ ਸੀ। ਜਿਹੜਾ ਨੂੰ ਇਹ ਕਹਿੰਦੇ ਨੇ ਨਾ ਵੀ ਸਾਡੀ ਕੌਮ ਦਾ ਆਈਡਲ ਜੀ ਮਾਸਟਰ ਤਾਰਾ ਸਿੰਘ ਨੇ ਇਹ ਕੀਤਾ ਉਹ ਕੀਤਾ, ਸਭ ਤੋਂ ਵੱਧ ਬੇੜਾ ਗਰਕ ਇਹਨਾਂ ਨੇ ਕੀਤਾ। ਠੀਕ ਹੈ ਜੀ, ਅੱਗੇ ਆਨੇ ਆ। ਉਹ ਲਿਖਦੇ ਨੇ ਵੀ ਹਰੀ ਸਿੰਘ, ਜਿਨ੍ਹਾਂ ਨੇ ਦਰਬਾਰ ਸਾਹਿਬ ਮੰਜੀ ਸਾਹਿਬ ਦੀਵਾਨ ਹਾਲ 'ਚ ਖੜ ਕੇ ਇਹ ਅਨਾਉਂਸ ਕੀਤਾ ਸੀ ਕਿ ਜਿਨ੍ਹਾਂ ਦੇ ਨਾਲ ਸਾਰੀ ਗੱਲਬਾਤ ਹੋ ਗਈ ਆ, ਕੱਲ ਸਵੇਰੇ ਅਸੀਂ ਉਹਨਾਂ ਦੇ ਨਾਲ ਫਾਈਨਲ, ਠੀਕ ਹੈ, ਮਤਲਬ ਫਾਈਨਲ ਜਿਹੜੀ ਹੈਗੀ ਹੈ ਸੈਟਅਪ ਉਹਨਾਂ ਦੇ ਨਾਲ ਕਰਨਾ ਹੈ ਕਿ ਫਾਈਨਲ ਡਿਸੀਜਨ ਲੈਣਾ ਕੱਲ ਸਵੇਰੇ, ਜਿਨ੍ਹਾਂ ਦੇ ਨਾਲ ਪਾਰਟੀਸ਼ਨ ਤੋਂ ਪਹਿਲਾਂ ਸਾਰੀ ਗੱਲਬਾਤ ਜਿਨ੍ਹਾਂ ਦੇ ਨਾਲ ਹੋ ਚੁੱਕੀ ਸੀ। ਤੇ ਇਹਨਾਂ ਨੇ ਕੀਤਾ ਸੀ ਹਰੀ ਸਿੰਘ ਦਾ ਪੂਰਾ ਪਰਿਵਾਰ ਮਾਸਟਰ ਤਾਰਾ ਸਿੰਘ ਨੇ ਰਾਤੋਂ ਰਾਤ ਮਰਵਾ ਦਿੱਤਾ ਸੀ। ਨਹੀਂ ਯਕੀਨ ਹੈ ਤਾਂ ਜਸਵੰਤ ਸਿੰਘ ਕਵਲ ਦੀ ਕਿਤਾਬ ਪੜ੍ਹ ਲਿਓ, ਠੀਕ ਹੈ, ਰੁੜ ਚੱਲਿਆ ਪੰਜਾਬ। ਇਹ ਸੈਣੀ ਆਪਣੇ ਵੱਲੋਂ ਨਹੀਂ ਬੋਲ ਰਿਹਾ, ਕਿਤਾਬਾਂ ਦੇ ਹਵਾਲੇ ਦੇ ਰਿਹਾ ਆ। ਤੁਸੀਂ ਅਗਰ ਹੋਰ ਨਹੀਂ ਕੁਝ, ਆ ਸੱਚੀ ਸਾਖੀ ਕਪੂਰ ਸਿੰਘ, ਠੀਕ ਹੈ, ਸਰਦਾਰ ਕਪੂਰ ਸਿੰਘ ਜੀ, ਸੱਚੀ ਸਾਖੀ ਪੜ੍ਹ ਲਿਓ, ਤੁਹਾਨੂੰ ਅੱਧੇ ਨਾਲੋਂ ਵੱਧ ਕਰਤੂਤਾਂ ਇਹਨਾਂ ਦੀਆਂ ਪਤਾ ਲੱਗ ਜਾਣਗੀਆਂ, ਇਹਨਾਂ ਨੇ ਕਰਤੂਤਾਂ ਕੀਤੀਆਂ ਕੀ। ਇਹ ਸੰਗਤ ਜੀ ਸਿਰਫ ਉਹਨਾਂ ਗੱਦਾਰਾਂ ਨੂੰ ਅੱਜ ਤੱਕ ਪਬਲਿਸ਼ ਕਰਦੇ ਆਏ ਨੇ, ਉਹਨਾਂ ਗੱਦਾਰਾਂ ਨੂੰ ਸਾਡੇ ਆਈਡਲ ਬਣਾਉਂਦੇ ਆਏ ਨੇ ਜਿਨ੍ਹਾਂ ਨੇ ਸਾਡਾ ਬੇੜਾ ਗਰਕ ਕੀਤਾ। ਤੁਸੀਂ ਅਗਰ ਗੱਲ ਕਰਦੇ ਹੋ, ਠੀਕ ਹੈ, ਤਾਂ ਫਿਰ ਮੈਨੂੰ ਇਹ ਦੱਸੋ ਬਾਪੂ ਖੜਕ ਸਿੰਘ ਦੀ ਗੱਲ ਕਿਉਂ ਨਹੀਂ ਕੀਤੀ, ਸਰਦਾਰ ਕਪੂਰ ਸਿੰਘ ਦੀ ਗੱਲ ਕਿਉਂ ਨਹੀਂ ਕੀਤੀ? ਕਿਉਂਕਿ ਇਹ ਅਸਲ ਜਾਗਦੀਆਂ ਜ਼ਮੀਰਾਂ ਵਾਲੇ ਸਾਡੀ ਸਿੱਖ ਕੌਮ ਦੇ ਆਈਡਲ ਸੀ, ਜਿਨ੍ਹਾਂ ਨੇ ਹਮੇਸ਼ਾ
ਸਿੱਖ ਕੌਮ ਨੂੰ ਸਿੱਧੇ ਰਾਹ ਪਾਉਣ ਦੀ ਕੋਸ਼ਿਸ਼ ਕੀਤੀ, ਸਿੱਖਾਂ ਨੂੰ, ਸਿੱਖ ਬੁੱਧੀਜੀਵੀਆਂ ਨੂੰ, ਸਿੱਖ ਕੌਮ ਦੀਆਂ ਇਹਨਾਂ ਮਤਲਬ ਐਸਜੀਪੀਸੀ ਵਰਗੀਆਂ ਜਥੇਬੰਦੀਆਂ ਨੂੰ ਸਹੀ ਤਰੀਕੇ ਨਾਲ ਚੱਲਣ ਦਾ ਦਿਸ਼ਾ ਨਿਰਦੇਸ਼ ਦਿੱਤਾ, ਪਰ ਉਹ ਇਹਨਾਂ ਦੇ ਦੁਸ਼ਮਣ ਸੀ ਇਹਨਾਂ ਵਾਸਤੇ। ਇਸ ਕਰਕੇ ਉਹਨਾਂ ਦੀ ਗੱਲ ਇਹ ਕਦੀ ਨਹੀਂ ਕਰਨਗੇ, ਉਹਨਾਂ ਦਾ ਇਤਿਹਾਸ ਇਹ ਕਦੀ ਨਹੀਂ ਦੱਸਣਗੇ। ਇਹਨਾਂ ਨੇ ਰਾਗ ਉਹਨਾਂ ਦੇ ਅਲਾਪਣੇ ਆ ਜਿਨ੍ਹਾਂ ਨੇ ਸਾਡੀ ਕੌਮ ਦਾ ਬੇੜਾ ਗਰਕ ਕੀਤਾ ਹੋਵੇ। ਖੈਰ ਅੱਗੇ ਆ ਜਾਓ। ਕਹਿੰਦੇ ਜਦੋਂ ਐਮਰਜੈਂਸੀ ਆਈ ਉਦੋਂ ਵੀ ਅਕਾਲੀ ਦਲ ਲੀਡਰਸ਼ਿਪ ਸੀ, ਉਹਨਾਂ ਨੇ ਬਹੁਤ ਕੰਮ ਕੀਤਾ। ਐਮਰਜੈਂਸੀ ਵੇਲੇ ਕਿਹੜੀ ਅਕਾਲੀ ਦਲ ਲੀਡਰਸ਼ਿਪ ਸੀ? ਮੈਂ ਪਹਿਲਾਂ ਵੀ ਕਿਹਾ ਕਿ ਨਾਮ ਲੈ ਕੇ ਗੱਲ ਕਰਿਆ ਕਰੋ ਜਿਨ੍ਹਾਂ ਨੇ ਕੌਮ ਵਾਸਤੇ ਬੜੀਆਂ ਕੁਰਬਾਨੀਆਂ ਦਿੱਤੀਆਂ ਹੋਣ, ਬਹੁਤ ਕੁਝ ਕੀਤਾ ਹੋਵੇ। ਕਿਰਪਾ ਕਰਕੇ ਬੁੱਟਰ ਸਾਹਿਬ, ਅਕਾਲੀ ਲੀਡਰਸ਼ਿਪ ਕਿਹੜੀ ਸੀ ਉਸ ਵੇਲੇ? ਆਈ ਸੀ ਬਾਦਲ, ਲੌਂਗੋਵਾਲ, ਟੌੜਾ, ਰਾਮੂਵਾਲੀਆ, ਢੀਂਡਸਾ, ਇਹੀ ਸੀ? ਤਾਂ ਫਿਰ ਮੈਨੂੰ ਇਹ ਦੱਸ ਦਿਓ ਵੀ ਇੰਦਰਾ ਨੂੰ ਚਿੱਠੀਆਂ ਕਿਹਨੇ ਲਿਖੀਆਂ ਸੀ ਕਿ ਅਟੈਕ ਕਰੋ ਜੀ, ਕਰੋ ਜੀ ਅਟੈਕ? ਇੰਦਰਾ ਤਾਂ ਨਹੀਂ ਕਰਨਾ ਚਾਹੁੰਦੀ ਸੀ। ਮੈਂ ਗਲਤ ਹੋਵਾਂ ਮੈਨੂੰ ਕਰੈਕਟ ਕਰ ਦਿਓ ਜੀ, ਠੀਕ ਹੈ। ਇੱਥੇ ਤੱਕ ਕਿ ਸੰਗਤ ਜੀ ਉਸ ਵੇਲੇ ਚੰਡੀਗੜ੍ਹ ਦੇ ਬਦਲੇ, ਅਗਰ ਮੈਂ ਗਲਤ ਨਹੀਂ ਹਾਂ, 70,000 ਏਕੜ ਜ਼ਮੀਨ ਇੰਦਰਾ ਦੇਣ ਨੂੰ ਤਿਆਰ ਸੀ, ਪਰ ਉਸ ਵੇਲੇ ਬਾਦਲ ਸਾਹਿਬ ਅੜ ਗਏ, ਆ ਕੇ ਬਾਹਰ ਬਹਿ ਗਏ ਸੀ। ਬਹੁਤ ਸਾਰੀਆਂ ਚੀਜ਼ਾਂ ਇਹ ਨਹੀਂ ਦੱਸਣਗੇ, ਉਹਨਾਂ ਚੀਜ਼ਾਂ ਨੂੰ ਜਿਨ੍ਹਾਂ ਨੂੰ ਇਹ ਕਹਿੰਦੇ ਨੇ ਵੀ ਦੱਸਣ ਨਾ ਅਕਾਲੀ ਲੀਡਰਸ਼ਿਪ ਕਿਹੜੀ ਸੀ। ਜੇ ਨਾਮ ਲੈਂਦਾ ਤਾਂ ਫਿਰ ਨਾਲ ਦੀ ਨਾਲ ਜੁੱਤੀਆਂ ਪੈਣੀਆਂ ਸੀ ਸੰਗਤ ਤੋਂ। ਜਿਹੜੇ ਹੱਥ ਖੜੇ ਕਰਕੇ ਬਾਹਰ ਆ ਗਏ, ਜਿਹੜੇ ਹੁਣ ਅੱਜ ਤੱਕ ਸੱਤਾ ਸਾਹਮਣੇ ਬੈਠੇ ਨੇ। ਐਮਰਜੈਂਸੀ ਲੱਗੀ, ਉਸ ਤੋਂ ਬਾਅਦ 84 ਦਾ ਘਾਣ ਵਾਪਰਿਆ, ਉਸ ਤੋਂ ਬਾਅਦ ਲੀਡਰਸ਼ਿਪ ਮਤਲਬ ਬਹਿ ਗਿਆ ਕੁਰਸੀਆਂ ਤੇ, ਕੁਰਸੀਆਂ ਮੱਲ ਲਈਆਂ ਸਾਰਿਆਂ ਨੇ। ਦੱਸੋ, ਲੌਂਗੋਵਾਲ ਸਮਝੌਤਾ ਹੋਇਆ, ਸਮਝੌਤੇ ਵੇਲੇ ਉਹਨੂੰ ਪਤਾ ਸੀਗਾ ਕਿ ਕੀ ਕਰਤੂਤ ਕੀਤੀ ਆ, ਮੈਂ ਮਰੂੰਗਾ, ਠੀਕ ਹੈ। ਜੋ ਖੜਕੂਆਂ ਨੇ ਕਰਨਾ ਸੀ ਕੀਤਾ। ਹੋਰ ਵੀ ਇਦਾਂ ਦੇ ਜਿਹੜੇ ਉਸ ਸੰਘਰਸ਼ ਦੇ ਵਿੱਚ ਧੋਖੇਬਾਜ਼ ਸੀ, ਖੜਕੂਆਂ ਨੇ ਸੌਦੇ ਲਾਏ ਉਹਨਾਂ ਦੇ। ਪਰ ਕੌਮ ਵਾਸਤੇ, ਕੌਮ ਦੇ ਹੱਕ ਵਿੱਚ ਕੌਣ ਖੜਿਆ, ਕੌਣ ਲੜਿਆ, ਕੌਣ ਨੜਿਆ, ਦੱਸੋਗੇ? ਬਿਠਾ ਕੇ ਗੋਂਗੂਆਂ ਤੋਂ ਮਿੱਟੀ ਝਾੜ ਰਹੇ ਹੋ। ਬੁੱਟਰ ਸਾਹਿਬ, ਮੈਂ ਤੁਹਾਨੂੰ ਨਹੀਂ ਜਾਣਦਾ, ਪਰ ਅਗਰ ਤੁਸੀਂ ਵਾਕਈ ਹੀ ਕੌਮ ਦੀ ਨੁਮਾਇੰਦਗੀ ਕਰਦੇ ਹੋ ਜਾਂ ਇਤਿਹਾਸ ਦੱਸ ਰਹੇ ਹੋ, ਤਾਂ ਇਤਿਹਾਸ ਸਹੀ ਦੱਸਣਾ ਸਾਡਾ ਫਰਜ਼ ਬਣਦਾ ਹੈ ਕਿ ਸਹੀ ਇਤਿਹਾਸ ਦੱਸੀਏ। ਇੱਕ ਵਾਰ ਹੀ ਕਹਿ ਦਿੰਦੇ ਨਾਨਕ ਚੰਦ ਮਲਹੋਤਰਾ ਨਾਮ ਸੀ ਮਾਸਟਰ ਤਾਰਾ ਸਿੰਘ ਦਾ ਅਸਲ, ਕਿ ਤੁਹਾਨੂੰ ਵੀ ਨਹੀਂ ਪਤਾ? ਹੁਣ ਤੁਸੀਂ ਵੀ ਆ ਕੇ ਦੁਆਰਾ ਤੋਂ ਐਸਜੀਪੀਸੀ ਦੇ ਪੇਜ ਤੋਂ ਨਾਲ ਲਾਈਵ ਹੋ ਜਾਏ, ਜਵਾਬ ਦੇਣਾ ਹੋਊਗਾ ਤਾਂ ਮੈਨੂੰ ਆਪ ਦਿਓ ਕਿਰਪਾ ਕਰਕੇ, ਨਹੀਂ ਤਾਂ ਕਿਤਾਬਾਂ ਪੜ੍ਹ ਲਿਓ, ਨਾਮ ਮੈਂ ਦੱਸ ਦਿੱਤੇ ਆ, ਪਤਾ ਲੱਗ ਜੂਗਾ। ਕਿਉਂਕਿ ਸੰਗਤ ਜੀ ਇਹਨਾਂ ਨੇ ਕਦੀ ਸਹੀ ਕਿਤਾਬਾਂ, ਸਹੀ ਇਤਿਹਾਸ ਤੁਹਾਡੇ ਸਾਹਮਣੇ ਰੱਖਣਾ ਹੀ ਨਹੀਂ। ਜਿਹੜੀਆਂ ਚੀਜ਼ਾਂ ਸਹੀ ਦੱਸ ਰਹੀਆਂ ਨੇ ਨਾ ਕਿ ਕੌਮ ਮਤਲਬ ਪਾਰਟੀਸ਼ਨ ਕਿਉਂ ਹੋਇਆ, ਉਹਦੇ ਪਿੱਛੇ ਦੇ ਰੀਜ਼ਨਸ ਕੀ ਸੀ, ਕਾਰਨ ਕੀ ਸੀ, ਤੇ ਕਿਹਨਾਂ ਨੇ ਕੌਮ ਦੇ ਨਾਲ ਗੱਦਾਰੀ ਕੀਤੀ, ਕਿਹਨਾਂ ਨੇ ਬੇੜਾ ਗਰਕ ਕੀਤਾ, ਇਹਨਾਂ ਨੇ ਉਹ ਕਦੇ ਨਹੀਂ ਦੱਸਣਾ। ਇਹਨਾਂ ਨੇ ਵਧਾ ਚੜਾ ਕੇ ਚੀਜ਼ਾਂ ਉਹੀ ਦੱਸਣੀਆਂ ਨੇ ਜਿਹੜੀਆਂ ਤੁਹਾਡੀਆਂ ਅੱਖਾਂ 'ਚ ਘੱਟਾ ਪਾਉਂਦੀਆਂ ਹੋਣ, ਜਿਹਨਾਂ ਨੂੰ ਉਹਨਾਂ ਨੂੰ ਆਈਡਲ ਇਹਨਾਂ ਨੇ ਬਣਾਉਣਾ ਆ, ਜਿਹਨਾਂ ਨੇ ਬੇੜਾ ਸਭ ਤੋਂ ਵੱਧ ਸਾਡਾ ਗਰਕ ਕੀਤਾ ਹੋਵੇ। ਖੈਰ ਅੱਗੇ ਆ ਜਾਓ। ਅੱਗੇ ਕਹਿੰਦੇ ਨੇ ਧਰਮ ਯੁੱਧ ਮੋਰਚਾ ਲੱਗਿਆ, ਉਹਦੇ ਵਿੱਚ ਸ਼੍ਰੋਮਣੀ ਕਮੇਟੀ ਦਾ ਬਹੁਤ ਵੱਡਾ ਯੋਗਦਾਨ ਸੀ। ਕਪੂਰੀ ਦਾ ਮੋਰਚਾ ਲੱਗਿਆ, ਉਸ ਦੇ ਵਿੱਚ ਅਕਾਲੀ ਦਲ ਸ਼੍ਰੋਮਣੀ ਕਮੇਟੀ ਦਾ ਬਹੁਤ ਵੱਡਾ ਮਹੱਤਵਪੂਰਨ ਯੋਗਦਾਨ ਸੀ। ਹੁਣ ਮੈਨੂੰ ਇਹ ਵੀ ਤੁਸੀਂ ਦੱਸ ਦਿੰਦੇ ਕੀ ਯੋਗਦਾਨ ਸੀ, ਉਹਨਾਂ ਮੋਰਚਿਆਂ ਨੇ ਕੀ ਖੱਟਿਆ, ਠੀਕ ਹੈ ਜੀ, ਨਾਮ ਜ਼ਰੂਰ ਦੱਸਿਓ। ਤੇ ਇੱਕ ਮੋਰਚਾ ਤੁਸੀਂ ਭੁੱਲ ਗਏ ਮੈਨੂੰ ਲੱਗਦਾ, ਜੈਤੋ ਦਾ ਮੋਰਚਾ। ਬੇਸ਼ੱਕ 1924 ਦੀ ਗੱਲ ਆ, ਜੈਤੋ ਦੇ ਮੋਰਚੇ ਨੇ ਕੀ ਕੁਝ ਖੱਟਿਆ? ਜੈਤੋ ਦੇ ਮੋਰਚੇ ਦੇ ਵਿੱਚ ਕਿਹਨੇ ਦਗਾ ਦਿੱਤਾ, ਕਿਹਨੇ ਧੋਖਾ ਦਿੱਤਾ, ਠੀਕ ਹੈ। ਖੂਹਾਂ ਦੇ ਵਿੱਚ, ਲੰਗਰਾਂ ਦੇ ਵਿੱਚ ਜ਼ਹਿਰਾਂ ਕਿਹਨੇ ਪਾਈਆਂ, ਠੀਕ ਹੈ। ਬੁੱਟਰ ਸਾਹਿਬ ਕਲੀਅਰ ਕਰਕੇ ਇਹਨਾਂ ਸਵਾਲਾਂ ਦੇ ਵੀ ਜ਼ਰੂਰ ਜਵਾਬ ਦੇਣਾ ਵੀ ਇਹਨਾਂ ਮੋਰਚਿਆਂ ਦੇ ਵਿੱਚ ਕੀ ਗੱਲ ਕੀਤੀ। ਤੇ ਜੇਕਰ ਇਹਨਾਂ ਮੋਰਚਿਆਂ ਦੀ ਗੱਲ ਕੀਤੀ ਤੁਸੀਂ ਆਜ਼ਾਦੀ ਤੋਂ ਬਾਅਦ ਦੀ, ਤਾਂ ਆਜ਼ਾਦੀ ਤੋਂ ਪਹਿਲਾਂ ਦੇ ਮੋਰਚਾ ਜਿਹੜਾ ਸੀਗਾ ਉਹਦੀ ਗੱਲ ਕਿਉਂ ਨਹੀਂ ਕੀਤੀ? ਬਾਪੂ ਖੜਕ ਸਿੰਘ ਨੇ ਕਿੰਨੇ ਤਸੀਹੇ, ਇਹਦੀ ਤਾਂ ਤੁਸੀਂ ਗੱਲ ਕਰਤੀ। ਮਾਸਟਰ ਤਾਰਾ ਸਿੰਘ ਨੂੰ ਇਹ ਚੱਕਿਆ ਸੀ 1949 ਦੇ ਵਿੱਚ, ਜੇਲ੍ਹ 'ਚ ਸੁੱਟਿਆ ਸੀ ਆਜ਼ਾਦੀ ਤੋਂ ਬਾਅਦ ਪਹਿਲੀ ਵਾਰ। ਆਜ਼ਾਦੀ ਤੋਂ ਪਹਿਲਾਂ ਬਾਪੂ ਖੜਕ ਸਿੰਘ ਦੇ ਨਾਲ ਜੋ ਕੁਛ ਅੰਗਰੇਜ਼ਾਂ ਨੇ ਕੀਤਾ, ਜੇਲ੍ਹ 'ਚ ਸੁੱਟਿਆ, ਜਿੰਨੇ ਤਸੀਹੇ ਉਹਨਾਂ ਨੂੰ ਦਿੱਤੇ। ਤੇ ਉਸ ਤੋਂ ਬਾਅਦ ਚਾਬੀਆਂ ਦਾ ਮੋਰਚਾ ਲੱਗਿਆ 22 ਫਰਵਰੀ 1922 ਨੂੰ, ਹੱਥ ਜੋੜ ਕੇ ਅੰਗਰੇਜ਼ ਗੋਡਿਆਂ ਭਾਨੀ ਹੋ ਕੇ ਬਾਪੂ ਨੂੰ ਚਾਬੀਆਂ ਤੋਸ਼ੇਖਾਨੀ ਦੀਆਂ ਦੇ ਗਏ, ਦਰਬਾਰ ਸਾਹਿਬ ਦੀਆਂ। ਕੌਣ ਦੱਸੂਗਾ? ਪਰ ਉਹ ਦੱਸਾਂਗੇ ਤਾਂ ਫਿਰ ਮਤਲਬ ਹੁਣ ਮਾਸਟਰ ਤਾਰਾ ਸਿੰਘ ਦਾ ਕੱਦ ਛੋਟਾ ਹੋ ਜਾਣਾ ਤੇ ਬਾਪੂ ਖੜਕ ਸਿੰਘ ਦਾ ਉੱਚਾ ਹੋ ਜਾਣਾ। ਤੁਸੀਂ ਜਿੰਨੇ ਮਰਜ਼ੀ ਜਿਹਦੇ ਕੱਦ ਛੋਟੇ ਕਰਨ ਦੀ ਕੋਸ਼ਿਸ਼ ਕਰ ਲਓ, ਜਿਹਨਾਂ ਦਾ ਕੱਦ ਜਿੱਥੇ ਹੈਗਾ ਉਹਨਾਂ ਦਾ ਉੱਥੇ ਰਹਿਣਾ। ਉਹਨਾਂ ਦੀਆਂ ਸ਼ਹਾਦਤਾਂ ਕੌਮ ਕਦੇ ਨਹੀਂ ਭੁੱਲ ਸਕਦੀ, ਠੀਕ ਹੈ। ਜਿਹਨਾਂ ਦੀ ਬੋਲੀ ਬੋਲਦੇ ਹੋ ਨਾ, ਉੱਥੇ ਬਹਿ ਕੇ ਉਸ ਗੁਰੂ ਰਾਮਦਾਸ ਤੋਂ ਥੋੜ੍ਹਾ ਡਰਿਆ ਕਰੋ। ਇਤਿਹਾਸ ਦੱਸਣਾ ਵੀ ਹੈ, ਤੱਥਾਂ ਦੇ ਉੱਤੇ ਸਹੀ ਇਤਿਹਾਸ ਦੱਸਿਆ ਕਰੋ। ਖੈਰ ਅੱਗੇ ਆ ਜਾਓ ਜੀ। ਮਾਸਟਰ ਤਾਰਾ ਸਿੰਘ ਦੀਆਂ ਇਹ ਬਹੁਤ ਜ਼ਿਆਦਾ ਗੱਲਾਂ ਕਰਦੇ ਨੇ। 1962 ਤੱਕ ਸੰਗਤ ਜੀ ਇੱਕ ਅਖਬਾਰ ਛਪਦੀ ਸੀ, ਜਥੇਦਾਰ ਅਖਬਾਰ। ਉਸ ਦੇ ਵਿੱਚ ਮਾਸਟਰ ਤਾਰਾ ਸਿੰਘ ਨੇ ਆਪ ਇਹ ਗੱਲ ਮੰਨੀ ਸੀ ਤੇ ਲਿਖਵਾਈ ਸੀ ਕਿ ਸਿੱਖ ਕੌਮ ਦੀ ਸਭ ਤੋਂ ਵੱਡੀ ਟੁੱਚਰ
ਜਦੋਂ ਚੜ੍ਹਦੀ ਕਲਾ ਹੋਣੀ ਸੀ ਮੈਂ ਡਾਹੀ, ਢੁੱਚਰ ਸਮਝਦੇ ਹੋ ਅੜਿੱਕਾ, ਮੈਂ ਬਣਿਆ ਜਦੋਂ ਸਿੱਖ ਕੌਮ ਨੂੰ ਸਭ ਕੁਝ ਮਿਲਣਾ ਸੀ। ਤੇ ਮੈਂ ਤੁਹਾਨੂੰ ਬੁੱਟਰ ਸਾਹਿਬ ਇਹ ਵੀ ਕਹਾਂਗਾ ਕਿ ਹੁਣ ਅਖਬਾਰ ਇਹ ਕਿਤੇ ਨਾ ਕਿਤੇ ਕਟਿੰਗ ਪਈ ਹੋਣੀ ਹੈ, ਨਹੀਂ ਤਾਂ ਮੈਨੂੰ ਲੱਭਣੀ ਪੈਣੀ ਹੈ ਉਹ ਕਟਿੰਗ ਕਿੱਥੇ ਆ, ਮੈਂ ਹੀ ਤੁਹਾਨੂੰ ਦੇ ਦਾਂਗਾ। ਇਹ ਮੈਂ ਆਪਣੇ ਕੋਲ ਨਹੀਂ ਬੋਲ ਰਿਹਾ, ਠੀਕ ਹੈ। ਜਥੇਦਾਰ ਅਖਬਾਰ ਦੀ ਕਟਿੰਗ ਲਵਾ ਲਿਓ, ਨਹੀਂ ਮੈਂ ਅਵੇਲੇਬਲ ਕਰ ਦਾਂਗਾ, ਨਹੀਂ ਤਾਂ ਕਿਸੇ ਨਾ ਕਿਸੇ ਰਾਈਟਰ ਨੇ, ਠੀਕ ਹੈ ਨਾ, ਜਸਵੰਤ ਸਿੰਘ ਕੰਵਲ ਜੀ ਨੇ ਜਾਂ ਕਿਸੇ ਨਾ ਕਿਸੇ ਹੋਰ ਨੇ ਇਹਦਾ ਹਵਾਲਾ ਦਿੱਤਾ ਹੀ ਹੋਣਾ ਹੈ ਕਿਤੇ ਨਾ ਕਿਤੇ। ਸੋ ਅਸੀਂ ਜਿਹੜੀਆਂ ਗੱਲਾਂ ਕਰਦੇ ਹਾਂ, ਅਸੀਂ ਜਿਹੜੀਆਂ ਗੱਲਾਂ ਸੰਗਤ ਨੂੰ ਸਮਝਾਉਣ ਦੀ ਕੋਸ਼ਿਸ਼ ਕਰਦੇ ਹਾਂ, ਉਹਨਾਂ ਗੱਲਾਂ ਦੇ ਵਿੱਚ ਅਸੀਂ ਆਪ ਹੀ ਅਗਰ ਫੇਲ ਹਾਂ ਤਾਂ ਅਸੀਂ ਦੂਜਿਆਂ ਨੂੰ ਕੀ ਸਮਝਾਵਾਂਗੇ, ਕੀ ਸਿੱਖਿਆ ਦੇਵਾਂਗੇ। ਅੱਗੇ ਆ ਜਾਓ, ਹੋਰ ਕੀ ਕਹਿੰਦੇ ਨੇ ਬੁੱਟਰ ਸਾਹਿਬ। ਕਹਿੰਦੇ ਜੀ 1984 ਦੇ ਵਿੱਚ ਸਿੱਖ ਨਸਲਕੁਸ਼ੀ ਹੋਈ, ਬਹੁਤ ਵੱਧ ਚੜ ਕੇ ਐਸਜੀਪੀਸੀ ਨੇ ਸਾਰ ਲਈ। ਮੈਨੂੰ ਇਹ ਦੱਸੋ, ਵੱਧ ਚੜ ਕੇ ਸਾਰ ਲਈ ਤਾਂ ਅੱਜ ਵੀ ਵਿਧਵਾ ਕਲੋਨੀਆਂ ਬਣੀਆਂ ਹੋਈਆਂ ਨੇ, ਠੀਕ ਹੈ। ਤੁਸੀਂ ਕਿਹਾ ਧਰਮੀ ਫੌਜੀਆਂ ਦੀ ਸਾਰ ਲਈ, ਠੀਕ ਹੈ ਨਾ, ਸਾਂਭੇ, ਠੀਕ ਹੈ, ਪੂਰਨ ਉਹਨਾਂ ਦਾ ਵਸੇਵਾ ਕੀਤਾ। ਕਿੱਥੇ ਕੀਤਾ ਮੈਨੂੰ ਦੱਸੋਗੇ? ਲੁਧਿਆਣੇ ਵੀ ਹੈਗੀ ਹੈ ਵਿਧਵਾ ਕਲੋਨੀ, ਪਟਿਆਲੇ ਵੀ ਹੈਗੀ ਹੈ ਵਿਧਵਾ ਕਲੋਨੀ, ਦਿੱਲੀ ਦੇ ਵਿੱਚ ਵੀ ਵਿਧਵਾ ਕਲੋਨੀ ਹੈਗੀ ਹੈ, ਠੀਕ ਹੈ। ਉਹਨਾਂ ਵਾਸਤੇ ਐਸਜੀਪੀਸੀ ਨੇ ਕੀ ਕੁਝ ਕੀਤਾ ਮੈਨੂੰ ਕਿਰਪਾ ਕਰਕੇ ਦੱਸੋ। ਤੇ ਮਤਲਬ ਧਰਮੀ ਫੌਜੀਆਂ ਦਾ ਛੱਡ ਹੀ ਦਿਓ, ਇੱਕ ਵਾਰ ਪਹਿਲਾਂ 500 ਰੁਪਈਆ ਦਿੱਤਾ, ਉਸ ਤੋਂ ਬਾਅਦ ਫਿਰ ਇਹਨਾਂ ਨੂੰ 50,000 ਰੁਪਈਆ ਦਿੱਤਾ, ਉਹ ਵੀ ਉਹਨਾਂ ਨੂੰ ਮਿਲਿਆ ਜਿਹਨਾਂ ਨੇ ਗਲ 'ਚ ਅੰਗੂਠਾ ਦਿੱਤਾ। ਬੀਬੀ ਜਗੀਰ ਕੌਰ ਤਾਂ ਮੁੱਕਰੀ ਗਈ ਸੀ ਵੀ ਇਹ ਧਰਮੀ ਫੌਜੀ ਹੈ ਹੀ ਨਹੀਂ, ਤੇ ਉਹਨਾਂ ਨੂੰ ਇਹਨਾਂ ਨੇ ਧਰਮੀ ਫੌਜੀ ਬਣਾ ਕੇ ਕਈਆਂ ਨੂੰ ਆਪਣੇ ਸਿਰ ਤੇ ਬਿਠਾ ਲਿਆ। ਮਤਲਬ ਸਾਰਿਆਂ ਨੂੰ ਨਹੀਂ, ਕੁਝ ਅਜਿਹੇ ਵੀ ਹੈਗੇ ਨੇ ਜਿਨ੍ਹਾਂ ਦੇ ਉੱਤੇ ਕੰਪਲੇਨ ਇਹ ਹੋਈ ਸੀ ਵੀ ਇਹਨਾਂ ਨੇ ਯੂਥ ਨੂੰ, ਸਿੱਖਾਂ ਨੂੰ ਉੱਥੋਂ ਭੜਕਾ ਕੇ ਪਹਿਲਾਂ ਭਜਾਤਾ ਵੀ ਲਓ ਜੀ ਆਹ ਹੋ ਗਿਆ, ਆਹ ਹੋ ਗਿਆ, ਆਹ ਹੋ ਗਿਆ। ਖੈਰ ਉਹਨਾਂ ਨੇ ਚਾਹੇ ਉਹ ਆਪ ਮੁਹਾਰੇ ਵੀ ਆਉਣਾ ਚਾਹੁੰਦੇ ਹੋਣ, ਪਰ ਕਿਸੇ ਨੇ ਉਹਨਾਂ ਨੂੰ ਯੂਨਿਟਾਂ ਦੇ ਵਿੱਚ ਪ੍ਰਵੋਕ ਜਿਹਨਾਂ ਨੇ ਕੀਤਾ ਵੀ ਲਓ ਜੀ ਦਰਬਾਰ ਸਾਹਿਬ ਤੇ ਹਮਲਾ ਹੋ ਗਿਆ, ਸਿੰਘੋ ਚੱਕੋ ਬੰਦੂਕਾਂ, ਨਿਕਲੋ ਚੱਕੋ ਬੰਦੂਕਾਂ। ਉਹਨਾਂ ਨੇ ਲੱਗਿਆ ਵੀ ਮੈਂ ਪਿੱਛੋਂ ਖਬਰ ਦਊਂਗਾ ਤੇ ਮੇਰੇ ਬੜੇ ਤਮਗੇ ਲੱਗ ਜਾਣੇ ਨੇ, ਸਟਾਰ ਲੱਗ ਜਾਣਗੇ ਵੀ ਫਟਾਫਟ ਮੈਂ ਫੋਨ ਮਾਰਦਾ, ਲਓ ਜੀ ਆਹ ਯੂਨਿਟ ਤਾਂ ਫਰਾਰ ਹੋ ਗਈ। ਅਜਿਹੇ ਬੰਦੇ ਜਿਹੜੇ ਸੀਗੇ, ਜਿਹੜੇ ਉਹਦੇ ਵੱਲੋਂ ਭਜਾਏ ਗਏ ਸੀਗੇ, ਉਹਨਾਂ ਨੂੰ ਵਾਪਸ ਰੀਜੁਆਇਨ ਕਰਵਾਇਆ ਗਿਆ ਸੀ ਆਰਮੀ ਦੇ ਵਿੱਚ, ਕਿ ਇਹਨਾਂ ਨੂੰ ਪ੍ਰਵੋਕ ਕਰਕੇ ਇਹਦੇ ਵੱਲੋਂ ਉਕਸਾ ਕੇ ਭਜਵਾਇਆ ਗਿਆ। ਉਹ ਉਹਨਾਂ ਧਰਮੀ ਫੌਜੀਆਂ ਵਾਸਤੇ ਵੀ ਗੱਦਾਰ ਸੀ ਤੇ ਕੌਮ ਵਾਸਤੇ ਵੀ ਗੱਦਾਰ ਸੀ, ਤੇ ਸਰਕਾਰ ਨੇ ਅਜਿਹੇ ਬੰਦੇ ਵੀ ਜੇਲ੍ਹ ਭੇਜੇ ਸਜ਼ਾ ਕੱਟਣ ਵਾਸਤੇ ਕਿ ਤੁਸੀਂ ਇਹ ਕਰਤੂਤ ਕੀਤੀ ਹੈ। ਤੇ ਜਦੋਂ ਉਹ ਜੇਲ੍ਹਾਂ ਕੱਟ ਕੇ ਬਾਹਰ ਆ ਗਏ ਤੇ ਉਹ ਧਰਮੀ ਫੌਜੀ ਬਣ ਗਏ। ਲਓ ਜੀ ਅਸੀਂ ਤਾਂ ਜੀ ਆਪਣੀ ਬੈਰਕਾ ਛੱਡ ਕੇ ਨਿਕਲੇ ਸੀਗੇ ਤੇ ਅਸੀਂ ਤਾਂ ਭੱਜੇ ਸੀ। ਤੇ ਅੱਜ ਉਹਨਾਂ ਵਿੱਚੋਂ ਕਈ ਹੈਗੇ ਨੇ ਜਿਹੜੇ ਤੁਹਾਡੇ ਤਲਵੇ ਚੱਟ ਅੱਜ ਵੀ ਹੋਣਗੇ, ਉਹਨਾਂ ਨੂੰ ਤੁਸੀਂ ਧਰਮੀ ਫੌਜੀ ਬਣਾ ਲਿਆ। ਪਰ ਜਿਹਨਾਂ ਨੇ ਗੋਲੀਆਂ ਖਾਧੀਆਂ, ਜਿਹੜੇ ਮਤਲਬ ਸ਼ਹੀਦ ਹੋਏ, ਜਿਹੜੇ ਅੱਜ ਵੀ ਬੈਠੇ ਤੁਹਾਡੇ ਤੋਂ ਹੱਕ ਮੰਗਦੇ ਆ, ਉਹਨਾਂ ਨੂੰ ਤੁਸੀਂ ਕਿਹੜਾ ਹੱਕ ਦਿੱਤਾ ਮੈਨੂੰ ਦੱਸੋਗੇ? ਧਰਮੀ ਫੌਜੀ ਤੁਹਾਡੇ ਸਾਹਮਣੇ ਆ ਕੇ ਬੋਲ ਦੇਣਗੇ। ਇਸ ਕਰਕੇ ਸਿਰਫ ਬੋਲਣ ਦੇ ਨਾਲ ਨਹੀਂ, ਪ੍ਰੈਕਟੀਕਲੀ ਦੱਸੋ ਕਿੰਨੇ ਧਰਮੀ ਫੌਜੀਆਂ ਦੇ ਬੱਚਿਆਂ ਨੂੰ ਤੁਸੀਂ ਕੰਮ ਦਿੱਤਾ, ਠੀਕ ਹੈ, ਤੇ ਕਦੋਂ ਦਿੱਤਾ? ਪਹਿਲੀ ਵਾਰ 'ਚ ਦਿੱਤਾ ਸੀ? ਪਤਾ ਨਹੀਂ ਕਿੰਨੇ ਗੇੜੇ ਕਢਾਏ ਹੋਣੇ, ਕਿੰਨੀਆਂ ਮਿੰਨਤਾਂ ਕਰਵਾਈਆਂ ਹੋਣੀਆਂ, ਕਿੱਥੇ ਜੈਕ ਲਵਾਏ ਹੋਣਗੇ, ਪਤਾ ਨਹੀਂ ਕਿੰਨਿਆਂ ਤੋਂ ਰਿਸ਼ਵਤ ਵੀ ਖਾਧੀ ਹੋਣੀ ਆ, ਰੱਬ ਜਾਣੇ, ਠੀਕ ਹੈ। ਇਸ ਕਰਕੇ ਇਹਨਾਂ ਚੀਜ਼ਾਂ ਦੇ ਉੱਤੇ ਤਾਂ ਭਰੋਸਾ ਹੀ ਨਹੀਂ ਹੈ। ਖੈਰ ਉਸ ਤੋਂ ਬਾਅਦ ਤੁਸੀਂ ਕਿਹਾ ਕਿ ਬੰਦੀ ਸਿੰਘਾਂ ਦੀ ਰਿਹਾਈ ਦੀ ਤੁਸੀਂ ਗੱਲ ਕੀਤੀ ਕਿ ਬੰਦੀ ਸਿੰਘਾਂ ਦੀ ਰਿਹਾਈ ਵਾਸਤੇ ਅਸੀਂ ਬੜਾ ਜੂਝੇ। ਐਸਜੀਪੀਸੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਅਕਾਲੀ ਦਲ ਦੇ ਨਾਲ ਮਿਲ ਕੇ ਬਹੁਤ ਜ਼ੋਰ ਲਾਇਆ। ਤਾਂ ਮੈਨੂੰ ਇਹ ਦੱਸੋ ਕਿ ਅਕਾਲੀ ਦਲ ਦੇ ਨਾਲ ਮਿਲ ਕੇ ਤੁਸੀਂ ਬੰਦੀ ਸਿੰਘਾਂ ਦੀ ਰਿਹਾਈ ਵਾਸਤੇ ਬੜਾ ਜ਼ੋਰ ਲਾਇਆ। ਰਾਜੂਆਣੇ ਦੀ ਫਾਂਸੀ ਦੀ ਤੁਸੀਂ ਗੱਲ ਕੀਤੀ, ਉਹ ਮਾਫ ਕਰਵਾਈ, ਤੁਸੀਂ ਕਰਵਾਈ, ਸੰਗਤ ਨੇ ਕਰਵਾਈ ਹੈ, ਠੀਕ ਹੈ। ਤੇ ਜਦੋਂ ਰਿਹਾਈ ਦੀ ਗੱਲ ਆਈ ਸੀ ਤਾਂ ਇਹ ਵੀ ਇਤਿਹਾਸ ਚੱਕ ਕੇ ਖੰਗਾਲ ਕੇ ਦੇਖ ਲਿਓ, ਜਦੋਂ ਬੀਜੇਪੀ ਦੇ ਨਾਲ ਗੱਠ ਜੋੜ ਸੀ ਅਕਾਲੀ ਦਲ ਦਾ, ਬਾਦਲਾਂ ਦਾ, ਭਾਈਵਾਲ ਸੀ ਉਹਨਾਂ ਦੀ, ਠੀਕ ਹੈ, ਉਦੋਂ ਇਹ ਜਵਾਬ ਕਿਹਨੇ ਦਿੱਤਾ ਸੀਗਾ ਵੀ ਖਾੜਕੂ ਨਾ ਛੱਡੋ ਭਾਈ, ਅੱਤਵਾਦੀਆਂ ਨੂੰ ਬਾਹਰ ਨਾ ਕੱਢੋ, ਪੰਜਾਬ ਦਾ ਮਾਹੌਲ ਖਰਾਬ ਹੋਊਗਾ, ਠੀਕ ਹੈ, ਬਾਦਲਾਂ ਵੱਲੋਂ ਬਿਆਨ ਸੀ। ਫਿਰ ਉਸ ਦੌਰਾਨ ਜਦੋਂ ਤੁਸੀਂ ਬੀਜੇਪੀ ਦੇ ਨਾਲ ਭਾਈਵਾਲ ਸੀ, ਉਦੋਂ ਦੇ ਮੈਨੂੰ ਕੋਈ ਵੀ ਨੋਟੀਫਿਕੇਸ਼ਨਸ, ਲੈਟਰਸ ਜਾਂ ਤੁਹਾਡੇ ਵੱਲੋਂ ਐਸਜੀਪੀਸੀ ਵੱਲੋਂ ਹੀ ਕੀਤੀਆਂ ਗਈਆਂ ਕਾਰਗੁਜ਼ਾਰੀਆਂ ਦਿਖਾ ਦਿਓ ਵੀ ਬੰਦੀ ਸਿੰਘਾਂ ਦੀ ਰਿਹਾਈ ਵਾਸਤੇ ਤੁਸੀਂ ਕੀ ਕੁਝ ਕੀਤਾ, ਠੀਕ ਹੈ। ਆ ਪਿਛਲੇ 7-8 ਸਾਲ ਦਾ ਛੱਡ ਦਿਓ, ਕਾਂਗਰਸ ਦੀ ਸਰਕਾਰ ਦਾ ਛੱਡ ਦਿਓ, ਉਸ ਤੋਂ ਬਾਅਦ ਆਮ ਆਦਮੀ ਪਾਰਟੀ ਦੀ ਸਰਕਾਰ ਆ ਗਈ, ਛੱਡ ਦਿਓ, ਤੁਸੀਂ ਦਿਖਾਓਗੇ ਹੁਣ ਦਾ, ਕਿਉਂਕਿ ਤੁਸੀਂ ਸੱਤਾ ਤੇ ਕਾਬਜ਼ ਹੋਏ ਸੀ, ਉੱਥੋਂ ਤੁਸੀਂ ਅੱਜ 3 ਸੀਟਾਂ ਤੇ ਆ ਗਏ ਹੋ। ਤੇ ਫਿਰ ਵੀ ਪਾਣੀ ਪੀਣ ਵਾਸਤੇ ਜੁੱਤੀ ਇੱਕੋ ਹੀ ਹੈ, ਠੀਕ ਹੈ। ਮੀਰੀ ਤੇ ਪੀਰੀ ਦੇ ਸਿਧਾਂਤ ਦੀਆਂ ਤੁਸੀਂ ਧੱਜੀਆਂ ਉਡਾਈਆਂ ਹੋਈਆਂ, ਸਿਆਸਤ ਦੀ ਜੁੱਤੀ ਸਿਰ ਤੇ ਚੱਕ ਕੇ ਰੱਖੀ ਹੋਈ ਹੈ, ਉਹ ਲਾਉਣ ਦੀ ਤੁਹਾਡੇ 'ਚ ਹਿੰਮਤ ਨਹੀਂ ਹੈਗੀ। ਫਿਰ ਤੁਸੀਂ ਕਹਿੰਦੇ ਕਿ ਬੰਦੀ ਸਿੰਘਾਂ ਵਾਸਤੇ ਤੁਸੀਂ ਬਹੁਤ ਕੁਝ ਕੀਤਾ। ਮੈਨੂੰ ਦੱਸ ਦਿਓ ਜਥੇਦਾਰ ਹਵਾਰਾ ਨੂੰ ਅੱਜ ਤੱਕ ਤੁਹਾਡੇ ਵੱਲੋਂ ਕਿੰਨੇ ਲੈਟਰ ਗਏ ਨੇ ਦਿੱਲੀ ਗਵਰਨਮੈਂਟ ਨੂੰ ਵੀ ਉਹਨਾਂ ਨੂੰ ਪੰਜਾਬ ਸ਼ਿਫਟ ਕੀਤਾ ਜਾਵੇ? ਆਮ ਜਥੇਬੰਦੀਆਂ ਲੱਗੀਆਂ ਹੋਈਆਂ ਨੇ, ਦੇਸ਼ਾਂ ਵਿਦੇਸ਼ਾਂ ਦੀ ਸੰਗਤ ਲੱਗੀ ਹੋਈ ਹੈ। ਭਾਈਵਾਲ ਰਹੇ ਹੋ, ਕਿੰਨੇ ਸਾਲ ਰਹੇ ਹੋ ਬੀਜੇਪੀ ਦੇ ਨਾਲ? ਉਦੋਂ ਐਸਜੀਪੀਸੀ ਦਾ ਜ਼ੋਰ ਨਹੀਂ ਲੱਗਿਆ ਕਿ ਆਪਣੇ ਆਕਾਵਾਂ ਨੂੰ ਕਹਿ ਦੋ ਕਿ ਘੱਟੋ ਘੱਟ ਹੁਣ ਤਾਂ ਲਿਆਓ, ਹੁਣ ਤਾਂ ਛਡਾ ਲਓ। ਉਸ ਤੋਂ ਬਾਅਦ ਜਿਹਨਾਂ ਨੇ ਕੌਮ ਵਾਸਤੇ ਜਿਹੜੇ ਲੜੇ ਨੜੇ,
ਜਿਨ੍ਹਾਂ ਨੇ ਸਭ ਕੁਝ ਕੀਤਾ, ਠੀਕ ਹੈ, ਭਾਈ ਰਾਜੂਆਣਾ ਦੀ ਭੈਣ ਨੂੰ ਹੀ ਅਕਾਲੀ ਦਲ 'ਚ ਸ਼ਾਮਿਲ ਕਰਕੇ ਤੇ ਉਹਨਾਂ ਨੂੰ ਚੋਣਾਂ ਲੜਾਤੀਆਂ। ਉਹ ਵਿਚਾਰੇ ਦੀ ਕੁਰਬਾਨੀ ਤੇ ਮਿੱਟੀ ਪਾਤੀ। ਹੋਰ ਕੁਰਬਾਨੀਆਂ ਦੱਸਾਂ ਇਹਨਾਂ ਦੀਆਂ ਕੀ ਨੇ? ਖੈਰ, ਜਦੋਂ ਬੇਅੰਤ ਸਿੰਘ ਨੂੰ ਸੋਧਾ ਲੱਗਦਾ ਦਿਲਾਵਰ ਸਿੰਘ ਤਾਂ ਉਦੋਂ ਹੀ ਵਿਚਾਰਾ ਸ਼ਹੀਦ ਹੋ ਜਾਂਦਾ ਹੈ। ਉਸ ਤੋਂ ਬਾਅਦ ਇੱਕੋ ਹੀ ਕੇਸ ਦੇ ਵਿੱਚ ਬਾਕੀ ਸਾਰੇ ਅੰਦਰ ਗਏ ਆ ਨਾ, ਚਾਹੇ ਜੱਦਰ ਹਵਾਲਾ ਹੋਣ ਚਾਹੇ ਰਾਜੂਆਣਾ ਹੋਣ, ਠੀਕ ਹੈ। ਕਿੰਨੇ ਸਿੰਘ ਅੰਦਰ ਨੇ? ਤਾਂ ਫਿਰ ਜੇਲ੍ਹਾਂ ਦੇ ਅੰਦਰ ਅੰਦਰ ਇਹਨਾਂ ਦੇ ਵਿੱਚ ਏਡਾ ਵੱਡਾ ਇੰਨੀ ਦੂਰੀ ਕਿੱਦਾਂ ਆ ਗਈ, ਇੰਨਾ ਪਾੜ ਕਿੱਦਾਂ ਆ ਗਿਆ? ਖੇਡਾਂ ਸਿਆਸਤ ਦੀਆਂ ਹੀ ਨੇ ਸਾਰੀਆਂ। ਇਹਦੇ ਉੱਤੇ ਬੋਲਣ ਦਾ ਫਰਜ਼ ਬਣਦਾ ਸੀ ਤੁਹਾਡਾ, ਨਹੀਂ ਬਣਦਾ ਸੀ? ਕਿੱਦਾਂ ਜੇਲ੍ਹਾਂ ਦੇ ਅੰਦਰੋਂ ਚਿੱਠੀਆਂ ਇੱਧਰ ਤੋਂ ਉੱਧਰ ਜਿਹੜੀਆਂ ਐਕਸਚੇਂਜ ਹੋਈਆਂ ਕਿਹਨੇ ਕਰਵਾਈਆਂ, ਹੋਈ ਪਤਾ ਕਰ ਲਿਓ, ਠੀਕ ਹੈ। ਰਾਜੂਆਣੇ ਨੂੰ ਹਵਾਰਾ ਜੀ ਦਾ ਸੁਨੇਹਾ ਕੌਣ ਭੇਜਦਾ ਸੀਗਾ, ਠੀਕ ਹੈ। ਰਾਜੂਆਣੇ ਦੇ ਸੁਨੇਹੇ ਹਵਾਰਾ ਜੀ ਕੋਲ ਕਿਹਦੇ ਥਰੂ ਜਾਂਦੇ ਸੀਗੇ? ਸੱਚ ਤੁਹਾਡੇ ਸਾਹਮਣੇ ਆ ਜਾਊਗਾ। ਪਾੜ ਕਿਉਂ ਪਿਆ ਮੈਨੂੰ ਨਹੀਂ ਪਤਾ, ਕਿਰਪਾ ਕਰਕੇ ਤੁਸੀਂ ਦੱਸ ਦਿਓ ਪਾੜ ਕਿਉਂ ਪਿਆ, ਠੀਕ ਹੈ। ਸੋ ਇਤਿਹਾਸ ਥੋੜਾ ਜਿਹਾ ਸਮਝ ਲਿਆ ਕਰੋ, ਉਸ ਤੋਂ ਬਾਅਦ ਬਿਆਨ ਕਰਿਆ ਕਰੋ। ਉਸ ਤੋਂ ਬਾਅਦ ਅੱਗੇ ਆ ਜਾਂਦੇ ਆ। ਪੁੱਟਰ ਸਾਹਿਬ ਕਹਿੰਦੇ ਕਿ 1998 ਦੇ ਵਿੱਚ ਉੱਤਰ ਪ੍ਰਦੇਸ਼ ਤੋਂ ਉੱਤਰਾਂਚਲ ਨੂੰ ਤੋੜ ਕੇ ਇੱਕ ਵੱਖਰਾ ਸੂਬਾ ਬਣਾਇਆ ਜਾ ਰਿਹਾ ਸੀ। ਸ਼ਹੀਦ ਊਧਮ ਸਿੰਘ ਨਗਰ ਜਿਹੜਾ ਸੀਗਾ ਉੱਤਰਾਂਚਲ 'ਚ ਨਾ ਸ਼ਾਮਿਲ ਹੋਵੇ, ਤਾਂ ਕਰਕੇ ਉਸ ਨੂੰ ਉੱਤਰ ਪ੍ਰਦੇਸ਼ ਵਿੱਚ ਹੀ ਰੱਖਣ ਵਾਸਤੇ ਅਕਾਲੀ ਦਲ ਦੇ ਨਾਲ ਮਿਲ ਕੇ ਸ਼੍ਰੋਮਣੀ ਕਮੇਟੀ ਨੇ ਵੱਡੇ ਪੱਧਰ ਦੇ ਉੱਤੇ ਆਵਾਜ਼ ਚੱਕੀ। ਬਿਲਕੁਲ ਆਵਾਜ਼ ਚੱਕੀ, ਪਰ ਕੀ ਹੋਇਆ ਮੈਨੂੰ ਇਹ ਦੱਸੋਗੇ? ਪੱਲੇ ਕੀ ਪਿਆ ਤੁਹਾਡੇ? ਕੀ ਸ਼ਹੀਦ ਊਧਮ ਸਿੰਘ ਨਗਰ ਬਚਿਆ? ਨਹੀਂ ਬਚਿਆ। ਕਿੱਦਾਂ ਬਚਦਾ? ਕਿਉਂਕਿ ਅਸੀਂ ਸਿਰਫ ਤੇ ਸਿਰਫ ਸਿਆਸੀ ਧਕੋਸਲੇ ਕਰਨੇ ਸਿੱਖੇ ਆ। ਅਸੀਂ ਆਹ ਕਰ ਰਹੇ ਹਾਂ, ਅਸੀਂ ਆਹ ਕਰਾਂਗੇ, ਦੱਸ ਦਿਓ ਅਸੀਂ ਆਹ ਕਰਤਾ ਕਦੋਂ ਕਿਹਾ? ਸੋ ਇਹ ਵੀ ਸੰਗਤ ਸੀ, ਉਹੀ ਸੀਗਾ ਵੀ ਅਸੀਂ ਸਿਰਫ ਮਤਲਬ ਢੰਡੋਰਾ ਪਿੱਟਣਾ ਸੀਗਾ ਕਿ ਹਾਂ ਅਸੀਂ ਆਹ ਕਰਨ ਚੱਲੇ ਆ, ਕਰਨਾ ਕੱਖ ਨਹੀਂ। ਤੇ ਹਾਂ, ਜਿਹੜਾ ਤੁਸੀਂ ਕਹਿ ਰਹੇ ਹੋ ਤੁਹਾਨੂੰ ਮਤਲਬ ਸ਼ਹੀਦ ਊਧਮ ਸਿੰਘ ਨਗਰ ਦਾ ਚੇਤਾ ਆ ਗਿਆ, 1966 ਨਹੀਂ ਤੁਹਾਨੂੰ ਚੇਤਾ ਆਇਆ? ਜਦੋਂ ਚੰਗਾ ਭੋਲਾ ਸਾਡਾ ਪੰਜਾਬੀ ਸੂਬਾ, ਠੀਕ ਹੈ, 3 ਟੋਟੇ ਕਰਤਾ, ਕਿਹਨੇ ਕੀਤਾ? ਇਹਨਾਂ ਨੇ, ਜਿਹਨਾਂ ਦੇ ਸੋਲੇ ਗਾ ਰਹੇ ਹੋ। ਸ਼੍ਰੋਮਣੀ ਕਮੇਟੀ ਅਕਾਲੀ ਦਲ ਦੇ ਨਾਲ ਮਿਲ ਕੇ ਵੱਡੇ ਪੱਧਰ ਤੇ ਇਹਨਾਂ ਨੇ ਮਤਲਬ ਜੰਗ ਲੜੀ ਉਦੋਂ। ਤੇ ਫਿਰ ਸ਼੍ਰੋਮਣੀ ਕਮੇਟੀ ਨੂੰ 1966 ਦੇ ਵਿੱਚ ਕੀ ਮੌਤ ਪਈ ਸੀ? ਜਦੋਂ ਪੰਜਾਬੀ ਸੂਬੇ ਦੀ ਵੰਡ ਹੋ ਰਹੀ ਸੀ, ਉਦੋਂ ਕਿਉਂ ਨਾ ਇਹ ਅੜ ਕੇ ਖੜੀ ਕੱਲ ਪਰਸੋਂ ਮੈਂ ਕਹਿ ਕੇ ਜਾ ਗਿਆ ਆ, ਠੀਕ ਹੈ। ਉਦੋਂ ਕਿਉਂ ਨਾ ਇਹਨਾਂ ਨੇ ਫਰਜ਼ ਸਮਝਿਆ ਕਿ ਅਸੀਂ ਆਪਣਾ ਪੰਜਾਬੀ ਸੂਬਾ ਨਹੀਂ ਟੁੱਟਣ ਦੇਣਾ? ਕਿਉਂ? ਸਿਆਸਤ ਦੀ ਜੁੱਤੀ ਸਿਰ ਤੇ ਲਟਕਦੀ ਸੀ ਉਦੋਂ ਵੀ, ਜਿਹੜੇ ਮਰਜ਼ੀ ਉਦੋਂ ਪ੍ਰਧਾਨ ਹੋਣ, ਜਥੇਦਾਰ ਹੋਣ। ਉਦੋਂ ਨਹੀਂ ਚੇਤਾ ਆਇਆ? ਉਦੋਂ ਕਿਉਂ ਨਹੀਂ ਅੜੇ? ਉਦੋਂ ਕਿਉਂ ਨਹੀਂ ਲੜੇ? ਉਦੋਂ ਕਿਉਂ ਨਹੀਂ ਖੜੇ? ਅੱਗੇ ਇਹ ਕਹਿੰਦੇ ਨੇ ਕਿ ਐਸਜੀਪੀਸੀ ਜਿਹੜੀ ਹੈ ਸਿਰਫ ਪੰਜਾਬ ਨਹੀਂ, ਦੇਸ਼ ਦੀ ਰਾਜਨੀਤੀ ਦੇ ਵਿੱਚ ਇੱਕ ਵੱਡਾ ਹਸਤਾਖਰ ਹੈ। ਮੈਂ ਇਹਨਾਂ ਨੂੰ ਇਹ ਪੁੱਛਣਾ ਚਾਹਾਂਗਾ ਵੀ ਤੁਸੀਂ ਕਹਿੰਦੇ ਹੋ ਕਿ ਐਸਜੀਪੀਸੀ ਪੂਰੇ ਦੇਸ਼ ਦੇ ਵਿੱਚ ਅਗਰ ਇੰਨਾ ਹੀ ਹੈ, ਐਸਜੀਪੀਸੀ ਪੂਰੇ ਦੇਸ਼ ਦੇ ਵਿੱਚ ਇੱਕ ਆਪਣਾ ਅਲੱਗ ਰੁਤਬਾ ਰੱਖਦੀ ਹੈ ਰਾਜਨੀਤੀ ਦੇ ਵਿੱਚ ਵੀ, ਤਾਂ ਐਸਜੀਪੀਸੀ ਦੇ ਜਥੇਦਾਰਾਂ ਨੂੰ, ਪ੍ਰਧਾਨਾਂ ਨੂੰ ਇੱਕ ਚੀਜ਼ ਪੁੱਛੋ ਵੀ ਅੱਜ ਹਜੂਰ ਸਾਹਿਬ ਦੇ ਵਿੱਚ ਅਗਰ ਇੱਕ ਗੈਰ ਸਿੱਖ ਨੂੰ ਸਾਰਾ ਪ੍ਰਬੰਧ ਸਾਂਭ ਦਿੱਤਾ ਗਿਆ ਆ, ਅਫਸੋਸ ਇਹਨਾਂ ਨੂੰ ਬੜਾ ਹੁੰਦਾ ਆ ਉਸ ਦੇ ਉੱਤੇ। ਧਾਮੀ ਸਾਹਿਬ ਬੜਾ ਬੋਲੇ ਆ, ਖੈਰ ਉੱਤੇ ਵੀ ਅੱਗੇ ਆ ਰਿਹਾ ਆ। ਪਰ ਜਦੋਂ ਆਲ ਇੰਡੀਆ ਗੁਰਦੁਆਰਾ ਐਕਟ ਬਣ ਕੇ ਤਿਆਰ ਸੀਗਾ ਤੇ ਉਦੋਂ ਇਹਨਾਂ ਨੂੰ ਫਿਰ ਕਿਉਂ ਮੌਤ ਪਈ ਸੀ? ਉਸ ਐਕਟ ਨੂੰ ਇਹਨਾਂ ਨੇ ਕਿਉਂ ਦੱਬ ਦਿੱਤਾ? ਉਸ ਤੋਂ ਬਾਅਦ ਹਜੂਰ ਸਾਹਿਬ ਐਕਟ ਬਣਦਾ, ਦਿੱਲੀ ਐਕਟ ਬਣਦਾ, ਹਰਿਆਣਾ ਐਕਟ ਬਣਦਾ, ਉਹਦੇ ਵਿੱਚ ਇਹਨਾਂ ਨੇ ਆਪਣੀ ਬਣਦੀ ਭੂਮਿਕਾ ਕਿਉਂ ਨਹੀਂ ਨਿਭਾਈ? ਜੇ ਆਲ ਇੰਡੀਆ ਗੁਰਦੁਆਰਾ ਐਕਟ ਬਣਿਆ ਹੁੰਦਾ ਤਾਂ ਅੱਜ ਆਹ ਸਿਆਪੇ ਪੈਣੇ ਹੀ ਨਹੀਂ ਸੀ। ਸੋ ਇਹਦੀ ਜੜ ਕੌਣ ਹੈ? ਕਿਰਪਾ ਕਰਕੇ ਬੁੱਟਰ ਸਾਹਿਬ ਮੈਨੂੰ ਇਹ ਵੀ ਜ਼ਰੂਰ ਦੱਸਿਓ, ਠੀਕ ਹੈ ਜੀ। ਖੈਰ ਆ ਜਾਓ ਜੀ, ਹੁਣ ਕੁਝ ਸਵਾਲ ਧਾਮੀ ਸਾਹਿਬ ਦੇ ਨਾਲ ਹੋ ਜਾਣਾ। ਧਾਮੀ ਸਾਹਿਬ, ਬੜਾ ਰੋਸ਼ ਹੈ ਤੁਹਾਨੂੰ, ਸਾਰੀ ਸਿੱਖ ਕੌਮ ਨੂੰ ਵੀ ਬੜਾ ਰੋਸ਼ ਹੈ। ਮੈਂ ਹੁਣ ਕਹਿ ਕੇ ਹਟਿਆ ਕਿ ਤਖ਼ਤ ਸ੍ਰੀ ਹਜੂਰ ਸਾਹਿਬ ਇੱਕ ਹਿੰਦੂ ਬੰਦੇ ਨੂੰ, ਠੀਕ ਹੈ ਨਾ, ਪ੍ਰਬੰਧਕ ਲਾ ਦਿੱਤਾ। ਤੁਸੀਂ ਵੀ ਬੜਾ ਦੁੱਖ ਵਿਅਕਤ ਕੀਤਾ, ਸਾਰੀ ਸ਼੍ਰੋਮਣੀ ਕਮੇਟੀ ਨੂੰ ਵੀ ਬੜਾ ਦੁੱਖ ਵਿਅਕਤ ਕੀਤਾ। ਐਕਚੁਅਲੀ ਦਿਲੋਂ ਸਾਰੀ ਸਿੱਖ ਕੌਮ ਨੂੰ ਬੜਾ ਦੁੱਖ ਹੈ, ਇਸ ਦੇ ਉੱਤੇ ਰੋਸ਼ ਹੈ, ਠੀਕ ਹੈ ਜੀ। ਇੱਕ ਵੀਰ ਕੱਲ੍ਹ ਪਰਸੋਂ ਜਦੋਂ ਮੈਂ ਐਗਜ਼ਾਮਪਲ ਦਿੱਤੀ ਤਾਂ ਉਹ ਕਹਿ ਰਿਹਾ ਸੀ ਵੀ ਸ਼ਾਇਦ ਤੁਸੀਂ ਉਹਦੇ ਹੱਕ 'ਚ ਹੋ। ਮੈਂ ਕੋਈ ਹੱਕ 'ਚ ਨਹੀਂ ਹਾਂ, ਮੈਂ ਤਾਂ ਸਿਰਫ ਐਸਜੀਪੀਸੀ ਦੇ ਜਿਹੜੇ ਇਹਨਾਂ ਦੇ ਮਤਲਬ ਐਕਚੁਅਲੀ ਰਿਸਪੌਂਸਿਬਿਲਿਟੀਜ਼ ਬਣਦੀਆਂ ਸੀਗੀਆਂ। ਜੇ ਇਹਨਾਂ ਨੇ ਆਲ ਇੰਡੀਆ ਗੁਰਦੁਆਰਾ ਐਕਟ ਉਦੋਂ ਅਡੋਪਟ ਕੀਤਾ ਹੁੰਦਾ ਤਾਂ ਸ਼ਾਇਦ ਅੱਜ ਸਾਨੂੰ ਇਹ ਤਰਾਸਦੀ ਨਾ ਦੇਖਣੀ ਪੈਂਦੀ, ਠੀਕ ਹੈ ਜੀ। ਜਦੋਂ ਸਰਨਾ ਬ੍ਰਦਰਜ਼ ਨੇ ਇਸ ਤੋਂ ਪਹਿਲਾਂ ਜਿਹੜੇ ਉਹ ਪਸਰੀਚਾ ਜਿਹੜੇ ਸੀਗੇ ਬਣੇ ਹੋਏ ਪ੍ਰਬੰਧਕ, ਉਹਨਾਂ ਦੇ ਵੇਲੇ ਇਹ ਗੱਲ ਨਾ ਕਹੀ ਹੁੰਦੀ ਕਿ ਕੋਈ ਗੱਲ ਨਹੀਂ ਜੀ, ਸਿੱਖ ਹੀ ਆ, ਦਸਤਾਰ ਬੰਨ੍ਹਦਾ ਆ, ਕੋਈ ਗੱਲ ਨਹੀਂ ਸਾਂਭਣ ਦਿਓ, ਤਾਂ ਫਿਰ ਸਾਨੂੰ ਅੱਜ ਇਹ ਤਰਾਸਦੀ ਨਾ ਦੇਖਣੀ ਪੈਂਦੀ। ਪਰ ਅੱਜ ਜੋ ਕੁਝ ਹੁਣ ਹੋ ਰਿਹਾ ਆ ਉਹ ਸਾਡੇ ਹੀ ਬੀਜੇ ਕੰਡੇ ਨੇ ਜਿਹੜੇ ਅਸੀਂ ਵੱਢ ਰਹੇ ਹਾਂ। ਪਰ ਇਹ ਬੀਜੇ ਕਿਹੜਾ ਨੇ? ਤੁਸੀਂ ਨਹੀਂ ਬੀਜੇ, ਮੈਂ ਨਹੀਂ ਬੀਜੇ, ਆਮ ਸੰਗਤ ਨੇ ਨਹੀਂ ਬੀਜੇ, ਇਹ ਉਹਨਾਂ ਨੇ ਬੀਜੇ ਜਿਹੜੇ ਉਸ ਜ਼ਿੰਮੇਵਾਰ ਅਹੁਦੇ ਤੇ ਉਸ ਵੇਲੇ ਬੈਠੇ ਸੀ, ਜਿਹਨਾਂ ਦੀ ਰਿਸਪੌਂਸਿਬਿਲਿਟੀ ਬਣਦੀ ਸੀ ਵੀ ਆਪਣੇ ਅਹੁਦਿਆਂ ਤੇ ਬਹਿ ਕੇ ਉਹਦੀ ਗਰਿਮਾ ਬਣਾ ਕੇ ਰੱਖਣ ਤੇ ਸਿੱਖ ਕੌਮ ਦੇ ਹੱਕ ਦੇ ਵਿੱਚ ਸਹੀ ਫੈਸਲੇ ਲਿੱਤੇ ਜਾਣ, ਬਿਨਾਂ ਕਿਸੇ ਸਿਆਸੀ ਦਬਾਅ ਤੋਂ, ਬਿਨਾਂ ਕਿਸੇ ਦੀ ਜੁੱਤੀ ਦੇ ਡਰ ਤੋਂ।
ਪਰ ਇਹ ਤਲਵੇ ਚੱਟਣੋਂ ਨਹੀਂ ਹਟੇ, ਇਹ ਆਪਣੇ ਘਰ ਭਰਨ ਨੂੰ ਨਹੀਂ ਹਟੇ। ਜਿਹੜੇ ਸਾਈਕਲਾਂ ਤੇ ਟੁੱਟਿਆਂ ਤੇ ਘੁੰਮਦੇ ਸੀ ਉਹਨਾਂ ਨੇ ਕੋਠੀਆਂ ਪਾ ਲਈਆਂ, ਠੀਕ ਹੈ, ਸੈਲਰ ਬਣਾ ਲਏ, ਠੀਕ ਹੈ, ਉਹਨਾਂ ਦੇ ਮਤਲਬ ਹੋਟਲਸ ਤੱਕ ਚੱਲਦੇ ਨੇ। ਜਿਨ੍ਹਾਂ ਨੇ ਸਿੰਘ ਮਰਵਾਏ ਉਹ ਅੱਜ ਮਲਾਈ ਖਾ ਰਹੇ ਨੇ। ਖੈਰ ਉਸ ਤੇ ਨਹੀਂ, ਧਾਮੀ ਸਾਹਿਬ ਤੇ ਆਨੇ ਆ ਵੀ ਬੜਾ ਅਫਸੋਸ ਧਾਮੀ ਸਾਹਿਬ ਨੇ ਜਤਾਇਆ ਕਿ ਇੱਕ ਗੈਰ ਸਿੱਖ ਨੂੰ ਉੱਥੇ ਮਤਲਬ ਪ੍ਰਧਾਨਗੀ ਦੇ ਉੱਤੇ ਲਾਤਾ, ਸਾਂਭ ਸੰਭਾਲ ਦੇਤੀ। ਪਰ ਗੁਰੂ ਰਾਮਦਾਸ ਹਸਪਤਾਲ ਦੇ ਵਿੱਚ ਮੈਂ ਤੁਹਾਨੂੰ ਪੁੱਛਦਾ ਧਾਮੀ ਸਾਹਿਬ, ਜਿਹੜੀ ਪ੍ਰਿੰਸੀਪਲ ਲਾਈ ਹੈ ਤੁਸੀਂ, ਠੀਕ ਹੈ ਨਾ, ਅਨੁਪਮ ਮਹਾਜਨ, ਠੀਕ ਹੈ ਨਾ, ਉਸ ਦੇ ਬਾਰੇ ਤੁਸੀਂ ਕੀ ਕਹੋਗੇ? ਕੀ ਗੱਲ ਉਸ ਪ੍ਰਿੰਸੀਪਲ ਦੇ ਅਹੁਦੇ ਵਾਸਤੇ ਤੁਹਾਨੂੰ ਕੋਈ ਸਿੱਖ ਨਹੀਂ ਲੱਭਿਆ? ਉਸ ਤੋਂ ਕਿਤੇ ਐਕਸਪੀਰੀਅੰਸਡ ਬੰਦੇ ਤੁਹਾਡੇ ਕੋਲ ਆਏ ਵੀ ਆ, ਠੀਕ ਹੈ, ਬਹੁਤ ਐਕਸਪੀਰੀਅੰਸਡ ਬੰਦੇ ਖੜੇ ਨੇ, ਪਰ ਕੀ ਮਜਬੂਰੀ ਸੀ ਵੀ ਗੁਰੂ ਰਾਮਦਾਸ ਹਸਪਤਾਲ ਦੇ ਵਿੱਚ ਤੁਹਾਨੂੰ ਇੱਕ ਗੈਰ ਸਿੱਖ ਨੂੰ ਲਾਣਾ ਪਿਆ? ਹਜੂਰ ਸਾਹਿਬ ਦੀ ਗੱਲ ਕਰਦੇ ਹੋ, ਮੈਂ ਤਾਂ ਤੁਹਾਡੇ ਨਾਲ ਇੰਸਟੀਚਿਊਟ ਦੀ ਗੱਲ ਕਰਦਾ। ਉਸ ਤੋਂ ਇਲਾਵਾ ਹੱਲੇ ਮੈਂ ਤੁਹਾਡੇ ਬਾਕੀ ਕਾਲਜ ਨਹੀਂ ਖੰਗਾਲੇ, ਕਿੰਨੇ ਗੈਰ ਸਿੱਖ ਤੁਸੀਂ ਉੱਚ ਅਹੁਦਿਆਂ ਤੇ ਲਾਏ ਆ, ਠੀਕ ਹੈ, ਜਿੱਥੇ ਮਤਲਬ ਸਿੱਖਾਂ ਦਾ ਤੇ ਗੈਰ ਸਿੱਖਾਂ ਦਾ ਝਗੜਾ ਹੋਇਆ ਸੀ SGPC ਦੇ ਕਾਲਜ ਦੇ ਵਿੱਚ। ਖੈਰ ਮੈਂ ਕੀ ਨਾਮ ਲੈਣਾ, ਫੇਰ ਕਹੋਗੇ ਸੈਣੀ ਬਦਨਾਮ ਕਰਦਾ ਆ, ਠੀਕ ਹੈ, ਜਿਸ ਦੇ ਵਿੱਚ ਉਹਨਾਂ ਨੂੰ ਤਾਂ ਕੁਛ ਨਹੀਂ ਕਿਹਾ ਗਿਆ ਸੀ ਜਿਹਨਾਂ ਨੇ ਪੰਗਾ ਲਿੱਤਾ ਸੀਗਾ ਗੈਰ ਸਿੱਖਾਂ ਨੇ। ਸਾਡੇ ਸਿੱਖ ਨੌਜਵਾਨਾਂ ਉੱਤੇ ਪਰਚੇ ਹੋ ਗਏ ਸੀ, ਤੇ ਉਸ ਕਾਲਜ ਦੇ ਵਿੱਚ ਵੀ ਡੀਨ ਜਿਹੜਾ ਹੈਗਾ ਆ, ਠੀਕ ਹੈ, ਵਾਈਸ ਪ੍ਰਿੰਸੀਪਲ ਆਈ ਥਿੰਕ ਉਹ ਵੀ ਗੈਰ ਸਿੱਖ ਹੈ। ਤਾਂ ਫਿਰ ਤੁਸੀਂ ਕਿੱਥੋਂ ਕਹਿੰਦੇ ਹੋ ਸਿੱਖ ਕੌਮ ਦੇ ਹੱਕ 'ਚ ਭੁਗਤਦੇ ਹੋ? ਪਹਿਲਾਂ ਆਪਣਾ ਪੱਲਾ ਸਾਫ਼ ਕਰ ਲਓ, ਆਪਣੇ ਸਕੂਲਾਂ ਕਾਲਜਾਂ ਵੱਲ ਇੱਕ ਵਾਰ ਧਿਆਨ ਮਾਰ ਲਓ। ਉਹਨਾਂ ਵਿੱਚ ਤੁਸੀਂ ਪ੍ਰੋਫੈਸਰ ਜਾਂ ਟੀਚਰਸ, ਮਾਫ਼ ਕਰਨਾ ਜਿਹੜੇ ਵੀ ਟੀਚਰਸ ਜਾਂ ਪ੍ਰੋਫੈਸਰਸ ਗੈਰ ਸਿੱਖ ਹੈਗੇ ਨੇ, ਮੈਂ ਤੁਹਾਡੇ ਬਾਰੇ ਕੁਛ ਬੁਰਾ ਨਹੀਂ ਸੋਚ ਰਿਹਾ, ਕਹਿ ਨਹੀਂ ਰਿਹਾ, ਪਰ ਸਾਡੇ ਜਿਹੜੀ ਸਿੱਖ ਕੌਮ ਦੇ ਅਹੁਦੇਦਾਰ ਨੇ ਉਹਨਾਂ ਦਾ ਫਰਜ਼ ਬਣਦਾ ਹੈ ਵੀ ਹਾਂ, ਪਹਿਲੀ ਪ੍ਰਾਇੋਰਟੀ ਜਿਹੜੀ ਹੈਗੀ ਹੈ, ਅਗਰ ਸਿੱਖਾਂ ਦਾ ਸਕੂਲ ਜਾਂ ਕਾਲਜ ਹੈ ਉਹਦੇ ਵਿੱਚ ਅਸੀਂ ਗੁਰਸਿੱਖ ਟੀਚਰਸ ਜਾਂ ਪ੍ਰੋਫੈਸਰ ਨੂੰ ਪ੍ਰਾਇੋਰਟੀ ਦਿੱਤੀ ਜਾਵੇ, ਉਹਨਾਂ ਨੂੰ ਰੱਖਿਆ ਜਾਵੇ। ਪਰ ਇਹਨਾਂ ਨੇ ਜੈਕ ਦੇ ਨਾਲ ਰੱਖਣੇ ਆ। ਗੁਰਸਿੱਖ ਜਾਂ ਸਿੱਖ ਜਿਹੜੇ ਹੈਗੇ ਨੇ, ਅਸੈਸਧਾਰੀ ਜਿਹੜੇ ਸਿੱਖ ਹੈਗੇ ਨੇ, ਉਹ ਚਾਹੇ ਡਬਲ PhD ਹੋਣ, ਸਕਾਲਰਸ ਹੋਣ, ਜੇ ਉਹਨਾਂ ਕੋਲ ਜੈਕ ਨਹੀਂ ਹੈਗਾ ਇਹ ਨਹੀਂ ਰੱਖ ਸਕਦੇ ਉਹਨਾਂ ਨੂੰ, ਜਾਂ ਉਹ ਜਿਹੜਾ ਇਹਨਾਂ ਦੀ ਜੇਬ ਨਹੀਂ ਭਰਦਾ ਇਹ ਨਹੀਂ ਰੱਖ ਸਕਦੇ। ਕੈਪੇਬਿਲਿਟੀ ਦੇ ਹਿਸਾਬ ਨਾਲ ਤਾਂ ਇਹ ਰੱਖ ਨਹੀਂ ਸਕਦੇ, ਕੁਆਲੀਫਿਕੇਸ਼ਨ ਦੇ ਹਿਸਾਬ ਨਾਲ ਤਾਂ ਰੱਖਦੇ ਹੀ ਨਹੀਂ, ਇਹ ਤਾਂ ਜੈਕ ਦੇ ਹਿਸਾਬ ਨਾਲ ਰੱਖਦੇ ਨੇ। ਫਿਰ ਚਾਹੇ ਤੁਸੀਂ ਅੰਗੂਠਾ ਛਾਪ ਹੋਵੇ ਗੁਰਾਂ ਵਰਗੇ, ਮੈਨੇਜਰ ਬਣਾਤੇ, ਠੀਕ ਹੈ, 5ਵੀਂ ਨਹੀਂ ਪਾਸ ਉਹਦੀ, ਫਿਰ ਇਹ ਕਹਿੰਦੇ ਨੇ ਵੀ ਅਸੀਂ ਜੀ ਬਹੁਤ ਧਿਆਨ ਰੱਖਦੇ ਹਾਂ ਸਿੱਖ ਕੌਮ ਦਾ। ਖੈਰ ਹੁਣ ਅੱਗੇ ਆ ਜਾਓ ਜੀ। ਗੁਰੂ ਅਰਜਨ ਦੇਵ ਨਿਵਾਸ ਵਾਲੀ ਜਿਹੜੀ ਦੁਕਾਨ 4000 'ਚ ਤੁਸੀਂ ਇਕਬਾਲ ਸਿੰਘ ਸੰਧੂ ਨੂੰ ਦਿੱਤੀ ਹੋਈ ਹੈ, ਠੀਕ ਹੈ, ਉਹਦਾ ਤੁਸੀਂ ਕੀ ਕੀਤਾ? ਕਿਰਪਾ ਕਰਕੇ ਦੱਸਿਓ ਵੀ ਲੱਖ ਰੁਪਈਆ ਜੇ ਸੰਗਤ ਉਹਦਾ ਤੁਹਾਨੂੰ ਕਿਰਾਇਆ ਦੇਣ ਨੂੰ ਤਿਆਰ ਹੈ ਤਾਂ ਅਜਿਹੀ ਤੁਹਾਡੀ ਕਿਹੜੀ ਮਜਬੂਰੀ ਹੈ ਜਿਹੜਾ ਤੁਸੀਂ ਉਸ ਦੁਕਾਨ ਨੂੰ 4000 ਦੇ ਵਿੱਚ ਕਿਰਾਏ ਤੇ ਦਿੱਤੀ ਹੋਈ ਹੈ? ਇਹਦਾ ਜਵਾਬ ਮੈਨੂੰ ਦਿਓ, ਠੀਕ ਹੈ ਜੀ। ਸਤਿੰਦਰ ਬੜੇ ਜਵਾਬ ਦਿੰਦਾ ਨਾ, ਇਹਦਾ ਦਿਓ, ਅਜਿਹੇ ਸਵਾਲਾਂ ਦੇ ਜਵਾਬ ਦਿਓ। ਖੈਰ ਅੱਗੇ ਆ ਜਾਓ ਜੀ। ਹੁਣ ਸੰਗਤ ਜੀ, ਜਦੋਂ ਅਸੀਂ ਅੰਮ੍ਰਿਤਸਰ ਤੋਂ ਬਾਹਰ ਨਿਕਲਦੇ ਹਾਂ ਤਾਂ ਟੋਲ ਪਲਾਜ਼ਾ ਆਉਂਦਾ ਹੈ ਜੀ ਮਾਨਾਵਾਲਾ ਟੋਲ ਪਲਾਜ਼ਾ। ਥੋੜੀ ਅੱਗੇ ਜਦੋਂ ਤੁਸੀਂ ਜਾਂਦੇ ਹੋ ਤਾਂ ਰਾਈਟ ਹੈਂਡ ਸਾਈਡ 'ਚ ਧਿਆਨ ਮਾਰਿਓ, ਇੱਕ ਬਹੁਤ ਵੱਡਾ ਜਹਾਜ਼ ਆਲੀਸ਼ਾਨ ਖੜਿਆ, ਐਰੋਪਲੇਨ, ਠੀਕ ਹੈ ਜੀ। ਉਹ ਜਹਾਜ਼ ਕਿਹਨਾਂ ਦਾ ਆ? ਨਰਿੰਦਰ ਸਿੰਘ ਮਥਰੇਵਾਲ, ਮੈਨੇਜਰ ਸ਼ਹੀਦਾਂ, ਠੀਕ ਹੈ ਨਾ, ਜਿਹਨਾਂ ਦਾ ਭਰਾ ਹੈਗਾ ਜੀ ਗੁਰਿੰਦਰ ਸਿੰਘ ਮਥਰੇਵਾਲ, ਸਕੱਤਰ ਨੇ ਜੀ ਇਹ ਸੈਕਸ਼ਨ 85 ਦੇ। ਹੁਣ ਇਹਦੇ ਉੱਤੇ ਮੈਨੂੰ ਕੱਲ ਪਰਸੋਂ ਮਤਲਬ ਬਾਹਰੋਂ ਇਹਨਾਂ ਨੇ ਅਮਰੀਕਾ ਤੋਂ ਵੀ ਸ਼ਾਇਦ ਕਿਸੇ ਤੋਂ ਕਾਲ ਕਰਵਾਇਆ ਸੀ ਵੀ ਦੋਨੋਂ ਭਰਾ ਸਗੇ ਭਰਾ ਨਹੀਂ ਹੈਗੇ, ਚਾਚੇ ਤਾਇਆਂ ਦੇ ਮੁੰਡੇ ਨੇ, ਚਾਹੇ ਚਾਚੇ ਤਾਇਆਂ ਦੇ ਹੋਣ, ਠੀਕ ਹੈ। ਪਰ ਮੈਂ ਇਹ ਕਿਹਾ ਆ ਵੀ ਹੁਣ ਗਿਆਨੀ ਗੁਰਬਚਨ ਸਿੰਘ ਦੇ ਉਹ ਚਾਚੇ ਤਾਏ, ਭਤੀਜੇ ਭਤੀਜੀਆਂ, ਭੂਆ ਫੂਫੜ, ਮਾਸੀਆਂ ਮਾਸੜ, ਸਾਰੇ ਉਹਨਾਂ ਦੇ ਰਿਸ਼ਤੇਦਾਰ ਕੁਨਬਾ ਜਿਹੜਾ ਆ, ਠੀਕ ਹੈ, ਚੱਲ ਸਿੰਗਲ ਬਲੱਡ ਲਾਈਨ ਨਹੀਂ ਹੈ ਬੇਸ਼ੱਕ, ਪਰ ਉਹਨਾਂ ਦਾ ਹੀ ਸਾਰਾ ਕੁਨਬਾ ਕਿੱਦਾਂ ਸਿਲੈਕਟ ਹੋ ਗਿਆ? ਉਹੀ ਗੱਲ ਆ ਵੀ ਜਿਹੜਾ SGPC ਦੇ ਉੱਚ ਅਹੁਦੇ ਤੇ ਹੈਗਾ, ਚਾਹੇ ਚਾਚੇ ਦਾ ਹੋਵੇ, ਚਾਹੇ ਤਾਏ ਦਾ ਹੋਵੇ, ਚਾਹੇ ਮਾਮੇ ਦਾ ਹੋਵੇ, ਮਾਸੀ ਦਾ ਹੋਵੇ, ਭੂਆ ਦਾ ਹੋਵੇ, ਫੁੱਫੜ ਦਾ, ਉਹ ਕਿੱਦਾਂ ਕੁਨਬਾ ਵਿੱਚ ਐਡ ਹੋ ਜਾਂਦਾ ਆ? ਸਵਾਲ ਇਹ ਆ, ਜਿਹਨਾਂ ਦਾ ਹੱਕ ਬਣਦਾ ਉਹ ਨਹੀਂ, ਜਿਹਨਾਂ ਦਾ ਜੈਕ ਬਣਦਾ ਉਹਨਾਂ ਦੇ ਬੱਚੇ ਐਡ ਹੁੰਦੇ ਨੇ, ਉਹਨਾਂ ਦੇ ਬੰਦੇ ਐਡ ਹੁੰਦੇ ਨੇ। ਮੈਨੂੰ ਕੋਈ ਪ੍ਰੋਬਲਮ ਨਹੀਂ ਜੇ ਕੈਪੇਬਿਲਿਟੀ ਦੇ ਹਿਸਾਬ ਦੇ ਨਾਲ ਤੁਸੀਂ SGPC ਦੇ ਵਿੱਚ ਹੈਗੇ ਹੋ, ਚਾਚੇ ਤਾਇਆਂ ਦੇ ਵੀ ਹੈਗੇ ਹੋ, ਪਰ ਜੇ ਕਰਤੂਤਾਂ ਤੁਹਾਡੀਆਂ ਗੰਦੀਆਂ ਨੇ, ਜੇ ਤੁਸੀਂ ਜੈਕ ਲਾ ਕੇ ਉੱਥੇ ਵੜੇ ਹੋ ਤਾਂ ਤੁਸੀਂ ਕਿਸੇ ਨਾ ਕਿਸੇ ਹੋਰ ਸਿੱਖ ਪਰਿਵਾਰ ਦਾ, ਕਿਸੇ ਹੋਰ ਘਰ ਦਾ ਹੱਕ ਮਾਰ ਕੇ ਉੱਥੇ ਬੈਠੇ ਹੋ, ਤਾਂ ਬੋਲਦਾ ਆ ਮੈਂ। ਮੇਰੀ ਕਿਸੇ ਨਾਲ ਕੋਈ ਪਰਸਨਲ ਰੰਜਿਸ਼ ਨਹੀਂ ਹੈਗੀ। 1925 ਐਕਟ ਦੇ ਸਿਧਾਂਤ ਜਿਹੜੇ ਹੈਗੇ ਤੁਸੀਂ ਧੱਜੀਆਂ ਉਡਾਈਆਂ ਨੇ, ਮੈਂ ਤਾਂ ਬੋਲਦਾ ਆ। 1925 ਐਕਟ ਨੂੰ ਤੁਸੀਂ ਢਾਲ ਬਣਾ ਲਈ ਆਪਣੀ ਵੀ ਇਹਦੇ ਅੰਦਰ ਨਾ ਸਰਕਾਰ ਬੜੇ ਨਾ ਕੋਈ ਹੋਰ ਬੜੇ, ਜਿਹੜਾ ਬੜੇ ਉੱਤੇ ਅਸੀਂ 295 ਏ ਲਾਈਏ, ਬਸ ਉਹਨੂੰ ਚੁੱਪ ਕਰਾਈਏ, ਉਹਦੀ ਜ਼ੁਬਾਨ ਬੰਦ ਕਰੀਏ, ਜਿੱਦਾਂ ਕੈਪਟਨ ਕਮਲਜੀਤ ਦੀ ਕੀਤੀ ਸੀ, ਹਨਾ। ਖੈਰ ਛੱਡੋ। ਹਾਂਜੀ ਆਪਾਂ ਕਿੱਥੇ ਸੀਗੇ? ਸੈਕਸ਼ਨ 85, ਠੀਕ ਹੈ ਜੀ। ਮਥਰੇਵਾਲ ਭਰਾ ਤੇ ਜਿਹੜੇ ਇਕਬਾਲ ਸਿੰਘ ਸੰਧੂ ਇਹਨਾਂ ਦੇ ਵਿੱਚ ਕਾਫੀ ਮਤਲਬ ਚੰਗੀ ਸਾਂਝ ਹੈ ਜੀ, ਉਹ ਵੀ ਤੁਹਾਨੂੰ ਦੱਸ ਦਿੰਦੇ ਆ।
ਤੇ ਤਕਰੀਬਨ ਇਹ ਜਿਹੜਾ ਉੱਥੇ ਜਹਾਜ਼ ਲਿਆ ਕੇ ਖੜਾ ਕੀਤਾ ਬੜਾ ਟੌਪ ਦਾ ਰੈਸਟੋਰੈਂਟ ਬਣਨ ਵਾਲਾ ਉੱਥੇ, ਮਤਲਬ ਐਰੋਪਲੇਨ ਰੈਸਟੋਰੈਂਟ ਕੁਝ ਪਤਾ ਨਹੀਂ ਇਦਾਂ ਦਾ ਨਾਮ ਨੂੰ ਤਿਆਰ ਕੀਤਾ ਹੋਇਆ ਆ। 1 ਕਰੋੜ 20 ਕੇ 30 ਲੱਖ ਦਾ ਜਹਾਜ਼ ਆਇਆ ਆ। ਠੀਕ ਹੈ ਜੀ। ਹੁਣ ਅੱਗੇ ਮੈਂ ਤੁਹਾਨੂੰ ਦੱਸਦਾ ਆ ਵੀ ਇਹ ਐਸਜੀਪੀਸੀ ਵਾਲੇ ਕਹਿੰਦੇ ਨਾ ਅਸੀਂ ਬਹੁਤ ਸਾਫ਼ ਸੁਥਰੇ ਆ, ਚੰਗੇ ਆ, ਤੇ ਇਹਦਾ ਮੈਂ ਕਹਿੰਦਾ ਸਤਿੰਦਰ ਜੀ ਬੜਾ ਜਵਾਬ ਦਿੰਦੇ ਨਾ ਆ ਕੇ, ਤੇ ਮੈਂ ਤਾਂ ਹੀ ਹੁਣ ਸ਼ਬਦਾਵਲੀ, ਕਿਉਂਕਿ ਕੱਲ ਇਹਨਾਂ ਨੇ ਬਹੁਤ ਚੰਗੀ ਸ਼ਬਦਾਵਲੀ ਮੇਰੇ ਵਾਸਤੇ ਵਰਤੀ, ਤੇ ਮੈਂ ਥੋੜਾ ਜਿਹਾ ਮੈਂ ਕਿਹਾ ਜੀ ਲਾ ਕੇ ਹੀ ਸਵਾਲ ਪੁੱਛਣਾ, ਸ਼ਾਇਦ ਜਵਾਬ ਜਿਹੜੇ ਸਵਾਲ ਐਕਚੁਅਲ ਜਾਇਜ਼ ਬਣਦੇ ਨੇ ਉਹਨਾਂ ਦੇ ਦੇਣ ਵੀ ਆ ਜਾਣ। ਠੀਕ ਹੈ ਜੀ। ਸਾਰਾਗੜ੍ਹੀ ਸਰਾਂ ਦੇ ਬਾਹਰ, ਠੀਕ ਹੈ, 3 ਦੁਕਾਨਾਂ ਅਲਾਟ ਹੋਈਆਂ। ਜਵਾਬ ਦਿਓ ਸਤਿੰਦਰ ਜੀ। ਠੀਕ ਹੈ। ਇੱਕ ਦੁਕਾਨ 75,000 ਚ ਗਈ, ਇੱਕ ਦੁਕਾਨ ਜਿਹੜੀ ਹੈ ਉਹ ਗਈ ਜੀ 1 ਲੱਖ ਦੇ ਵਿੱਚ, ਤੇ ਇੱਕ ਦੁਕਾਨ ਚੜੀ ਹੈ ਜੀ 1.25 ਲੱਖ ਦੇ ਵਿੱਚ। ਸਾਰਾਗੜ੍ਹੀ ਸਰਾਂ ਆ ਹੁਣੇ ਗਈਆਂ ਨੇ। ਠੀਕ ਹੈ ਜੀ। ਹੁਣ ਮੈਨੂੰ ਇਹ ਦੱਸੋ ਕਿ 75,000 ਵਿੱਚ ਜਿਹੜੀ ਦੁਕਾਨ ਚੜੀ ਹੈ ਉਹ ਬੰਦਾ ਕੌਣ ਹੈ ਜਾਂ ਕਿਸ ਦਾ ਬੰਦਾ ਆ? ਠੀਕ ਹੈ ਜੀ, ਦੱਸ ਦਿਓ। ਚਲੋ ਮੈਂ ਹਿੰਟ ਦੇ ਦਿੰਦਾ ਆ, ਮਹਿਤੇ ਦਾ ਬੰਦਾ ਆ ਜਿਹਨੂੰ ਇਹ ਦੁਕਾਨ 75,000 ਚ ਦਿੱਤੀ ਗਈ ਹੈ। ਇੱਕ ਚੜੀ ਲੱਖ 'ਚ, ਇੱਕ ਚੜੀ 1.25 ਲੱਖ 'ਚ। ਕਿਰਪਾ ਕਰਕੇ ਦੱਸਿਓ ਕਿਉਂ? ਇਹ ਕਾਣੀ ਵੰਡ ਕਿਉਂ? ਇਹ ਸਹੂਲਤਾਂ, ਇਹ ਕਿਰਾਇਆ ਘੱਟ ਕਿਉਂ? ਖੈਰ ਅੱਗੇ ਆ ਜਾਓ ਜੀ। ਜਿਹੜੇ ਮਥਰੇਵਾਲ ਭਰਾ ਮੈਂ ਤੁਹਾਨੂੰ ਦੱਸੇ ਨੇ, ਗੁਰਿੰਦਰ ਸਿੰਘ ਮਥਰੇਵਾਲ ਦੇ ਉੱਤੇ ਇੱਕ ਇਨਕੁਆਇਰੀ ਚੱਲ ਰਹੀ ਹੈ ਜੀ 1 ਕਰੋੜ ਦੇ ਘਪਲੇ ਦੀ। ਠੀਕ ਹੈ ਸੰਗਤ ਜੀ, ਤੁਹਾਨੂੰ ਸੁਣ ਕੇ ਹੈਰਾਨੀ ਹੋਏਗੀ। ਇਹ ਮੈਨੇਜਰ ਹੁੰਦਾ ਸੀ ਸਰਾਹਾਂ ਦਾ। ਠੀਕ ਹੈ ਜੀ। ਸਰਾਹਾਂ ਦੇ ਮੈਨੇਜਰ ਹੋਣ ਦੇ ਦੌਰਾਨ 1 ਕਰੋੜ ਦਾ ਘਪਲਾ ਐਵੇਂ ਸਾਹਮਣੇ ਆਇਆ ਵੀ ਜਦੋਂ ਇਹਨੂੰ ਮੈਨੇਜਰੀ ਤੋਂ ਸਰਾਹਾਂ ਦੀ ਤੋਂ ਹਟਾਇਆ ਗਿਆ ਤੇ ਜਿਹੜਾ ਨਵਾਂ ਮੈਨੇਜਰ ਉੱਥੇ ਲੱਗਿਆ, ਤੇ ਉਸ ਤੋਂ ਬਾਅਦ ਜਿਹੜੀ ਸਰਾਹਾਂ ਦੀ ਇਨਕਮ ਸੀ ਉਹ ਮਤਲਬ ਸਡਨਲੀ 1 ਕਰੋੜ ਵੱਧ ਗਈ, ਤੇ ਉਸ ਤੋਂ ਬਾਅਦ ਇੱਥੇ ਇਨਕੁਆਇਰੀ ਬੈਠੀ ਵੀ ਨਵਾਂ ਮੈਨੇਜਰ ਲਾਇਆ, ਉਹਨੇ ਵਾਧਾ 1 ਕਰੋੜ ਦਾ ਕੀਤਾ ਦਿਖਾਤਾ, ਮਤਲਬ ਇਹਨੇ 1 ਕਰੋੜ ਰੁਪਇਆ ਖਾਧਾ। ਸੋ ਉਹ ਇਨਕੁਆਇਰੀ ਚੱਲ ਰਹੀ ਹੈ, ਤੇ ਉਸ ਤੋਂ ਬਾਅਦ ਤੁਸੀਂ ਮਤਲਬ ਹੈਰਾਨ ਹੋ ਜਾਓਗੇ, ਇਹਨੂੰ ਸੈਕਸ਼ਨ 84 ਦਾ ਸਕੱਤਰ ਬਣਾ ਦਿੱਤਾ ਜਾਂਦਾ ਹੈ। ਤੇ ਸੈਕਸ਼ਨ 84 ਦਾ ਸਕੱਤਰ ਕੌਣ ਹੈ? ਇਹ ਸਕੱਤਰ ਉਹ ਹੈ ਜਿਹਦੇ ਅਧੀਨ ਇਹਦੇ ਉੱਤੇ ਜਿਹੜੀ ਕਾਰਵਾਈ 1 ਕਰੋੜ ਦੀ ਹੋਈ ਹੈ, ਜਿਹੜੇ ਇੰਸਪੈਕਟਰ ਇਹਦੀ ਜਾਂਚ ਕਰ ਰਹੇ ਨੇ ਉਹ ਇੰਸਪੈਕਟਰ ਇਹਦੇ ਅਧੀਨ ਨੇ, ਇਹਦੇ ਅਧੀਨ ਰਹਿ ਕੇ ਇਹਦੀ ਜਾਂਚ ਕਰ ਰਹੇ ਨੇ ਉਹ ਇੰਸਪੈਕਟਰ। ਹੁਣ ਮੈਨੂੰ ਇੱਕ ਗੱਲ ਦੱਸੋ ਵੀ ਹੁਣ ਤੁਹਾਡੇ ਉੱਤੇ ਸਿਰ ਤੇ ਜਿਹੜਾ ਤੁਹਾਡਾ ਮਾਲਕ ਬੈਠਾ ਹੈ, ਤੁਸੀਂ ਉਹਦੀ ਜਾਂਚ ਮੈਂ ਕਰ ਰਿਹਾ ਹਾਂ, ਤੇ ਮੈਂ ਆਪਣੇ ਮਾਲਕ ਦੇ ਬਾਹਰ ਜਾ ਕੇ ਜਾਂਚ ਕਰ ਦਾਂਗਾ? ਇਹਨਾਂ ਨੂੰ ਸਪੈਸ਼ਲ ਸੈਕਸ਼ਨ 84 ਦਾ ਸਕੱਤਰ ਲਾਇਆ ਗਿਆ। ਇਹ ਘਪਲਾ ਬਾਹਰ ਨਿਕਲਣ ਤੋਂ ਬਾਅਦ ਅਪਾਇੰਟ ਕੀਤਾ ਗਿਆ ਇਸ ਅਹੁਦੇ ਦੇ ਉੱਤੇ। ਹੁਣ ਤੁਸੀਂ ਸਮਝ ਸਕਦੇ ਹੋ ਵੀ ਕੁੱਤੀ ਚੋਰਾਂ ਨਾਲ ਕਿੱਦਾਂ ਰਲੀ ਹੈ। ਵੀ ਚੋਰੀ ਕੀਤੀ, ਮੈਂ ਅਗਰ ਚੋਰੀ ਕੀਤੀ ਆ, ਠੀਕ ਹੈ ਜੀ, ਤਾਂ ਮੈਨੂੰ ਹੀ ਸੇਠ ਬਣਾ ਕੇ ਉੱਤੇ ਬਿਠਾਤਾ ਵੀ ਫੈਸਲਾ ਵੀ ਤੂੰ ਹੀ ਲੈਣਾ ਵੀ ਚੋਰੀ ਤੂੰ ਕੀਤੀ ਹੈ ਨਹੀਂ ਕੀਤੀ। ਨੀਚੇ ਮੈਂ ਆਪਣੇ 2 ਲੱਲੀ ਛੱਲੀ ਲਾ ਦੇ ਭਾਈ, ਹੁਣ ਤੁਸੀਂ ਇਨਕੁਆਇਰੀਆਂ ਕਰੋ। ਠੀਕ ਹੈ ਵੀ ਮੈਂ ਚੋਰੀ ਕੀਤੀ ਆ, ਮੈਂ ਹੀ ਮਤਲਬ ਬੈਠਿਆ, ਫੈਸਲਾ ਤਾਂ ਮੈਂ ਹੀ ਲੈਣਾ ਆ, ਅੱਗੇ ਸਕੱਤਰ ਤਾਂ ਮੈਂ ਆ। ਚੋਰੀ ਬਾਹਰ ਆ ਕਿੱਥੋਂ ਜਾਊ? ਸਤਿੰਦਰ ਜੀ ਦੱਸ ਦਿਓ। ਠੀਕ ਹੈ। ਅਗਰ ਗਲਤ ਹੋਵਾਂ ਤੇ ਉਸ ਤੋਂ ਬਾਅਦ ਅਗਰ ਗਲਤ ਇਸ ਥਾਂ ਦੇ ਉੱਤੇ ਮੈਂ ਨਿਕਲਿਆ ਤਾਂ ਮੈਂ ਅੰਮ੍ਰਿਤਸਰ ਆਵਾਂ ਚਾਹੇ ਨਾ ਆਵਾਂ, ਇਹਦੇ ਸਬੂਤ ਤੁਹਾਡੇ ਮੂੰਹ ਤੇ ਅੰਮ੍ਰਿਤਸਰ ਪਹੁੰਚਾ ਦਾਂਗਾ। ਹੋਰ ਕੁਛ? ਠੀਕ ਹੈ। ਇਸ ਕਰਕੇ ਜਿਹੜੀਆਂ ਜ਼ਿੰਮੇਵਾਰੀਆਂ ਤੁਹਾਡੀਆਂ ਨਿਭਾਉਣ ਵਾਲੀਆਂ ਹੈਗੀਆਂ ਨੇ, ਤੁਸੀਂ ਆਪਣੀਆਂ ਅਗਰ ਉਹ ਜ਼ਿੰਮੇਵਾਰੀਆਂ ਨਿਭਾਓ, ਸੈਣੀ ਨੂੰ ਜਵਾਬ ਦੇ ਕੇ ਤੁਸੀਂ ਆਪਣੀ એનર્ਜੀ ਕਿਉਂ ਵੇਸਟ ਕਰ ਰਹੇ ਹੋ? ਚਲੋ ਮੈਂ ਤੁਹਾਨੂੰ ਲੱਗਦਾ ਜਦੋਂ ਤੁਸੀਂ ਕੱਲ ਕਿਹਾ ਸੀ ਸ਼ਬਦ ਵਰਤੇ ਸੀਗੇ ਕਿ ਕੁੱਤਾ ਭੌਂਕਦਾ ਹੈ, ਕੋਈ ਗੱਲ ਨਹੀਂ। ਜੇ ਤੁਹਾਨੂੰ ਲੱਗਦਾ ਮੈਂ ਭੌਂਕ ਹੀ ਰਿਹਾ ਆ, ਤਾਂ ਘੱਟੋ ਘੱਟ ਜਿਹੜੇ ਤੱਥ ਮੈਂ ਤੁਹਾਡੇ ਤੋਂ ਪੁੱਛਦਾ ਆ, ਜਿਹੜੇ ਸਵਾਲ ਤੁਹਾਡੇ ਤੋਂ ਪੁੱਛਦਾ, ਉਹਦੇ ਜਵਾਬ ਹੀ ਤੁਸੀਂ ਤੱਥਾਂ ਦੇ ਆਧਾਰ ਤੇ ਦੇ ਦਿਓ। ਜਿਹੜੇ ਘਪਲੇ ਹੋਏ ਨੇ, ਕਰਪਸ਼ਨਸ ਹੋਈਆਂ ਨੇ, ਉਹਨਾਂ ਦੇ ਜਵਾਬ ਦੇ ਦਿਓ। ਐਫਡੀਆਂ ਦੇ ਜਿਹੜੇ ਤੁਹਾਡੀਆਂ ਐਫਡੀਆਂ ਨੇ ਉਹਨਾਂ ਦੇ ਵਿਆਜ ਕਿੱਦਾਂ ਨਿਕਲ ਗਏ ਤੁਹਾਡੇ ਆਡਿਟ ਦੇ ਵਿੱਚ, ਉਹਦਾ ਜਵਾਬ ਦੇ ਦਿਓ। ਬੋਲੋ। ਜ਼ਮੀਨਾਂ ਦਾ ਟੋਟਲ ਕਿੰਨਾ ਆਂਦਾ ਆ ਠੇਕਾ, ਉਹਦਾ ਜਵਾਬ ਦੇ ਦਿਓ। ਉਹਦਾ ਠੇਕਾ ਸਾਲ ਦਰ ਸਾਲ ਥੱਲੇ ਕਿਉਂ ਡਿੱਗ ਰਿਹਾ, ਉਹਦਾ ਜਵਾਬ ਦੇ ਦਿਓ। ਜਾਂ ਘਟਿਆ ਕਿੱਦਾਂ, ਉਹਦਾ ਜਵਾਬ ਦੇ ਦਿਓ। ਇੱਕ ਮੈਂਬਰ ਦੇ ਕਿੰਨੇ ਅੱਗੇ ਹੋਰ ਬੰਦੇ ਕੰਮ ਤੇ ਲੱਗੇ ਹੋਏ ਨੇ, ਉਹਦਾ ਜਵਾਬ ਦੇ ਦਿਓ। ਗੁਰਾ ਵਰਗੇ, ਰਣਜੀਤ ਵਰਗੇ ਜਿਹੜੇ ਪਹਿਲਾਂ ਨਾਮ ਲੈ ਚੁੱਕੇ, ਇਦਾਂ ਜਿਹੜੇ ਕਰਪਟ ਜਿਹਨਾਂ ਤੇ ਕੇਸ ਚੱਲੇ ਹੋਏ ਨੇ, ਜਿਹਨਾਂ ਨੇ ਜਨਾਨੀਆਂ ਤੱਕ ਗਾਇਬ ਕਰਤੀਆਂ, ਉਹ ਹਜੇ ਤੱਕ ਐਸਜੀਪੀਸੀ 'ਚ ਕੀ ਕੰਮ ਕਰ ਰਹੇ ਨੇ, ਉਹਦਾ ਜਵਾਬ ਦੇ ਦਿਓ। ਆਪਣਾ ਹੀ ਦੇ ਦਿਓ। ਤੁਹਾਡੇ ਉੱਤੇ ਵੀ ਤਾਂ ਕੇਸ ਚੱਲ ਰਿਹਾ ਆ, ਗ੍ਰੰਥੀ ਨੇ ਤੁਹਾਡੇ ਕਰਕੇ ਹੀ ਸੁਸਾਈਡ ਕੀਤੀ ਸੀ ਨਾ, ਨਾਮ ਲਿਖਿਆ ਸੀ ਤੁਹਾਡਾ ਵੀ ਤਾਂ ਬੇਦੀ ਦਾ ਵੀ ਆਪਣੇ ਸੁਸਾਈਡ ਨੋਟ 'ਚ। ਤੁਸੀਂ ਐਸਜੀਪੀਸੀ ਦੇ ਵਿੱਚ ਕੇਸ ਚੱਲਣ ਦੇ ਬਾਵਜੂਦ ਕੀ ਕਰ ਰਹੇ ਹੋ, ਉਹਦਾ ਜਵਾਬ ਦੇ ਦਿਓ। ਉਹਨੂੰ ਕਿਹੜੀਆਂ ਗਾਲਾਂ ਕੱਢੀਆਂ ਸੀ ਉਹੀ ਦੱਸ ਦਿਓ। ਉਹ ਤਾਂ ਅਸੀਂ ਜੀ ਕੋਰਟ ਦੇ ਵਿੱਚ ਹੀ ਦੱਸਾਂਗੇ। ਕਿਉਂ? ਕਿਉਂਕਿ ਉੱਥੇ ਤੱਕ ਅਸੀਂ ਚੈੱਕ ਲਾ ਦੇਣਾ ਹੈ। ਸਭ ਕੁਝ ਤਾਂ ਸਾਡਾ ਆਪਣਾ ਹੈ। ਅੰਤਰਿਮ ਕਮੇਟੀ ਸਾਡੀ ਹੈ। ਠੀਕ ਹੈ। ਜੁਡੀਸ਼ੀਅਲ ਕਮਿਸ਼ਨ ਸਾਡਾ ਆ।
ਸੋ ਤਾਂ ਕਰਕੇ ਮੈਂ ਭਗਵੰਤ ਮਾਨ ਸਰਕਾਰ ਨੂੰ, ਆਮ ਆਦਮੀ ਪਾਰਟੀ ਦੇ ਬੁਲਾਰਿਆਂ ਨੂੰ ਬਾਰ-ਬਾਰ ਹੱਥ ਬੰਨ੍ਹ ਕੇ ਬੇਨਤੀ ਕਰਦਾ ਆ, ਕੁੰਭਕਰਨੀ ਨੀਂਦ ਨਾ ਸੋਵੋ, ਨਾ ਸੋਵੋ, ਨਾ ਸੋਵੋ। ਘੱਟੋ ਘੱਟ ਮੈਂਬਰੋ ਭਗਵੰਤ ਮਾਨ ਤੱਕ ਇਹ ਚੀਜ਼ ਪਹੁੰਚਾਓ ਵੀ ਘੱਟੋ ਘੱਟ ਹੋਰ ਨਹੀਂ ਕੁਝ ਕਰਨਾ ਅੰਤਰਿਮ ਕਮੇਟੀ ਇਹਨਾਂ ਦੀ ਭੰਗ ਕਰਕੇ, ਠੀਕ ਹੈ, ਜਿਹੜੀ ਹੈਗੀ ਹੈ ਸੌਰੀ ਜੁਡੀਸ਼ੀਅਲ ਕਮਿਸ਼ਨ ਇਹਨਾਂ ਦਾ ਭੰਗ ਕਰਕੇ ਨਵਾਂ ਬਣਾਇਆ ਜਾਵੇ। ਇੱਕ ਬੰਦਾ ਵੀ ਆਮ ਆਦਮੀ ਪਾਰਟੀ ਦਾ ਉਹਦੇ ਵਿੱਚ ਆ ਗਿਆ, ਆਪਣਾ ਇਹਨਾਂ ਨੇ ਲਾਤਾ, ਤਾਂ ਇਹਨਾਂ ਦੀਆਂ ਸਾਰੇ ਕਰਪਸ਼ਨ ਅਰਬਾਂ ਦੇ ਘਟਾਲੇ ਸਾਹਮਣੇ ਆ ਜਾਣੇ ਆ, ਅਰਬਾਂ ਰੁਪਈਆਂ ਦੇ ਘਟਾਲੇ। ਜੇ ਕਿਤੇ ਆਡਿਟ ਕਰਤਾ ਫੇਰ ਤਾਂ ਇਹਨਾਂ ਦੇ ਮਤਲਬ ਜਿਹੜੇ ਚਿੱਟੇ ਚੋਲਿਆਂ ਪਿੱਛੇ ਕਾਲੇ ਜਿਸਮ ਇਹਨਾਂ ਦੇ ਲੁਕੇ ਹੋਏ ਨੇ ਨਾ, ਉਹ ਬਿਲਕੁਲ ਹੀ ਸਾਹਮਣੇ ਆ ਜਾਣੇ ਆ। ਪਰ ਉਸ ਵਾਸਤੇ ਉਦਮ ਕਰਨਾ ਪੈਣਾ ਆ। ਜਿਹੜੇ ਮੈਨੂੰ ਆਮ ਆਦਮੀ ਪਾਰਟੀ ਦੇ ਕਈ ਵਰਕਰ ਮੈਨੂੰ ਫੋਨ ਕਰਦੇ ਨੇ, ਪ੍ਰਧਾਨ ਫੋਨ ਕਰਦੇ ਨੇ ਵੀ ਹਾਂ ਸੈਣੀ ਸਾਹਿਬ ਅਸੀਂ ਆਹ ਕਰ ਰਹੇ ਹਾਂ, ਅਸੀਂ ਗੱਲ ਕਰ ਲਈ, ਉੱਤੇ ਗੱਲ ਕਰ ਲਈ। ਮੈਨੂੰ ਅਪਡੇਸ਼ਨਸ ਨਾ ਦਿਓ, ਮੈਨੂੰ ਪ੍ਰੈਕਟੀਕਲੀ ਦਿਖਾਓ ਵੀ ਹੋ ਰਿਹਾ ਆ ਕੁਛ। ਜਾਂ ਮੈਨੂੰ ਬੜੇ ਕਮੈਂਟ ਆਉਂਦੇ ਨੇ, ਬੜੇ ਲੋਕੀ ਕਹਿੰਦੇ ਨੇ ਵੀ ਨਾ ਵੀ ਇਹ ਸਰਕਾਰ ਨੇ ਕੁਛ ਨਹੀਂ ਕਰਨਾ, ਇਹਨਾਂ ਨੇ ਇਹ ਸਾਰੇ ਇੱਕੋ ਹੀ ਥਾਂ ਤੇ ਮਿਲੇ ਹੋਏ ਨੇ, ਠੀਕ ਹੈ, ਤੂੰ ਇਹਨਾਂ ਦੇ ਪੋਤੜੇ ਫੋੜ ਰਿਹਾ, ਤੈਨੂੰ ਮਰਵਾ ਕੇ ਛੱਡਣਗੇ। ਫਿਰ ਜਾਂ ਮੈਨੂੰ ਉਹੀ ਚੀਜ਼ ਮੰਨ ਲੈਣੀ ਚਾਹੀਦੀ ਹੈ ਵੀ ਹਾਂ ਵਾਕਈ ਆਮ ਆਦਮੀ ਪਾਰਟੀ ਵੀ ਇਹਨਾਂ ਵਰਗੀ ਆਈ ਆ, ਜਿਹਨਾਂ ਨੇ ਕੁਛ ਨਹੀਂ ਦੇਖਣਾ, ਕੁਛ ਨਹੀਂ ਕਰਨਾ, ਸਿਰਫ ਦਿਲਾਸੇ ਦੇਣੇ ਵੀ ਹਾਂ ਸੈਣੀ ਲੱਗਿਆ ਰਿਹਾ, ਕੋਈ ਗੱਲ ਨਹੀਂ, ਅਸੀਂ ਨਾਲ ਜਿੱਦਣ ਸੈਣੀ ਦਾ ਭੋਗ ਪੈ ਗਿਆ, ਠੀਕ ਹੈ, ਉਦੋਂ ਅਫਸੋਸ ਕਰਕੇ ਹੰਝੂ ਦੋ ਬਹਾ ਕੇ ਚੱਲ ਜਾਣਗੇ। ਠੀਕ ਹੈ ਜੀ, ਬਹੁਤ ਆ। ਇਸ ਲਈ ਸੰਗਤ ਜੀ ਕਹਿੰਦਾ ਹੁਣ ਤਾਂ ਮੇਰਾ ਵੀ ਸਾਰਿਆਂ ਤੋਂ ਭਰੋਸਾ ਜਿਹਾ ਉੱਠਦਾ ਜਾ ਰਿਹਾ ਹੈ। ਮੈਂ ਪੋਤੜੇ ਫੋੜ ਰਿਹਾ, ਨੰਗੇ ਕਰ ਰਿਹਾ ਆ, ਸਾਰਿਆਂ ਨੂੰ ਕਰਦਾ ਰਹਾਂਗਾ ਜਦੋਂ ਤੱਕ ਸਾਹ 'ਚ ਸਾਹ ਆ। ਪਰ ਹੁਣ ਤੁਹਾਡੀ ਜ਼ਿੰਮੇਵਾਰੀ ਆ ਕਿ ਆਪਣੀ ਰਿਸਪੌਂਸਿਬਿਲਿਟੀ, ਆਪਣੀ ਜ਼ਿੰਮੇਵਾਰੀ ਸਮਝੋ। ਸੰਗਤ ਕਾਲ ਦੇਣ ਨੂੰ ਕਹਿ ਰਹੀ ਹੈ, ਮੈਂ ਕਿਸੇ ਬਹੁਤ ਖਾਸ ਚੀਜ਼ ਦਾ ਇੰਤਜ਼ਾਰ ਕਰ ਰਿਹਾ ਹਾਂ। ਸਮਾਂ ਆਏਗਾ ਕਾਲ ਦੇਣ ਦਾ, ਕਾਲ ਵੀ ਜ਼ਰੂਰ ਦੇਵਾਂਗੇ, ਪਰ ਐਟਲੀਸਟ 15 ਕੀ ਦਿਨ ਸਾਨੂੰ ਇੰਤਜ਼ਾਰ 15-20 ਦਿਨ ਕਰਨਾ ਪੈਣਾ ਆ। ਕੁਝ ਬਹੁਤ ਖਾਸ ਐਸਜੀਪੀਸੀ ਦੇ ਨਾਲ ਹੀ ਜੁੜਿਆ ਹੋਇਆ ਵੱਡਾ ਹੋਣ ਵਾਲਾ ਆ, ਇਸ ਕਰਕੇ ਮੈਂ ਵੇਟ ਕਰ ਰਿਹਾ ਆ। ਸੋ ਫਿਕਰ ਨਾ ਕਰੋ, ਤੁਸੀਂ ਜੋ ਚਾਹੁੰਦੇ ਆ ਕਾਲ ਦੇਣਾ ਉਹ ਵੀ ਦੇਵਾਂਗੇ। ਪਰ ਮੈਂ ਇਹੀ ਕਹਿਣਾ, ਜੇ ਮੇਰਾ ਸਾਥ ਦੇਣੇ ਹੋ ਤੁਸੀਂ, ਸਭ ਤੋਂ ਪਹਿਲਾਂ ਚੈਨਲ ਵੱਧ ਤੋਂ ਵੱਧ ਸਬਸਕ੍ਰਾਈਬ ਕਰਿਆ ਕਰੋ, ਵੀਡੀਓ ਵੱਧ ਤੋਂ ਵੱਧ ਅੱਗੇ ਸ਼ੇਅਰ ਕਰਿਆ ਕਰੋ, ਤਾਂ ਕਿ ਮੈਨੂੰ ਪਤਾ ਲੱਗੇ ਜੱਗ ਦੀਆਂ ਜ਼ਮੀਰਾਂ ਵਾਲੇ ਮੇਰੇ ਨਾਲ ਕਿੰਨੇ ਖੜੇ ਨੇ। ਆਪੂ ਤੁਸੀਂ ਜੋ ਵੀ ਸੋਚਦੇ ਹੋ ਜ਼ਿਹਨ ਦੇ ਵਿੱਚ ਕਿੱਦਾਂ ਅਸੀਂ ਭਲਾ ਅੱਗੇ ਕਰ ਸਕਦੇ ਹਾਂ, ਕਿੱਦਾਂ ਸਾਨੂੰ ਅੱਗੇ ਤੁਰਨਾ ਚਾਹੀਦਾ, ਉਹ ਕਮੈਂਟਸ ਦੇ ਵਿੱਚ ਆਪਣੀਆਂ ਭਾਵਨਾਵਾਂ ਜ਼ਰੂਰ ਵਿਅਕਤ ਕਰਿਆ ਕਰੋ। ਸੁਝਾਅ ਤੁਹਾਡੇ ਬਹੁਤ ਜ਼ਰੂਰੀ ਹੁੰਦੇ ਨੇ। ਜਿਹਨਾਂ ਨੇ ਮੈਂਬਰਸ਼ਿਪ ਲੈਣੀ ਹੈ, ਸਬਸਕ੍ਰਾਈਬ ਦੇ ਨਾਲ ਵੀ ਜੁਆਇਨ ਦਾ ਬਟਨ ਹੈ, ਠੀਕ ਹੈ, ਨੀਚੇ ਡਿਸਕ੍ਰਿਪਸ਼ਨ ਦੇ ਵਿੱਚ ਵੀ ਜੁਆਇਨਿੰਗ ਦਾ ਹੁੰਦਾ ਆ। ਅਗਰ ਉਹ ਜੁਆਇਨ ਕਰ ਲਓਗੇ ਤਾਂ ਤੁਹਾਡਾ ਦਿਲੋਂ ਬਹੁਤ ਧੰਨਵਾਦ ਹੈ, ਕਿਉਂਕਿ ਸਾਨੂੰ ਫਾਈਨੈਂਸ਼ੀਅਲ ਥੋੜੀ ਸਪੋਰਟ ਹੋ ਜਾਂਦੀ ਉਹਦੇ ਨਾਲ। ਸੋ ਮੇਰੀਆਂ ਇਹੀ ਬੇਨਤੀਆਂ ਨੇ ਵੀ ਜ਼ਮੀਰ ਆਪਣਾ ਜਗਾਓ, ਇਹਨਾਂ ਦੇ ਕਹੇ ਅੱਖਾਂ 'ਚ ਘੱਟਾ ਨਾ ਪਵਾਓ। ਗੁਰੂ ਘਰਾਂ 'ਚ ਜਾਂਦੇ ਹੋ ਜੀ ਸਦਕੇ ਜਾਓ, ਅਸੀਂ ਗੁਰੂ ਘਰਾਂ ਤੋਂ ਨਹੀਂ ਟੁੱਟਣਾ। ਇਹ ਜਿੰਨਾ ਮਰਜ਼ੀ ਰੂਡ ਬਿਹੇਵ ਕਰਨ, ਉਹ ਸਾਡੇ ਇਤਿਹਾਸਿਕ ਸਥਾਨ ਨੇ, ਬੜੀਆਂ ਇਤਿਹਾਸਿਕ ਧਰੋਹਰਾਂ ਇਹਨਾਂ ਨੇ ਢਹਿ ਢੇਰੀ ਸਾਡੀਆਂ ਕਰਤੀਆਂ, ਹੋਰ ਅਸੀਂ ਨਹੀਂ ਹੋਣ ਦੇਣੀਆਂ। ਅਸੀਂ ਇਤਿਹਾਸ ਆਪਣਾ ਨਹੀਂ ਮਿਟਣ ਦੇਣਾ। ਉਹ ਤਾਂ ਹੀ ਅਸੀਂ ਰੋਕ ਸਕਦੇ ਹਾਂ ਜੇ ਅਸੀਂ ਜਾ ਕੇ ਗੁਰੂ ਘਰਾਂ ਦੇ ਵਿੱਚ ਬੈਠਾਂਗੇ, ਜੇ ਜਾ ਕੇ ਅਸੀਂ ਗੁਰੂ ਘਰਾਂ ਦੇ ਵਿੱਚ ਇਹਨਾਂ ਦਾ ਪ੍ਰਬੰਧ ਦੇਖਾਂਗੇ। ਹੁਣ ਇਹਨਾਂ ਨੇ ਕਈ ਗੁਰੂ ਘਰਾਂ ਦੇ ਵਿੱਚ ਕਾਫੀ ਹੱਦ ਤੱਕ, ਈਵਨ ਦਰਬਾਰ ਸਾਹਿਬ ਦੇ ਵਿੱਚ ਮੈਨੂੰ ਪਤਾ ਲੱਗ ਗਿਆ ਜਿੱਥੇ 2 ਬੰਦੇ ਖੜੇ ਹੁੰਦੇ ਸੀ, ਅੱਜ 15 ਬੰਦੇ ਇਹਨਾਂ ਦੇ ਲੱਗੇ ਹੋਏ ਨੇ। ਉਸ ਤੋਂ ਇਲਾਵਾ ਬਹੁਤ ਸਾਰੇ ਹੋਰ ਨੇ ਜਿਹੜੇ ਆਪਣੀ ਜ਼ਿੰਮੇਵਾਰੀ ਸਮਝ ਕੇ ਦਰਬਾਰ ਸਾਹਿਬ ਜਾ ਕੇ ਸੇਵਾ ਵੀ ਕਰਦੇ ਨੇ, ਨਾਲੇ ਇਹਨਾਂ ਦਾ ਧਿਆਨ ਰੱਖਦੇ ਨੇ। ਤੇ ਹੁਣ ਇਹਨਾਂ ਨੂੰ ਇਹ ਵੀ ਡਰ ਪੈ ਗਿਆ ਵੀ ਸਾਡੇ ਤੋਂ ਕੋਈ ਕੁਤਾਹੀ ਹੋ ਗਈ, ਜੇ ਕਿਸੇ ਧੀ ਭੈਣ ਨੂੰ ਅਸੀਂ ਛੇੜਤਾ ਜਾਂ ਸਾਡੇ ਕਿਸੇ ਬੰਦੇ ਨੇ ਛੇੜਤਾ ਤਾਂ ਸਾਡੇ ਮੂੰਹ ਤੇ ਸਿੱਧੀ ਚਪੇੜ ਪੈਣੀ ਆ। ਕਿਉਂਕਿ ਮੈਂ ਸਿੱਧਾ ਕਹਿਤਾ, ਬਿਨਾਂ ਮਤਲਬ ਤੋਂ ਕਿਸੇ ਨਾਲ ਪੰਗਾ ਹੀ ਨਹੀਂ ਲੈਣਾ। ਜਿਹਨੇ ਤੁਹਾਨੂੰ ਬਿਨਾਂ ਮਤਲਬ ਤੋਂ ਤੰਗ ਕੀਤਾ, ਉੱਥੇ ਬਦਤਮੀਜ਼ੀ ਕੀਤੀ, ਬਦਸਲੂਕੀ ਕੀਤੀ, ਖਿੱਚ ਕੇ ਚਪੇੜ ਮਾਰੋ। ਹਾਂ, ਤੇ ਦੂਸਰੀ ਚੀਜ਼, ਸਰਾਹਾਂ ਦੇ ਵਿੱਚ ਅਗਰ ਇਹਨਾਂ ਦੇ ਬੈਠੇ ਉੱਥੇ ਬੰਦੇ ਕਹਿੰਦੇ ਨੇ ਸਰਾਹਾਂ ਖਾਲੀ ਨਹੀਂ ਹੈਗੀਆਂ, ਤਾਂ ਜਿੰਨੀ ਸੰਗਤ ਉੱਥੇ ਬੈਠੀ ਹੈ, ਠੀਕ ਹੈ, ਆਪ ਸੰਗਤ 8, 10, 15 ਬੰਦੇ ਇਕੱਠੇ ਹੋਵੋ, ਇਹਨਾਂ ਦੀ ਫਲਾਈਂਗ ਗਈ ਪਹਾੜ 'ਚ, ਠੀਕ ਹੈ, ਜਾ ਕੇ ਸਰਾਹਾਂ ਚੈੱਕ ਕਰੋ ਕਿ ਦਿਖਾਓ ਕਮਰੇ ਬੰਦ ਨੇ, ਭਰੇ ਹੋਏ ਨੇ, ਸਾਰੇ ਬੁੱਕ ਨੇ। ਇਹ ਵੀ ਹੁਣ ਤੁਹਾਨੂੰ ਕਰਨਾ ਪੈਣਾ ਆ। ਲੋਕਲ ਅੰਮ੍ਰਿਤਸਰ ਦੀ ਸੰਗਤ ਹੋ ਜਾਵੇ, ਫਤਿਹਗੜ੍ਹ ਸਾਹਿਬ ਦੀ ਹੋ ਜਾਵੇ, ਆਨੰਦਪੁਰ ਸਾਹਿਬ ਦੀ ਹੋ ਜਾਵੇ, ਕਿਲ੍ਹਾ ਸਾਹਿਬ ਦੀ ਹੋ ਜਾਵੇ, ਜਿੱਥੇ ਵੀ ਇਤਿਹਾਸਿਕ ਗੁਰਦੁਆਰੇ ਹੈਗੇ ਨੇ, ਵੱਡੀਆਂ ਸਰਾਹਾਂ ਹੈਗੀਆਂ ਨੇ, ਜਿੱਥੇ ਤੁਹਾਨੂੰ ਸਰਾਹਾਂ ਦੇ ਵਿੱਚ ਕਮਰਾ ਦੇਣ ਤੋਂ ਮਨਾ ਕੀਤਾ ਜਾਂਦਾ ਹੈ, ਲੋਕਲ ਸੰਗਤ ਦਾ ਫਰਜ਼ ਬਣਦਾ ਹੈ ਉੱਥੇ ਦੀ, ਜਿਹੜੀ ਗੁਰਦੁਆਰੇ ਰੋਜ਼ ਮੱਥਾ ਟੇਕਣ ਆਉਂਦੀ ਹੈ। ਜਿਹੜੇ ਵੀ ਉੱਥੇ ਤੁਹਾਡੇ ਕੋਲ ਬਾਹਰੋਂ ਆਉਂਦੇ ਨੇ ਬੰਦੇ, ਸ਼ਰਨਾਰਥੀ ਆਉਂਦੇ ਨੇ, ਮੱਥਾ ਟੇਕਣ ਵਾਲੇ ਦੂਰੋਂ ਦੂਰੋਂ ਆਉਂਦੇ ਨੇ, ਉਹਨਾਂ ਦਾ ਤੁਸੀਂ ਸਾਥ ਦਿਓ। ਜਿਹਨਾਂ ਨੂੰ ਇਹ ਕਮਰੇ ਨਹੀਂ ਦਿੰਦੇ, ਮੂੰਹ ਫਾੜ ਕੇ ਵੱਧ ਪੈਸੇ ਮੰਗਦੇ ਨੇ, ਜਿਹਨਾਂ ਨੂੰ ਰਸੀਦਾਂ ਕੱਟ ਕੇ ਨਹੀਂ ਦਿੱਤੀਆਂ ਜਾਂਦੀਆਂ, ਉਹ ਮੈਨੂੰ ਸੰਪਰਕ ਕਰੋ। ਜਿਹਨਾਂ ਨੇ ਪੈਸੇ ਦਿੱਤੇ ਨੇ ਤੇ ਰਸੀਦਾਂ ਕੱਟ ਕੇ ਤੁਹਾਨੂੰ ਨਹੀਂ ਦਿੱਤੀਆਂ ਜਾਂਦੀਆਂ, ਉੱਥੇ ਖੜ ਕੇ ਨਾਲ ਦੀ ਨਾਲ ਫੋਨ ਕਰੋ। 98 881 84 087 9888 184 087 ਇਹ ਨੰਬਰ ਆ ਮੇਰਾ। ਮੈਂ ਹੌਲੀ ਹੁਣ ਤਾਂ ਬੋਲਿਆ ਆ, ਉੱਤੇ ਫਲੈਸ਼ ਵੀ ਕਰ ਦਿੰਦਾ ਵੀ ਤੁਸੀਂ ਉਸੇ ਵੇਲੇ ਖੜ ਕੇ ਉੱਥੇ ਵੀਡੀਓ ਚਾਹੇ 5 ਸਕਿੰਟ ਦੀ ਬਣੇ, ਚਾਹੇ 10 ਸਕਿੰਟ ਦੀ ਬਣੇ, ਇੱਕ ਵਾਰ ਸ਼ਕਲ ਉਹ ਬੰਦੇ ਦੀ ਜ਼ਰੂਰ ਵੀਡੀਓ 'ਚ ਲੈ ਲਓ, ਚਾਹੇ ਬਾਅਦ ਦੇ ਵਿੱਚ ਦੂਰ ਜਾ ਕੇ ਲੈ ਲਓ, ਵਿੱਚ ਬੋਲ ਦੋ ਕਿ ਭਾਜੀ ਆਹ ਬੰਦਾ ਹੈ ਜੀ, ਇਹਨੂੰ ਮੈਂ ਪੈਸੇ ਦਿੱਤੇ ਸੀ ਰਾਤ ਨੂੰ, ਇਸ ਬੰਦੇ ਨੇ ਮੈਨੂੰ ਹੁਣ ਪਰਚੀ ਨਹੀਂ ਦਿੱਤੀ ਹੈਗੀ ਤੇ ਮੈਂ ਹੁਣ ਜੀ ਚੱਲਿਆ ਆ, ਮੈਂ ਆਹ ਗੁਰਦੁਆਰੇ 'ਚ ਖੜਾ ਤੇ ਇੱਥੋਂ ਬੋਲਦਾ ਆ। ਉਹ ਵੀਡੀਓਜ਼ ਬਣਾ ਕੇ ਮੈਨੂੰ ਭੇਜਣੀਆਂ ਸ਼ੁਰੂ ਕਰੋ, ਠੀਕ ਹੈ। ਜਿਹੜਾ ਬੰਦਾ ਤੁਹਾਨੂੰ ਕਹਿੰਦਾ ਵੀ ਸਰਾਹ 'ਚ ਕਮਰਾ ਨਹੀਂ ਹੈ, ਉਹਨੂੰ ਕਿ ਕਮਰੇ ਦਿਖਾ, ਤੁਹਾਡਾ ਹੱਕ ਬਣਦਾ ਹੈ। ਇਹ ਹੋਟਲ ਨਹੀਂ ਹੈਗੇ, ਗੁਰੂ ਘਰ ਦੀਆਂ ਸਰਾਹਾਂ ਨੇ,
ਹੋਟਲ ਨਹੀਂ ਹੈਗੇ ਕਿ ਇਹਨਾਂ ਨੇ ਤੁਹਾਨੂੰ ਮਨਾ ਕਰਤਾ ਹੈ ਤੁਸੀਂ ਚੁੱਪ ਕਰਕੇ ਵਾਪਸ ਆ ਜਾਓ। ਇਹਨੂੰ ਕਿ ਦਿਖਾਓ ਜੀ ਕਿੱਥੇ ਸਰਾਹਾਂ ਪੂਰੀਆਂ ਬੁੱਕ ਨੇ, ਇਹਨਾਂ ਦੀ ਜਾਨ ਨਿਕਲ ਜੂਗੀ। ਇਸ ਕਰਕੇ ਲੋਕਲ ਸੰਗਤ, ਹਰ ਇਤਿਹਾਸਿਕ ਗੁਰੂ ਘਰ ਦੇ ਨੇੜੇ ਰਹਿਣ ਵਾਲੀ ਲੋਕਲ ਸੰਗਤ ਨੂੰ ਮੈਂ ਕਹਿੰਦਾ ਤੁਹਾਡਾ ਫਰਜ਼ ਬਣਦਾ ਹੈ ਗੁਰੂ ਘਰ ਜਿਹੜੇ ਦਰਸ਼ਨਾਂ ਦੀਦਾਰਿਆਂ ਵਾਸਤੇ ਆਉਂਦੇ ਨੇ ਉਹਨਾਂ ਦਾ ਸਾਥ ਦੇਣਾ ਸ਼ੁਰੂ ਕਰੋ। ਇਹ ਗੰਦ ਤਾਂ ਸਾਫ਼ ਹੋਣਾ ਆ, ਠੀਕ ਹੈ ਜੀ। ਤੇ ਅੱਗੇ ਨਾਲੇ ਸ਼ਹੀਦੀ ਜੋੜ ਮੇਲ ਆਉਣ ਵਾਲਾ, ਉਹਦੇ ਵੀ ਤੁਹਾਨੂੰ ਖੁਲਾਸੇ ਕਰਾਂਗਾ ਕਿਉਂ ਮੈਨੇਜਰ ਬੇਤਾਬ ਰਹਿੰਦੇ ਨੇ ਸ਼ਹੀਦੀ ਜੋੜ ਮੇਲ ਤੇ ਕਿ ਸਾਡੀ ਬਦਲੀ ਹੋ ਜਾਵੇ ਇੱਕ ਵਾਰ ਫਤਿਹਗੜ੍ਹ ਸਾਹਿਬ। ਆਵਾਂਗੇ ਜੀ ਉੱਥੇ ਵੀ, ਕੋਈ ਗੱਲ ਨਹੀਂ। ਫਿਲਹਾਲ ਅੱਜ ਵਾਸਤੇ ਇੰਨਾ ਹੀ। ਜਿਹੜੇ ਸਵਾਲ ਪੁੱਛੇ ਨੇ ਉਮੀਦ ਕਰਦਾ ਐਸਜੀਪੀਸੀ ਇਹਦਾ ਜਵਾਬ ਤੱਥਾਂ ਦੇ ਨਾਲ ਜ਼ਰੂਰ ਦਊਗੀ। ਆਪਣੇ ਉੱਤੇ ਲੱਗੇ ਲਾਂਛਨਾਂ ਦਾ ਨਹੀਂ, ਵਿਅਕਤੀ ਵਿਸ਼ੇਸ਼ ਨੂੰ ਸਾਹਮਣੇ ਨਹੀਂ ਕਰੂਗੀ। ਜਿਹੜੇ ਜਵਾਬ ਐਸਜੀਪੀਸੀ ਦੇ ਕਰਪਸ਼ਨ ਦੇ ਨਾਲ ਜੁੜੇ ਹੋਏ ਮੈਂ ਪੁੱਛੇ ਨੇ ਉਹਦਾ ਜਵਾਬ ਚਾਹੀਦਾ ਮੈਨੂੰ, ਉਹ ਜ਼ਰੂਰ ਦਿਓ। ਹੱਸਦੇ ਰਹੋ, ਵਸਦੇ ਰਹੋ, ਚੜ੍ਹਦੀ ਕਲਾ ਚ ਰਹੋ ਸੰਗਤ ਜੀ। ਦਿਓ ਇਜਾਜ਼ਤ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।